ਦੋਸਤੋ ਕਲਮਾਂ ਦੇ ਵਾਰਿਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸ਼ੈਲੀ ਬਾਲੀਆਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰ ਰਹੀ ਹਾਂ ਤੇ ਮੇਰੇ ਨਾਲ ਨੇ ਦਰਸ਼ਨ ਸਿੰਘ ਭੰਮੇ ਜੀ। ਦਰਸ਼ਨ ਸਿੰਘ ਭੰਮੇ ਜੀ ਦਾ ਨਾਮ ਮੇਰੇ ਖਿਆਲ 'ਚ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ, ਮੈਨੂੰ ਇੰਟਰੋਡਿਊਸ ਕਰਾਉਣ ਦੀ ਜ਼ਰੂਰਤ ਨਹੀਂ। ਕਿੱਸਿਆਂ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਆ, ਕਿੱਸੇ ਇਹਨਾਂ ਨੇ ਬਹੁਤ ਜ਼ਿਆਦਾ ਲਿਖੇ ਨੇ ਤੇ ਵੱਖ-ਵੱਖ ਕਿੱਸੇ ਇਹਨਾਂ ਨੇ ਵੱਖ-ਵੱਖ ਜੋ ਲਿਖੇ ਨੇ ਤੇ ਉਹਨਾਂ ਵਿੱਚੋਂ ਉਹਨਾਂ ਨੇ ਕੁਝ ਪੁਸਤਕਾਂ ਦੇ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ, ਜਿਵੇਂ ਸੁੱਖਾਂ ਲੱਦੇ ਸੁਨੇਹੇ, ਦੋ ਪ੍ਰੀਤ ਕਿੱਸੇ, ਸੱਸੀ ਪੁੰਨੂ ਤੇ ਲੈਲਾ ਮਜਨੂ ਦਾ ਕਿੱਸਾ ਇਹਨਾਂ ਨੇ ਲਿਖਿਆ ਗਾ, ਤੇ ਭਗਤ ਰਵਿਦਾਸ, ਏਕਲਵਿਆ, ਮਾਤਾ ਗੰਗਾ, ਸ਼ਿਵਜੀ ਪਾਰਵਤੀ, ਅੱਖਰ ਬੋਲ ਪਏ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਇੱਕ ਗੀਤ ਇੰਜੋਏ ਕਰੋ ਤੇ ਇਸ ਤੋਂ ਬਾਅਦ ਤੁਹਾਨੂੰ ਇੱਕ ਭੂਮਿਕਾ ਬਣਾਂਗੇ ਵੀ ਕਿੱਸਾ ਹੁੰਦਾ ਕੀ ਹੈ ਤੇ ਇਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ। ਤੁਸੀਂ ਗੀਤ ਸੁਣੋ ਲੰਬੀ ਜੁਦਾਈ ਰੇਸ਼ਮਾ ਦਾ। ਕਲਮਾਂ ਦੇ ਵਾਰਿਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਫੇਰ ਸਵਾਗਤ ਹੈ। ਮੇਰੇ ਨਾਲ ਵਿਰਾਜਮਾਨ ਨੇ ਦਰਸ਼ਨ ਸਿੰਘ ਭੰਮੇ ਜੀ ਜੋ ਕਿੱਸੇ ਲਿਖਦੇ ਨੇ। ਹਾਂਜੀ, ਤੇ ਸਾਰੀ ਰਾਬਤਾ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਭੰਮੇ ਜੀ। ਧੰਨਵਾਦ ਹੈ ਜੀ, ਮੇਰੇ ਵੱਲੋਂ ਵੀ ਸਾਰੀ ਰਾਬਤਾ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ, ਸਵਾਗਤ ਹੈ। ਹਾਂਜੀ, ਤੇ ਭੰਮੇ ਜੀ ਇਦਾਂ ਕਿ ਅਜੋਕੇ ਦੌਰ ਦੇ ਵਿੱਚ ਮੈਂ ਸਰੋਤਿਆਂ ਨੂੰ ਦੱਸ ਦੇਣਾ ਚਾਹਾਂ ਕਿ ਕਿੱਸੇ ਲਗਭਗ ਪੰਜਾਬੀ ਸਾਹਿਤ ਦੇ ਵਿੱਚੋਂ ਗਾਇਬ ਹੋ ਰਹੇ ਨੇ, ਕਿਉਂਕਿ ਅਜੋਕੇ ਦੌਰ ਦੇ ਵਿੱਚ ਖੁੱਲੀ ਕਵਿਤਾ, ਗਜ਼ਲ, ਗੀਤ ਤੇ ਨਜ਼ਮਾਂ ਬਹੁਤ ਭਾਰੂ ਪੈ ਚੁੱਕੀਆਂ ਨੇ। ਕਿਸੇ ਜਿਸ ਦੇ ਕਰਕੇ ਵਾਰਿਸ ਸ਼ਾਹ ਸੰਸਾਰ ਪ੍ਰਸਿੱਧ ਹੋਇਆ, ਕਿਉਂਕਿ ਉਹਨੇ ਵੀ ਕਿੱਸਾ ਲਿਖਿਆ, ਹੀਰ ਦਾ ਕਿੱਸਾ ਲਿਖਿਆ ਉਹਨੇ। ਹੀਰ ਇੱਕ ਕਿੱਸਾ ਗਾ। ਕਿੱਸਾ ਹੁੰਦਾ ਵੀ ਜਦੋਂ ਤੁਸੀਂ ਪੂਰੀ ਇੱਕ ਘਟਨਾ ਨੂੰ ਨਾਟਕ ਦੇ ਰੂਪ ਦੇ ਵਿੱਚ ਤੁਸੀਂ ਛੰਦਾਂ ਦੇ ਵਿੱਚ ਲਿਖਦੇ ਹੋਗੇ। ਛੰਦ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ, ਛੰਦ ਜੋ ਬਿਲਕੁਲ ਅਲੋਪ ਹੋ ਗਏ ਨੇ ਪੂਰਾ। ਹਾਂਜੀ, ਪੂਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੰਦਾਂ ਨੂੰ ਐਕਸਪਲੇਨ ਕੀਤਾ ਗਿਆ, ਛੰਦਾਂ ਦੇ ਵਿੱਚ ਲਿਖਿਆ ਗਿਆ, ਪਰ ਅਜੋਕੀ ਜੋ ਕਵਿਤਾ ਗਈ ਉਹ ਛੰਦਾਂ ਤੋਂ ਕੋਹਾਂ ਦੂਰ ਆ ਗਈ ਤੇ ਤੁਸੀਂ ਛੰਦ ਲਿਖਦੇ ਹੋਗੇ। ਤੇ ਇਹ ਛੰਦ ਦਾ ਏਦਾਂ ਹੁੰਦਾ ਕਿ ਤੁਸੀਂ ਛੰਦ ਨੂੰ ਕਿੱਦਾਂ ਐਕਸਪਲੇਨ ਕਰਦੇ ਹੋ ਵੀ ਕਿੱਦਾਂ ਕਿੱਸੇ ਤੁਹਾਨੂੰ ਕਿੱਥੋਂ ਚੱਕੇ ਆ ਤੁਸੀਂ, ਕਦੋਂ ਤੁਹਾਡੀ ਪਹਿਲੀ ਕਿਤਾਬ ਸੀ? ਹਾਂਜੀ, ਦੇਖੋ ਗੱਲ ਕੀ ਹੈਗੀ ਹੈ, ਜੋ ਇਸ ਦਾ ਪੈਟਰਨ ਹੈ ਕਿੱਸਾ ਕਾਵਿ ਦਾ, ਉਹ ਪਿੰਗਲ ਰਿਸ਼ੀ ਤੋਂ ਚਾਲੂ ਹੋਇਆ। ਹਾਂਜੀ, ਜੋ ਪਿੰਗਲ ਕਹਿੰਦੇ ਆ, ਜਿਸ ਤਰ੍ਹਾਂ ਅੱਜ ਨੂੰ ਪਿੰਗਲ ਦੀ ਗੱਲ ਕਰਦੇ ਨੇ, ਪਿੰਗਲ ਐਕਚੁਅਲੀ ਕਿਸੇ ਦਾ ਨਾਂ ਸੀ, ਕਿਸੇ ਰਿਸ਼ੀ ਦਾ ਨਾਂ ਸੀ। ਉਸ ਤੋਂ ਹੀ ਕਿੱਸਾ ਕਾਵਿ ਜਿਹੜਾ ਚਾਲੂ ਹੋਇਆ। ਛੰਦਬੰਦੀ ਦੇ ਉਹ ਪਿਤਾਮਾ ਸਨ, ਉਹਨਾਂ ਨੂੰ ਲਿਖਣ ਦਾ ਪੈਟਰਨ ਸਾਰਾ ਕੁਝ ਉਹਦੇ ਵਿੱਚ ਸੀ। ਸੋ ਪਿੰਗਲ ਅਨੁਸਾਰ ਲਿਖੀ ਗਈ ਕਵਿਤਾ ਨੂੰ ਹੀ ਛੰਦ ਕਿਹਾ ਜਾਂਦਾ ਹੈ। ਛੰਦ ਰਚਨਾ ਦੇ ਨਿਯਮਾਂ ਅਨੁਸਾਰ ਰਚੀ ਹੋਈ, ਲੈ ਤੇ ਰਸ ਨਾਲ ਭਰੀ ਹੋਈ ਅਤੇ ਬਲਬਲੇ ਤੇ ਵਿਚਾਰ ਦੀ ਸੁੰਦਰਤਾ ਵਾਲੀ ਰਚਨਾ ਨੂੰ ਕਵਿਤਾ ਕਹਿੰਦੇ ਨੇ। ਕਵਿਤਾ ਦੇ ਦੋ ਅੰਗ ਹੁੰਦੇ ਆ, ਲੈ ਜਾਂ ਤਾਲ ਅਤੇ ਬਲਬਲੇ ਤੇ ਵਿਚਾਰ ਹੁੰਦੇ ਹਨ। ਆਮ ਲੋਕ ਠੀਕ ਵਜਨ, ਤੋਲ ਜਾਂ ਬਹਿਰ ਵਿੱਚ ਲਿਖੀ ਲੈ ਤੇ ਸੁਰ, ਤਾਲ ਜਾਂ ਤੁਕਾਂਤ ਮਿਲਾਉਣ ਵਾਲੀ ਰਚਨਾ ਨੂੰ ਕਵਿਤਾ ਸਮਝ ਲੈਂਦੇ ਨੇ, ਭਾਵੇਂ ਉਸ ਵਿੱਚ ਬਲਬਲੇ ਤੇ ਵਿਚਾਰਾਂ ਦੀ ਅਣਹੋਂਦ ਹੋਵੇ। ਅਜਿਹੀ ਰਚਨਾ ਤੁਕਬੰਦੀ ਤੇ ਛੰਦਾਬੰਦੀ ਦੇ ਨਿਯਮਾਂ ਅਨੁਸਾਰ ਠੀਕ ਹੋ ਸਕਦੀ ਹੈ, ਪਰ ਵਿਚਾਰਾਂ ਬਲਬਲਿਆਂ ਦੀ ਅਣਹੋਂਦ ਕਾਰਨ ਉਸ ਵਿੱਚ ਕਵਿਤਾ ਦੀ ਰੂਹ ਨਹੀਂ ਹੁੰਦੀ। ਸੋ ਕਵਿਤਾ ਰਚਨੀ ਕਾਬਲੇ ਵਿੱਚ ਬਹੁਤ ਹੀ ਵੱਡੀ ਕਲਾ ਹੈ ਤੇ ਦੁਖਾਂਤ ਇਹ ਵਾਪਰ ਗਿਆ ਹੈ ਕਿ ਇਸ ਤੋਂ ਲੋਕ ਪਾਸੇ ਹਟਦੇ ਜਾ ਰਹੇ ਨੇ। ਕਾਰਨ ਕੀ ਹੈ ਕਿ ਛੰਦ ਨੂੰ ਨਿਭਾਉਣਾ, ਛੰਦ ਨੂੰ ਲਿਖਣਾ ਇੱਕ ਬਹੁਤ ਜੋਖਮ ਭਰਿਆ ਕਾਰਜ ਹੈ, ਕਿਉਂਕਿ ਜੋ ਛੰਦ ਹੈ ਉਹ 8 ਸਟੰਜੇ 8 ਪੈਰੇ ਰੱਖਦਾ ਹੈ ਤੇ 8 ਪੈਰੇ ਇੱਕੋ ਹੀ ਵਿਸ਼ੇ ਦੀ ਗੱਲ ਕਰਦੇ ਨੇ, ਉਹਦੇ ਵੱਖਰੇ ਵੱਖਰੇ ਨਹੀਂ ਹੁੰਦੇ। ਪਰ ਕਵਿਤਾ ਲਿਖਣੀ ਵੀ ਇੱਕ, ਛੰਦ ਲਿਖਣਾ ਵੀ ਇੱਕ ਕੁਦਰਤ ਦੀ ਦੇਣ ਹੈ। ਪਰ ਦੁਖਾਂਤ ਇਹ ਵਾਪਰ ਗਿਆ ਕਿ ਕੁਝ ਐਸੇ ਲੋਕ ਜਿਨ੍ਹਾਂ ਨੂੰ ਅਜੇ ਸਿੱਖਿਆ ਨਹੀਂ ਹੁੰਦਾ, ਹਜੇ ਪਾਠਕ ਨਹੀਂ ਬਣੇ ਹੁੰਦੇ, ਉਹ ਪਹਿਲਾਂ ਹੀ ਕਲਮ ਚੱਕਦੇ ਆ ਤੇ ਉਹ ਇਸ ਨੂੰ ਥੋੜਾ ਜਿਹਾ ਹੋਰ ਪਾਸੇ ਲੈ ਜਾਂਦੇ ਆ। ਜਿਵੇਂ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਬੋਲ ਕੇ ਸੁਣਾਵਾਂ ਕਿ ਕਵਿਤਾ ਦਾ ਜਨਮ ਹੋਣਾ ਨਾ ਜਣੇ ਪਿਆਮ ਹੁੰਦਾ,
ਲੈਂਦੀ ਐ ਜਨਮ ਦੇਹੀ ਕਵੀ ਦੀ ਝੰਜੋੜ ਕੇ। ਡਰਦੀ ਨਾ ਕਿਸੇ ਕੋਲੋਂ ਹੋਵੇ ਰਾਠ ਸੂਰਾ ਭਾਵੇਂ ਸ਼ਬਦਾਂ ਦੀ ਜੋਰ ਹੈ ਲਿਜਾਂਦੀ ਸਭ ਰੋੜ ਕੇ। ਉਹ ਮਾਪੇ ਬਣ ਬੈਂਦੇ ਬੜੇ ਕਵਿਤਾ ਪਿਆਰੀ ਵਾਲੇ ਕਹਿੰਦੇ ਅਸੀਂ ਕਵੀ ਹੋ ਗਏ ਤੁਕਾਂ ਚਾਰ ਜੋੜ ਕੇ। ਭੰਮੇ ਜੈਸੇ ਵੈਦਾਂ ਤਾਈ ਸਾਰ ਨਾ ਜਣੇਪੇ ਵਾਲੀ ਜੰਮਦੀ ਨੂੰ ਮਾਰ ਦਿੰਦੇ ਧੌਣ ਤੋਂ ਮਰੋੜ ਕੇ ਧੌਣ ਤੋਂ ਮਰੋੜ ਕੇ। ਦੇਖੋ ਕਵਿਤਾ ਆਉਂਦੀ ਹੈ। ਹਾਂਜੀ ਅਸੀਂ ਜਦੋਂ ਛੋਟੇ ਹੁੰਦੇ ਸਾਂ ਨਾ ਹਾਂਜੀ ਤੇ ਉੱਚ ਕੋਟੀ ਦੇ ਸ਼ਹਿਰਾਂ ਦੇ ਨਾਲ ਸੰਗ ਕਰਦੇ ਸੀ ਤਾਂ ਮੈਂ ਉਹਨਾਂ ਦੇ ਮੁਖਾਰਬੰਦ ਵਿੱਚੋਂ ਇਹ ਗੱਲਾਂ ਸੁਣਦਾ ਕਿ ਰਾਤ ਮੈਨੂੰ ਕਵਿਤਾ ਆਈ। ਅੱਛਾ ਜੀ। ਰਾਤ ਮੈਨੂੰ ਕਵਿਤਾ ਉਤਰੀ। ਅੱਛਾ ਜੀ। ਉਹ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਤੇ ਮੈਨੂੰ ਇਹ ਲੱਗਦਾ ਕਿ ਐਵੇਂ ਕਹਿ ਰਹੇ ਆ ਕਵਿਤਾ ਕਿੱਥੋਂ ਉਤਰਨੀ ਸੀ, ਕਿਤੇ ਕੋਠੇ ਤੋਂ ਉਤਰਨੀ ਸੀ, ਕਿਤੇ ਹੋਰ ਕਿਤੇ ਅਸਮਾਨ 'ਚ ਉਤਰਨੀ ਸੀ। ਪਰ ਹੁਣ ਜਦੋਂ ਅਸੀਂ ਉਸ ਰਸਤੇ ਚੱਲੇ ਤਾਂ ਹੁਣ ਲੱਗਦਾ ਹੈ ਕਿ ਵਾਕਈ ਕਵਿਤਾ ਜਿਹੜੀ ਆ ਉਹ ਜਨਮ ਲੈਂਦੀ ਹੈ ਤੇ ਉਹ ਆਉਂਦੀ ਹੈ। ਪਰ ਕਈ ਜਦੋਂ ਆਉਂਦੀ ਹੈ ਉਹਨੂੰ ਫਿਰ ਮਰੋੜ ਦਿੰਦੇ ਆ, ਉਸ ਨੂੰ ਸੰਭਾਲ ਨਹੀਂ ਸਕਦੇ। ਸੋ ਕਵਿਤਾ ਦੀ ਛੰਦਬੰਦੀ ਦੀ ਇਹ ਗੱਲ ਹੈ ਜੀ। ਸਹੀ ਗੱਲ ਹੈਗੀ। ਕਈ ਧੌਣ ਤੋਂ ਹੀ ਮਰੋੜ ਦਿੰਦੇ ਆ ਕਵਿਤਾ ਨੂੰ। ਤੇ ਹਾਂਜੀ ਜਿਵੇਂ ਇੱਕ ਮੇਰੇ ਖਿਆਲ ਗਜ਼ਲ 'ਚ ਵੀ ਸੀਗਾ, ਇੱਕ ਗਜ਼ਲ ਦੇ ਸ਼ੇਰ ਸੀ, ਕਹਿੰਦਾ ਕਵਿਤਾ ਲਿਖਣਾ ਨਾ ਸ਼ੇਰ ਕਹਿਣਾ ਜ਼ਿੰਦਗੀ, ਸ਼ੇਰ ਲਿਖਣਾ ਮੌਤ ਹੈ। ਤਾਂ ਸਹੀ ਗੱਲ ਆ ਕਿ ਲਿਖਣਾ ਮੌਤ ਬਰਾਬਰ ਹੁੰਦਾ, ਮਰ ਕੇ ਹੀ ਲਿਖਿਆ ਜਾਂਦਾ। ਜਦੋਂ ਇੱਕ ਕਵਿਤਾ ਲਿਖਦੇ ਹਾਂ ਆਪਾਂ ਤਾਂ ਬਹੁਤ ਕੁਝ ਖਤਮ ਹੁੰਦਾ, ਬਹੁਤ ਕੁਝ ਨਵਾਂ ਪੈਦਾ। ਹਾਂਜੀ ਠੀਕ ਹੈ। ਤੇ ਤੁਹਾਡੇ ਪਿਛੋਕੜ ਬਾਰੇ ਦੱਸੋ, ਮਤਲਬ ਤੁਸੀਂ ਕਿੱਸਿਆਂ ਵੱਲ ਹੀ ਕਿਉਂ ਆਏ? ਹਾਂਜੀ तो मेरा पिछोकड़ है कि मानसा जिला तो मानसा मंडी जो कि हुण जिला बन गया हाँ जी, उस तो 15 किलोमीटर दूर ते एक भम्मे कलां पिंड है जी मेरा। हाँ जी। वो मेरी जन्म भूमि है। हाँ जी। उत्थे मेरा जन्म होया। हाँ जी। ब्रह्मलीन सरदार राम सिंह भम्मा जी जो मेरे फादर साहब सन। अच्छा जी। उन्हां दे गृह विखे मेरे माता परमेश्वरी देवी जी दे कुखों मेरा जन्म होया। हाँ जी। सो मुढ़ली विद्या मैं आपदे प्राइमरी स्कूल तो प्राप्त की। हाँ जी। उस तो बाद साडे पिंड स्कूल नहीं सन। हाँ जी। उस तो बाद फिर मैं अगली सिक्ख्या जिहड़ी है ओह गवर्नमेंट हाई स्कूल झनीर तो प्राप्त की। हाँ जी। उस तो बाद फिर मैं नेहरू मैमोरियल कॉलेज तो ग्रेजुएशन की। हाँ जी। तो उसी दौरान मैनू हैल्थ डिपार्टमेंट विच सर्विस मिल गई। अच्छा जी। ते जो मैं हुण तक कर रहा गा हैल्थ डिपार्टमेंट दे विच। ठीक है ठीक। सो ये मेरा पिछोकड़ सी। जो छंदाबंदी गल लई आउण दी गल है कि 79 विच मैं कहानी लिखनी चालू की। हाँ जी। तो उस समय दे उत्ते लोक लहर अखबार है जो ओह साडे विच चलदा सीगा। हाँ जी। जिहदी जगह मैं कहूँगा ये देश सेवक दी गल है। हाँ जी। तो लोक लहर अखबार ने बड़ियां ही जो मेरियां कहानियां सन ओह ओहदे विच प्रिंट कीतियां छापियां। हाँ जी। तो वो मेरियां कहानियां दा विशा यही हुंदा सी कि मैं जिहड़ियां गल्लां रोज देखदा सी लोकां दीयां हो रहीआं गल्लां। हाँ जस्ट के उस समय दे उत्ते एक बड़ी प्रॉब्लम सी, वो अज भी है कि जिहड़े बुढ़ापा पेंशन सी ना ओहदी एक खास गल सी, बड़े लोग हैरान हुंदे सी। सो मैं उन्हां नूं वेख के रह ना सकिया। उस मैं कब तो जो सी कहानी सी ओदा मैं जिहड़ा शीर्षक लिखिया कि पेंशन आ गई। हाँ जी। वो उस दे करके मैं कई कहानियां लिखियां। फिर उस तो बाद मैं थोड़ा एक नावल भी लिखिया मर्द विहूणा औरत विहूणा मर्द। हाँ जी। तो मैनू ऐ लग्या कि जिवें मैं अपनी गल है जिहड़ी ओह लोकां तक नहीं ले जा सकिया। अच्छा। ते मैनू ऐ लग्या कि लोग है जिहड़े पाठक घट ने ओह कहानियां घट पढ़दे, मेरियां गल्लां घट होणगीआं। हाँ जी। तो ऐसे करके तो मैं हौली हौली फिर किस्सा काब वल मुड़दा गया। तो इस नूं अगे ले जाण वास्ते मैं ਤੁਹਾਨੂੰ पता है कि गुरु है जिहड़ा ओहदी बहुत जरूरत है। हाँ जी। किसी भी कारज विच गुरु तो बिना कोई गल नहीं बनती। हाँ जी। हाँ चार लाइनां बोल के भी ओ जो गुरु है और रिश्ता गुरु दा ओ बहुत ही उच्च कोटि दा रिश्ता है। हाँ सो वो बनाउण दे लई भी मैनू ਇਹ ਕਾਰਜ ਕਰਨਾ ਪਿਆ ਕਿਉਂਕਿ ਛੰਦ ਬੰਦੇ ਜਿਹੜੀ ਹੈਗੀ ਹੈ ਇਹਦੇ ਵਿੱਚ ਗੁਰੂ ਦਾ ਹੋਣਾ ਬਹੁਤ ਵੈਸੇ ਤਾਂ ਹਰੇਕ ਥਾਂ ਤੇ ਜ਼ਰੂਰੀ ਹੈ ਪਰ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਜਿਹੜਾ ਸੀਗਾ
ਇਸ ਨੂੰ ਨਿਭਾਉਣ ਲਈ, ਇਸ ਨੂੰ ਪ੍ਰਾਪਤੀ ਲਈ, ਇਹ ਸਾਰੀ ਸਿੱਖਿਆ ਲਈ ਮੈਂ ਜਨਾਬ ਰੇਵਤੀ ਪ੍ਰਸਾਦ ਸ਼ਰਮਾ ਜੀ ਜੋ ਸੰਸਕ੍ਰਿਤ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਨੇ, ਉਹਨਾਂ ਨੂੰ ਉਸਤਾਦ ਧਾਰਿਆ। ਉਹਨਾਂ ਤੋਂ ਮੈਂ ਜੋ ਕਵਿਸ਼ਰੀ ਵਿਧਾ ਹੈ, ਜੋ ਕਿੱਸਾ ਕਾਵਿ ਲਿਖਣ ਦੀਆਂ ਤਕਨੀਕਾਂ, ਉਹ ਮੈਂ ਸਿੱਖੀਆਂ ਤੇ ਸਿੱਖ ਵੀ ਰਿਹਾ, ਕਿਉਂਕਿ ਇਸ ਵਿਧਾ ਦੇ ਵਿੱਚ ਪਰਫੈਕਟ ਹੋਣਾ ਬਹੁਤ ਔਖਾ ਹੈਗਾ। ਦੇਖੋ ਜਿੰਨੀਆਂ ਵੀ ਕੋਈ ਖੁੱਲੀ ਕਵਿਤਾ ਹੈ, ਕੋਈ ਗਜ਼ਲ ਹੈ, ਉਸ ਦੇ ਦੋ ਦੋ ਲਾਈਨਾਂ ਵੱਖਰੇ ਵੱਖਰੇ ਵਿਸ਼ੇ ਨੂੰ ਟੱਚ ਕਰਦੀਆਂ, ਪਰ ਕਵਿਸ਼ਰੀ ਵਿਧਾ ਵਿੱਚ ਇਹ ਗੱਲ ਹੈ ਕਿ ਜਿਹੜਾ ਵੀ ਅਸੀਂ ਵਿਸ਼ਾ ਫੜ ਲਿਆ, ਉਹ ਜਿਹੜਾ ਛੰਦ ਹੈਗਾ ਉਹਦੇ 8 ਪਹਿਰੇ 8 ਸਤੰਜੇ ਆ, ਉਹ ਉਸੇ ਵਿਸ਼ੇ ਦੀ ਗੱਲ ਕਰਦਾ ਹੈ, ਉਦੋਂ ਪਾਸੇ ਨਹੀਂ ਜਾਂਦਾ। ਸੋ ਇਸ ਕਰਕੇ ਮੈਂ ਮੇਰੇ ਉਸਤਾਦ ਜਨਾਬ ਰੇਵਤੀ ਪ੍ਰਸਾਦ ਸ਼ਰਮਾ ਜੀ ਜਿਹੜੇ ਸੰਸਕ੍ਰਿਤ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਨੇ, ਉਹਨਾਂ ਨੂੰ ਗੁਰੂ ਧਾਰਿਆ। ਬਹੁਤ ਖੂਬ, ਬਹੁਤ ਖੂਬ। ਤੇ ਆਪਾਂ ਤੁਹਾਡੇ ਤੋਂ ਕਿੱਸਾ ਵੀ ਸੁਣਾਂਗੇ, ਅੱਗੇ ਕਿਸੇ ਦੀ ਸ਼ੁਰੂਆਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਤੁਸੀਂ ਪ੍ਰਿਪੇਅਰ ਹੋ ਕੇ ਰਹੋ। ਮਿਲਦੇ ਹਾਂ ਦੋਸਤੋ ਇਸ ਬ੍ਰੇਕ ਤੋਂ ਬਾਅਦ। ਤੁਸੀਂ ਵੀ ਕਿੱਸਿਆਂ ਬਾਰੇ ਜਾਣਕਾਰੀ ਸਾਡੇ ਤੋਂ ਲੈ ਸਕਦੇ ਹੋਗੇ। ਸਾਡੇ ਨਾਲ ਅੱਜ ਕਿੱਸਿਆਂ ਦੇ ਕਹਿ ਸਕਦੇ ਹੋ ਮਹਾਰਥੀ ਪੰਜਾਬ ਦੇ ਵਿੱਚ ਬੈਠੇ ਨੇ, ਕਿਉਂਕਿ ਇਹ ਹੁੰਦਾ ਗਾ ਅਜੋਕੇ ਦੌਰ ਦੇ ਵਿੱਚ ਕਿੱਸੇ ਬਿਲਕੁਲ ਅਲੋਪ ਹੋ ਰਹੇ ਨੇ। ਬਹੁਤ ਘੱਟ ਤੋਂ ਵੀ ਘੱਟ ਐਸੇ ਲੇਖਕ ਨੇ ਜੋ ਕਿੱਸੇ ਲਿਖ ਰਹੇ ਨੇ, ਤੇ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਅੱਜ ਸਾਡੇ ਨਾਲ ਵਿਰਾਜਮਾਨ ਨੇ, ਦਰਸ਼ਨ ਸਿੰਘ ਭੰਮੇ ਜੀ। ਤੇ ਤੁਸੀਂ ਇਹਨਾਂ ਤੋਂ ਜੇ ਕੋਈ ਸਵਾਲ ਜਵਾਬ ਕਰਨਾ ਤਾਂ ਰਾਬਤਾ ਰੇਡੀਓ, ਜੇ ਸਕਾਈਪੀ ਤੋਂ ਕਾਲ ਕਰਨੀ ਹੈ ਤਾਂ ਰਾਬਤਾ ਰੇਡੀਓ ਜਾਂ ਰਾਬਤਾ ਨੈਟਵਰਕ ਨਾਲ ਸਾਡੇ ਨਾਲ ਜੁੜ ਸਕਦੇ ਹੋਗੇ। ਜੀਮੇਲ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, rabtaradio@gmail.com। ਤੇ ਕਾਲ ਕਰਨ ਦੇ ਲਈ ਤੁਸੀਂ ਨੰਬਰ ਮਿਲਾਣੇ ਨੇ। ਜੇ ਤੁਸੀਂ ਆਸਟ੍ਰੇਲੀਆ ਤੋਂ ਕਾਲ ਕਰ ਰਹੇ ਹੋਗੇ ਤਾਂ 08812183131। ਜੇ ਆਸਟ੍ਰੇਲੀਆ ਤੋਂ ਬਾਹਰੋਂ ਕਾਲ ਕਰ ਰਹੇ ਹੋ ਤਾਂ +61 ਕੰਟਰੀ। ਦੋਸਤੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੇ ਸਾਡੇ ਨਾਲ ਸਾਡੇ ਵਿਰਾਜਮਾਨ ਨੇ ਦਰਸ਼ਨ ਸਿੰਘ ਭੰਮੇ ਜੀ, ਜੋ ਕਿੱਸੇ ਲਿਖਦੇ ਨੇ, ਕਿੱਸੇ ਜੋ ਅੱਜ ਕੱਲ੍ਹ ਬਿਲਕੁਲ ਅਲੋਪ ਹੋ ਚੁੱਕੇ ਨੇ ਪੰਜਾਬੀ ਸਾਹਿਤ ਦੇ ਵਿੱਚੋਂ। ਤੇ ਇਹ ਦਮੋਦਰ ਤੋਂ ਲੈ ਕੇ ਇਹਨਾਂ ਨੇ ਸਫ਼ਰ ਸ਼ੁਰੂ ਕੀਤਾ। ਤੇ ਹੀਰ ਐਸਾ ਕਿੱਸਾ ਪੰਜਾਬ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਦਮੋਦਰ ਦੀ ਹੀਰ ਤੋਂ ਸ਼ੁਰੂਆਤ ਹੋਈ ਸੀਗੀ ਕਿੱਸਿਆਂ ਦੀ। ਤੇ ਉਸ ਤੋਂ ਬਾਅਦ ਸਾਰਿਆਂ ਨਾਲੋਂ ਵੱਧ ਪ੍ਰਸਿੱਧੀ ਜੋ ਹੈ ਵਾਰਿਸ ਸ਼ਾਹ ਨੂੰ ਮਿਲੀ ਹੀਰ ਦੀ। ਉਹਨਾਂ ਨੇ ਛੰਦਾਂ ਦੇ ਵਿੱਚ ਇਹਨੂੰ ਲਿਖਿਆ ਗਾ। ਤੇ ਇਸੇ ਤਰ੍ਹਾਂ ਦਰਸ਼ਨ ਸਿੰਘ ਭੰਮੇ ਜੀ ਆਪਣੇ ਗੁਰੂ ਜੀ ਦੀ ਰਹਿਨਮਾਈ ਦੇ ਹੇਠ ਕਿੱਸੇ ਲਿਖ ਰਹੇ ਨੇ। ਤੇ ਮੈਂ ਉਹਨਾਂ ਨੂੰ ਫਰਮਾਇਸ਼ ਕਰਾਂਗੀ, ਸਰ ਵੀ ਤੁਸੀਂ ਇੱਕ ਕਿੱਸੇ ਦੀ ਸ਼ੁਰੂਆਤ ਕਰੋ, ਜਿਹੜਾ ਤੁਸੀਂ ਲੈਲਾ ਮਜਨੂ ਦਾ ਲਿਖਿਆ ਕਿੱਸਾ, ਉਹਦੇ ਵਿੱਚੋਂ ਜ਼ਰੂਰ ਸਾਨੂੰ ਸੁਣਾਓ। ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਜੋ ਛੰਦ ਸਾਂਝਾ ਕਰਾਂਗੇ, ਉਹਨੂੰ, ਉਸ ਛੰਦ ਨੂੰ ਮਨੋਹਰ ਭਵਾਨੀ ਛੰਦ ਕਹਿੰਦੇ ਆ। ਉਸ ਸਮੇਂ ਦੀ ਗਾਥਾ, ਜਦੋਂ ਕੈਸ਼ ਐਕਚੁਅਲੀ ਜੋ ਮਜਨੂ ਸੀ, ਲੈਲਾ ਦਾ ਮਜਨੂ ਸੀ। ਮਜਨੂ ਤਾਂ ਕਹਿੰਦੇ ਆ ਜਿਹੜਾ ਬੰਦਾ ਕਿਸੇ ਦੇ ਵਿੱਚ ਗਮਗੀਨ ਹੋ ਕੇ ਇੱਕ ਬੋਰਿਆਂ ਵਾਂਗੂ ਤੁਰਦਾ, ਉਹਨੂੰ ਮਜਨੂ ਕਹਿੰਦੇ ਆ। ਸੋ ਜੋ ਮਜਨੂ ਕੈਸ਼ ਉਹ ਲੈਲਾ ਦੇ ਪ੍ਰੇਮ ਵਿੱਚ ਮਜਨੂ ਹੋ ਗਿਆ। ਤੇ ਮਜਨੂ ਹੋ ਕੇ ਉਹਨੂੰ ਕੋਈ ਸੁੱਧ ਬੁੱਧ ਨਾ ਰਹੀ ਸਾਰੇ ਦੀ। ਜਿੱਧਰ ਵੀ ਦੇਖਦਾ ਸੀ ਉਹਨੂੰ ਐਂ ਲੱਗਦਾ ਸੀ ਵੀ ਲੈਲਾ ਆ ਗਈ। ਸੋ ਇੱਕ ਦਿਨ ਉਹ ਇਸ ਤਰ੍ਹਾਂ ਲੈਲਾ ਨੂੰ ਦੀ ਭਾਲ ਵਿੱਚ ਤੁਰ ਰਿਹਾ ਸੀ, ਤੇ ਬੱਚੇ ਸੀ ਜਿਹੜੇ ਉਹਨੂੰ ਪੱਥਰ ਮਾਰਦੇ ਸੀ। ਲੈਲਾ ਨੂੰ ਭਾਲਦਾ ਸੀ ਮਜਨੂ, ਤੇ ਉਸਦੇ ਉਹ ਪੱਥਰ ਮਾਰਦੇ ਸੀ। ਉਸ ਸਮੇਂ ਦਾ ਜੋ ਸੀਨ ਹੈ ਉਹ ਮਨੋਹਰ ਭਵਾਨੀ ਛੰਦ ਵਿੱਚ ਲਿਖਿਆ, ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਉਹ ਵੇਖੋ ਇਸ਼ਕੇ ਦਾ ਲੋਰ, ਨਹੀਂ ਗੱਲ ਕੋਈ ਹੋਰ, ਲੋਕੀ ਕਹਿੰਦੇ ਚੋਰ ਚੋਰ, ਮਜਨੂ ਵਿਚਾਰੇ ਨੂੰ ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ। ਉਹ ਜਿਹਦੇ ਸਿਰ ਚੜੇ ਆਣ, ਉਹ ਸਦਾਈ ਹੋਇਆ ਜਾਣ, ਭੁੱਲੇ ਸੱਬੇ ਖਾਨ ਪਾਨ, ਇਸ਼ਕ ਸਤਾਰੇ ਨੂੰ ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ। ਉਹ ਵਾਂਗ ਫਕਰਾ ਸਰੀਰ, ਉੱਤੇ ਮੁੱਠੀ ਭਾਰ ਲੀਰ, ਵੱਜੇ ਇਸ਼ਕੇ ਦੇ ਤੀਰ, ਖਾਨ ਦੇ ਦਲਾਰੇ ਨੂੰ ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ। ਵੇਖੋ ਇਸ਼ਕੇ ਦੇ ਰੰਗ, ਰਾਜਾ ਫਿਰੇ ਵਾਂਗ ਨੰਗ, ਨੰਗੇ ਹੋਏ ਸਾਰੇ ਅੰਗ, ਪਾੜ ਤਾਗਰਾਰੇ ਨੂੰ ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ। ਕਹਿਣ ਬੰਦਾ ਇਹ ਗੈਰ, ਨਾ ਰਖਾਓ ਘਰੇ ਪੈਰ, ਐਵੇਂ ਮੰਗੀ ਜਾਵੇ ਖੈਰ, ਲੁੱਟ ਜੂ ਬਖਾਰੇ ਨੂੰ ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ।
ਹੋਵੇ ਆਖਰ ਨੂੰ ਜੀਤ, ਜਿਹਦੀ ਸੱਚੀ ਐ ਪ੍ਰੀਤ, ਭਵੇਂ ਰਚ ਕੇ ਤੂੰ ਗੀਤ, ਲੁੱਟ ਲੈ ਨਜ਼ਾਰੇ ਨੂੰ, ਵੱਜਦੇ ਪੱਥਰ ਲੈਲਾ ਦੇ ਪਿਆਰੇ ਨੂੰ। ਬਹੁਤ ਬਹੁਤ ਵਧੀਆ, ਧੰਨਵਾਦ। ਹਾਂਜੀ, ਤੇ ਬਹੁਤ ਖੂਬਸੂਰਤੀ ਨਾਲ ਤੁਸੀਂ ਉਹ ਦ੍ਰਿਸ਼ ਨੂੰ ਪੇਸ਼ ਕੀਤਾ, ਤੇ ਮੇਰੇ ਖਿਆਲ 'ਚ ਇਮੈਜੀਨੇਸ਼ਨ ਤਾਂ ਸਾਰਿਆਂ ਨੂੰ ਹੋ ਜਾਂਦੀ ਹੁੰਦੀ ਹੈ। ਮੈਂ ਮਹਿਸੂਸ ਕਰ ਰਹੀ ਸੀ ਵੀ ਮੇਰੇ ਸਾਹਮਣੇ ਇਹ ਘਟਨਾ ਵਾਪਰੀ ਹੋਵੇ, ਤੇ ਸਾਡੇ ਸਰੋਤੇ ਵੀ ਇਹੀ ਮਹਿਸੂਸ ਕਰ ਰਹੇ ਹੋਣਗੇ। ਤੇ ਜਿੱਦਾਂ ਹੁੰਦਾ ਕਿ ਜਿਹੜੇ ਛੰਦ ਨੇ ਇਹ ਆਮ ਤੌਰ ਤੇ ਗਾਏ ਜਾਂਦੇ ਆ, ਤੇ ਤੁਸੀਂ ਹਮੇਸ਼ਾ ਗਾ ਕੇ ਹੀ ਇਹਨਾਂ ਹਾਂ, ਸੋ ਇਹ ਜਿਹੜੀ ਛੰਦਾਂ ਦੀ ਵਿਧੀ ਹੈ, ਹਾਂਜੀ, ਇਹ ਲਿਖਣ ਤੋਂ ਬਾਅਦ ਇੱਕ ਟੀਮ ਵਰਕ ਹੈ ਕਿ ਇੱਕ ਇਹ ਜਥਾ ਬਣ ਜਾਂਦਾ ਹੈ ਜਿਹਦੇ ਵਿੱਚ 4 ਮੈਂਬਰ ਹੋਣੇ ਬਹੁਤ ਜ਼ਰੂਰੀ ਹੈ। ਇੱਕ ਤਾਂ ਉਸ ਕਹਾਣੀ ਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਪੂਰੀ ਪਿਕਚਰ ਬਣ ਜਾਂਦੀ ਹੈ। ਤੋ ਜਿਹੜੇ ਦੂਜੇ ਉਹਦੇ ਸਾਥੀ ਹੁੰਦੇ ਆ ਉਹ ਉਸੇ ਮਤਲਬ ਕਿ ਅਨੁਸਾਰ ਇਸ ਨੂੰ ਗਾ ਕੇ ਲੋਕਾਂ ਦੇ ਵਿੱਚ ਸੁਣਾਉਂਦੇ ਨੇ, ਤੇ ਬੜੀ ਹੀ ਮਜ਼ੇ ਦੀ ਗੱਲ ਹੈ। ਉਹ ਸੀਨ ਹੀ ਬੜਾ ਵਧੀਆ ਹੁੰਦਾ ਹੈ, ਤੇ ਬੜੇ ਲੋਕਾਂ ਤੱਕ ਪਹੁੰਚਣ ਦੀ, ਲੋਕਾਂ ਤੱਕ ਜਾਣ ਦੀ ਇਹ ਇੱਕ ਬਹੁਤ ਹੀ ਵਧੀਆ ਵਿਧੀ ਹੈ, ਕਿਉਂਕਿ ਸਾਰਿਆਂ ਨਾਲੋਂ ਪੁਰਾਣੀ ਆਹੀ ਹੈ। ਸਭ ਤੋਂ ਪੁਰਾਣਾ ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਵਿਰਸਾ ਹੈ, ਉਹ ਇਹੀ ਹੈ। ਮਾਲਵੇ ਦੀ ਕਵਿਸ਼ਰੀ ਅੱਜ ਤੱਕ ਮਸ਼ਹੂਰ ਹੈ, ਤੇ ਮਸ਼ਹੂਰ ਹੀ ਰਹੇਗੀ। ਤੇ ਪਰ ਦੁਖਾਂਤ ਹੈ ਕਿ ਇਸ ਤੋਂ ਥੋੜੇ ਜਿਹੇ ਲੇਖਕ ਵੀ ਪਾਸੇ ਹੁੰਦੇ ਜਾਂਦੇ ਆ, ਤੇ ਸਰੋਤੇ ਤਾਂ ਮੈਂ ਨਹੀਂ ਕਹੂੰਗਾ ਕਿ ਪਾਸੇ ਹੋ ਗਏ, ਕਿਉਂਕਿ ਉਹ ਤਾਂ ਤਿਆਰ ਬੈਠੇ ਆ, ਸੱਚੀ ਕਹਿਣਾ ਸੁਣਨ ਨੂੰ ਤਿਆਰ ਹੈ। ਦੇਖੋ ਮੈਡਮ, ਮਾਫ ਕਰਨਾ ਕਿ ਕੀ ਹੈ, ਬਹੁਤ ਹੀ ਸਤਿਕਾਰਯੋਗ ਉਹ ਮੇਰੇ ਵੀਰ ਲੇਖਕ ਨੇ ਜਿਹੜੇ ਗਜ਼ਲ ਵਗੈਰਾ ਲਿਖਦੇ ਨੇ। ਸੋ ਜੋ ਗਜ਼ਲ ਹੈ ਉਹਨੂੰ ਸੁਣਨ ਵਾਲੇ ਸਰੋਤੇ ਲਟਰੇਰੀ ਹੋ ਸਕਦੇ ਹੈ। ਅਗਰ ਉਸ ਨੂੰ ਜਾ ਕੇ ਅਸੀਂ ਇੱਕ ਪਿੰਡ ਦੀ ਸੱਥ ਵਿੱਚ ਇਹ ਗੱਲ ਰੱਖ ਦਈਏ ਨਾ, ਤਾਂ ਉਹਦੇ ਸਰੋਤੇ ਘਟ ਜਾਣਗੇ। ਸੋ ਜੋ ਕਵਿਸ਼ਰੀ ਹੈ ਉਹਦੀ ਗੱਲ ਇਹੀ ਹੈ ਕਿ ਇਹਨੂੰ ਕਿੱਥੇ ਲੈ ਜਾਓ, ਇਹਦੇ ਸਰੋਤੇ ਤਮਾਮ ਨੇ, ਤਮਾਮ ਨੇ, ਤਮਾਮ ਨੇ। ਸਹੀ ਕਿਹਾ, ਇਹਦੇ ਸਰੋਤੇ ਤਮਾਮ ਨੇ, ਤੇ ਸਭ ਤੋਂ ਪੁਰਾਣੀ ਇਹ ਤਰੀਕਾ ਹੈ, ਤੇ ਸਭ ਤੋਂ ਪਹਿਲਾਂ ਛੰਦ ਹੀ ਲਿਖੇ ਜਾਂਦੇ ਸੀ। ਠੀਕ ਹੈ ਨਾ, ਤੇ ਬਹੁਤ ਵਧੀਆ ਗੱਲ ਹੈ ਕਿ ਛੰਦਾਂ ਨੂੰ ਤੁਸੀਂ ਜਿਉਂਦਾ ਰੱਖਿਆ। ਬਿਲਕੁਲ। ਹਾਂਜੀ, ਤੇ ਇਹਦੇ ਵਿੱਚ ਖਾਸ ਇਹ ਵੀ ਹੁੰਦਾ ਵੀ ਯੋਗਦਾਨ ਹੁੰਦਾ ਪਰਿਵਾਰ ਚੋਂ ਤੁਹਾਡੇ ਕੋਈ ਖਾਸ ਰੁਚੀ ਰੱਖਦਾ ਹੋਵੇ? ਹਾਂਜੀ, ਇਹਦੇ ਵਿੱਚ ਕੀ ਸੀਗਾ ਕਿ ਮੇਰੇ ਮਾਮਾ ਜੀ ਵੀ ਬਹੁਤ ਉੱਚ ਕੋਟੀ ਦੇ ਸ਼ਾਇਰ ਸਨ, ਸਰਦਾਰ ਜੋਗਿੰਦਰ ਸਿੰਘ ਜੀ। ਉਸ ਤੋਂ ਬਾਅਦ ਬ੍ਰਹਮਲੀਨ ਸਰਦਾਰ ਰਾਮ ਸਿੰਘ ਜੀ, ਮੇਰੇ ਫਾਦਰ ਸਾਹਿਬ, ਉਹਨਾਂ ਨੂੰ ਬੜਾ ਸ਼ੌਂਕ ਸੀ ਇਸ ਗੱਲ ਦਾ ਕਿ ਸਾਡਾ ਵੀ ਕੋਈ ਬੱਚਾ ਇਸ ਤਰੀਕੇ ਦੀ ਵਿਧਾ ਨੂੰ ਅਪਣਾਵੇ ਤੇ ਉਸ ਨੂੰ ਕਾਇਮ ਰੱਖੇ। ਸੋ ਮੈਨੂੰ ਐ ਵੀ ਇਹ ਮੈਨੂੰ ਪਿਛੋਕੜ ਵਿੱਚੋਂ ਹੀ ਸਾਰੀ ਕੁਛ ਮਿਲਿਆ ਜੀ। ਤੇ ਉਸ ਤੋਂ ਬਾਅਦ ਮੇਰੇ ਗੁਰੂ ਜੀ ਆ ਜੋ, ਉਹਨਾਂ ਤੋਂ ਮੈਂ ਸਾਰਾ ਕੁਝ ਸਿੱਖਦਾ ਰਹਿਣਾ। ਸੋ ਮੈਂ ਉਹਨਾਂ ਬਾਰੇ ਵੀ ਇੱਕ ਗੱਲ, ਉਹ ਦਰਜਾ ਉੱਤਮ ਹੈ ਗੁਰੂ ਦਾ ਪਿਤਾ ਨਾਲੋਂ, ਦੇ ਕੇ ਗਿਆਨ ਜੋ ਨੇਤਰ ਖੋਲ ਦਿੰਦਾ, ਬਹੁਤ ਖੂਬੀ, ਖੋਟ ਕੱਢ ਕੇ ਮਿੱਟੀ ਦੇ ਬੁੱਤ ਵਿੱਚੋਂ, ਬਾਂਗ ਹੇਮ ਦੇ ਤੱਕੜੀ ਤੋਲ ਦਿੰਦਾ, ਤਪਦੇ ਹਿਰਦੇ ਨੂੰ ਸੀਤ ਸਮਾਨ ਕਰਦਾ, ਬੋਲਾਂ ਵਿੱਚ ਵੀ ਮਿਸ਼ਰੀ ਕੋਲ ਦਿੰਦਾ, ਕੋਈ ਮੰਨੇ ਤੇ ਚਾਹੇ ਨਾ ਮੰਨੇ, ਗੁਰੂ ਭਮਿਆ ਚੀਜ਼ ਅਨਮੋਲ ਦਿੰਦਾ, ਗੁਰੂ ਭਮਿਆ ਚੀਜ਼ ਅਨਮੋਲ ਦਿੰਦਾ। ਸੋ ਉਹਨਾਂ ਦਾ ਤੋਂ ਹੀ ਸਾਰਾ ਕੁਝ ਪ੍ਰਾਪਤੀ ਹੈ ਜੀ। ਸਹੀ ਕਿਹਾ, ਗੁਰੂ ਬਿਨਾਂ ਗਤ ਨਹੀਂ, ਇਹ ਤਾਂ ਆਪਣੇ ਗੁਰੂ ਜੀ ਨੇ ਕਿਹਾ ਗਏ ਨੇ, ਤੇ ਸਹੀ ਕਿਹਾ। ਤੇ ਇਸੇ ਦੌਰਾਨ ਸਾਡੇ ਨਾਲ ਮਰ ਜਾਣਾ ਗਿੱਲ ਜੀ ਨੇ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਾਡੇ ਵੱਲੋਂ ਵੀ ਪਿਆਰ ਸਤਿ ਸ਼੍ਰੀ ਅਕਾਲ ਜੀ। ਤੇ ਅੰਮ੍ਰਿਤ ਰਾਏ ਜੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਉਹਨਾਂ ਨੇ ਪ੍ਰਸ਼ਨ ਪੁੱਛਿਆ, ਕਹਿੰਦੇ ਜੀ ਭੰਮੇ ਸਰ ਤੋਂ ਪੁੱਛ ਕੇ ਦੱਸੋ ਵੀ ਕੀ ਉਹ ਮਿੰਨੀ ਕਹਾਣੀ ਲਿਖਦੇ ਸੀ ਜਾਂ ਵੱਡੀ ਕਹਾਣੀ? ਨਹੀਂ, ਮੈਂ ਮਿੰਨੀ ਕਹਾਣੀ ਨਹੀਂ ਲਿਖੀ ਸੀ ਜੀ, ਮੈਂ ਪੂਰੀ ਕਹਾਣੀ ਲਿਖਦਾ ਸੀ ਜੀ। ਅੱਛਾ ਜੀ, ਮਤਲਬ ਤੁਸੀਂ ਕਹਾਣੀ ਦੇ ਨਾਲ ਸੰਬੰਧਿਤ ਹੋ ਤੇ ਪੂਰੀ ਕਹਾਣੀ ਲਿਖਦਾ ਸੀ। ਹਾਂਜੀ, ਤੇ ਕੋਈ ਕਿਤਾਬ ਵੀ ਆਈ ਤੁਹਾਡੀ ਕਹਾਣੀ ਬਾਰੇ? ਨਹੀਂ, ਉਹ ਫਿਰ ਉਸ ਸਮੇਂ ਦੇ ਉੱਤੇ ਮੈਂ ਇਹਨੂੰ ਛੱਡ ਦਿੱਤਾ ਕਹਾਣੀ ਨੂੰ, ਤੇ ਉਹ ਮੈਂ ਫਿਰ ਇੱਧਰ ਆ ਗਿਆ, ਕਵਿਸ਼ਰੀ ਵਿਧਾ ਵਿੱਚ ਆ ਗਿਆ, ਇਸ ਕਰਕੇ ਉਹ ਛਪ ਨਹੀਂ ਸਕੀਆਂ। ਪਰ ਲੋਕ ਲਹਿਰ ਅਖਬਾਰ ਨੇ ਤਕਰੀਬਨ ਸਾਰੀਆਂ ਛਾਪਤੀਆਂ ਸੀ ਜਿੰਨੀਆਂ ਕਿ ਮੈਂ ਲਿਖੀਆਂ ਸਨ ਉਸ ਸਮੇਂ ਦੇ ਵਿੱਚ।
ਤੇ ਇਸੇ ਸਮੇਂ ਦੌਰਾਨ ਸੁਖਵਿੰਦਰ ਸੁਖੀ ਭੀਖੀ ਜੀ ਦਾ ਵੀ ਸਾਨੂੰ ਮੈਸੇਜ ਆਇਆ, ਕਹਿੰਦੇ ਬਹੁਤ ਬਹੁਤ ਵਧੀਆ ਪੰਮੇ ਜੀ। ਪੰਮੇ ਜੀ, ਜਿੱਥੇ ਤੱਕ ਅੱਜ ਦੇ ਲੋਕਾਂ 'ਚ ਕਿੱਸਿਆਂ ਦਾ ਹੈਗਾ ਕਿ ਕਿਸੇ ਬਹੁਤ ਦੂਰ ਹੋ ਚੁੱਕੇ ਨੇ ਲੋਕਾਂ ਤੋਂ, ਲੋਕ ਕਿੱਸਿਆਂ ਨੂੰ ਪਸੰਦ ਨਹੀਂ ਕਰਦੇ, ਫਿਰ ਅੱਜ ਦੇ ਟਾਈਮ 'ਚ ਤੁਹਾਨੂੰ ਕਿੱਸਿਆਂ ਨੂੰ ਪਾਠਕਾਂ ਤੱਕ ਕਿੰਨਾ ਕੁ ਮਾਣ ਦਿੱਤਾ, ਕਿ ਕਿੰਨਾ ਕੁ ਮਾਣ ਪ੍ਰਾਪਤ ਹੋਇਆ ਵੀ ਪਾਠਕਾਂ ਨੇ ਕਿੰਨਾ ਕੁ ਤੁਹਾਨੂੰ? ਹਾਂ ਜੀ, ਵੈਸੇ ਤਾਂ ਸੁਖੀ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਹੋ ਰਹੇ ਆ, ਪਰ ਮੈਂ ਥੋੜਾ ਜਿਹਾ ਇਹ ਤੋਂ ਪਾਸੇ ਹਟ ਕੇ ਗੱਲ ਕਰਾਂ ਕਿ ਮੈਨੂੰ ਨਹੀਂ ਲੱਗਦਾ ਇਹ ਜਿਹਾ ਲੱਗਿਆ ਕਦੇ ਕਿ ਹੋ ਰਿਹਾ, ਕਿਉਂਕਿ ਜਿੱਥੋਂ ਵੀ ਅਸੀਂ ਕਿਸੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਆ, ਜਿੱਥੇ ਚਾਹੇ ਕੋਈ ਪਿੰਡੂ ਖੇਡ ਮੇਲਾ ਹੈ ਜਾਂ ਪਿੰਡੂ ਮੇਲੇ ਨੇ ਸਾਡੇ ਜਿਹੜੇ ਪਿੰਡਾਂ ਵਿੱਚ ਲੱਗਦੇ ਰਹਿੰਦੇ ਆ, ਉੱਥੇ ਜਾ ਕੇ ਜਦੋਂ ਅਸੀਂ ਇਸ ਵਿਧਾ ਨੂੰ ਲੋਕਾਂ ਵਿੱਚ ਲੈ ਕੇ ਜਾਂਦੇ ਆ, ਸੱਚ ਕਹਿਣਾ ਕਿ ਸਾਨੂੰ ਘੱਟੋ ਘੱਟ 7-8 ਵੱਜ ਜਾਂਦੇ ਆ, ਕਿਉਂਕਿ ਹੋਰ ਵੀ ਸਾਰੇ ਕਵੀਸ਼ਰ ਲੋਕ ਆ ਜਿਹੜੇ ਉੱਥੇ ਆਏ ਹੁੰਦੇ ਆ ਤੇ ਬੜੇ ਪ੍ਰੇਮ ਭਾਵ ਨਾਲ ਲੋਕ ਇਹਨਾਂ ਕਥਾਵਾਂ ਨੂੰ ਸੁਣਦੇ ਆ, ਕਿਉਂਕਿ ਇਹਦੇ ਵਿੱਚ ਲੱਚਰਤਾ ਦਾ ਤਾਂ ਕੋਈ ਨਾਮ ਨਿਸ਼ਾਨ ਹੀ ਨਹੀਂ। ਇਹਦੇ ਵਿੱਚ ਤਾਂ ਸਿਰਫ ਕਿਸੇ ਸੂਰਮੇ ਦੀ, ਕਿਸੇ ਭਗਤ ਦੀ ਗਾਥਾ ਨੂੰ ਹੀ ਮਤਲਬ ਲੋਕਾਂ ਤੱਕ ਲੈ ਕੇ ਜਾਇਆ ਜਾਂਦਾ ਹੈਗਾ। ਹੋਰ ਨਾ ਹੋਰ ਜੋ ਸਾਡੀ ਗੱਲ ਹੈਗੀ ਆ, ਮੈਂ ਸਿਹਤ ਮਹਿਕਮੇ ਦਾ ਇੱਕ ਸਿਪਾਹੀ ਹੋਣ ਦੇ ਨਾਤੇ ਜਿੰਨੀਆਂ ਵੀ ਗੱਲਾਂ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਆ ਗਈਆਂ, ਉਹਨਾਂ ਨੂੰ ਅਸੀਂ ਕਾਬ ਰੂਪ ਦਿੱਤਾ ਹੋਇਆ ਹੈਗਾ। ਇਸ ਕਰਕੇ ਜਦੋਂ ਅਸੀਂ ਲੋਕਾਂ ਵਿੱਚ ਜਾਂਦੇ ਹਾਂ ਤੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਮਿਲਦਾ, ਬੜਾ ਪ੍ਰੇਮ ਮਿਲਦਾ। ਉਸ ਸਮੇਂ ਦਾ ਸਕੂਨ ਹੈ ਜਿਹੜਾ, ਉਹਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ ਇੰਨਾ। ਹਾਂਜੀ, ਇਹ ਗੱਲ ਤਾਂ ਹੈਗੀ ਤੇ ਮੇਰੇ ਖਿਆਲ 'ਚ ਸੁਖੀ ਜੀ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਊਗਾ ਤੇ ਅੰਮ੍ਰਿਤ ਜੀ ਨੂੰ ਵੀ ਉਹਨਾਂ ਦਾ ਜਵਾਬ ਮਿਲ ਗਿਆ ਕਿ ਕਹਾਣੀਆਂ ਵੱਡੀਆਂ ਲਿਖਦੇ ਸੀਗੇ। ਤੇ ਜਸ ਬਰਾੜ ਜੀ ਦਾ ਮੈਸੇਜ ਆਇਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਇਜ਼ ਰਨਿੰਗ ਸੋ ਨਾਈਸ। ਹਾਂਜੀ, ਸ਼ੁਕਰੀਆ, ਤੁਹਾਡੇ ਨਾਲ ਹੀ ਪ੍ਰੋਗਰਾਮ ਨਾਈਸ ਹੈਗਾ ਤੇ ਜਿੰਨਾ ਚਿਰ ਸਰੋਤੇ ਨਹੀਂ ਹੋਣਗੇ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਡਾ ਵੀ ਨਹੀਂ ਜੀ ਲੱਗਣਾ ਹੈਗਾ। ਤੁਹਾਡੀ ਉਡੀਕ ਰਹਿੰਦੀ ਹੈ, ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹੋ। ਤੇ ਪੰਮੇ ਜੀ, ਤੁਸੀਂ ਇਸ ਤੋਂ ਇਲਾਵਾ ਵੀ ਛੰਦ ਬਹੁਤ ਲਿਖੇ ਨੇ, ਮਤਲਬ ਫੁਟਕਲ ਛੰਦ ਬਹੁਤ ਜ਼ਿਆਦਾ ਲਿਖੇ ਨੇ। ਤੇ ਵੈਸੇ ਇਹ ਹੁੰਦਾ ਵੀ ਤੁਹਾਡਾ ਪਸੰਦੀਦਾ ਛੰਦ ਕਿਹੜਾ ਹੈਗਾ ਜਿਹਦੇ 'ਚ ਤੁਹਾਨੂੰ ਲਿਖ ਕੇ ਸਾਰਿਆਂ ਨਾਲੋਂ ਵੱਧ ਵਧੀਆ ਲੱਗਦਾ? ਹਾਂਜੀ, ਵੇਖੋ ਉਹ ਤਾਂ ਸਾਰੇ ਬਹੁਤ ਵਧੀਆ ਹੈਗੇ ਆ, ਸਾਰੇ ਹੀ ਬਹੁਤ ਵਧੀਆ ਤੇ ਮੈਨੂੰ ਤਾਂ ਸਾਰੇ ਵਧੀਆ ਲੱਗਦੇ ਆ। ਹਾਂਜੀ, ਕਿਉਂਕਿ ਕਵੀ ਦੀ ਕਲਮ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਅੱਖਰ ਹੀ ਉਹਦਾ ਬੜਾ, ਉਹਦੇ ਜਿਵੇਂ ਆਰਬੀਸੀ ਹੁੰਦੇ ਨਾ ਸਰੀਰ ਦੇ ਵਿੱਚ, ਉਵੇਂ ਜ਼ਿਕਰ ਉਹਦਾ ਆਰਬੀਸੀ ਹੁੰਦਾ ਉਹ। ਸਹੀ, ਮੇਰੇ ਤਾਂ ਸਾਰੇ ਆਰਬੀਸੀ ਆ ਤੇ ਮੈਨੂੰ ਤਾਂ ਸਾਰੇ ਵਧੀਆ ਲੱਗਦੇ ਮੈਡਮ। ਹਾਂਜੀ, ਚਲੋ ਇਹ ਵੀ ਗੱਲ ਸਹੀ ਹੈ, ਤੁਸੀਂ ਬੜੀ ਚਤੁਰਾਈ ਨਾਲ ਜਵਾਬ ਦੇਤਾ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਕਿਹੜੇ ਛੰਦ ਦੇ ਉੱਪਰ ਜਿਹੜਾ ਤੁਹਾਨੂੰ ਸਭ ਤੋਂ ਵੱਧ ਹੱਥ ਫਿਰਿਆ ਵਾ, ਵੀ ਤੁਹਾਨੂੰ ਇਹ ਲੱਗਦਾ ਵੀ ਇਹ ਛੰਦ 'ਚ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਕਹੀ ਜਾ ਸਕਦੀ ਹੈ? ਹਾਂਜੀ, ਸੋ ਮੈਂ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਇਹ, ਇਹਦਾ ਮਤਲਬ ਇਹ ਹੋਇਆ ਕਿ ਮੈਂ ਇੱਕ ਬੇਨਤੀ ਕਰਾਂ ਕਿ ਜਿੰਨੀਆਂ ਵੀ ਸਾਡੀਆਂ ਸਿਹਤ ਦੀਆਂ ਸਹੂਲਤਾਂ ਹੈਗੀਆਂ ਜਾਂ ਸਿਹਤ ਦੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ, ਉਹਦੇ ਉੱਤੇ ਜਿਹੜਾ ਛੰਦ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਮੈਂ ਛੰਦ ਲਿਖਿਆ, ਤੋ ਮੈਂ ਜਿਹੜੇ ਵਿਸ਼ੇ ਜਾਂ ਸਬਜੈਕਟ ਨੂੰ ਚੁਣਦਾਗਾ ਉਹ ਇਹੋ ਜਿਹੇ ਹੁੰਦੇ ਆ ਕਿ ਉਹ ਕਿਸੇ ਨੇ ਨਹੀਂ ਲਿਖਿਆ ਹੁੰਦਾ ਪਹਿਲਾਂ। ਮੈਂ ਰੀ ਨਹੀਂ ਕਰਦਾ ਕਿ ਪਹਿਲਾਂ ਜੇ ਕਿਸੇ ਵਿਸ਼ੇ ਤੇ ਕੁਝ ਲਿਖਿਆ ਗਿਆ ਹੈ ਤੇ ਸੱਚੀ ਮੈਂ ਉਹਨੂੰ ਅਵਾਇਡ ਹੀ ਕਰਦਾ ਕਿ ਇਹਦੇ ਤੇ ਦੂਜੀ ਵਾਰੀ ਨਾ ਲਿਖਿਆ ਜਾਵੇ। ਹਾਂਜੀ, ਤੋ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਵਧੀਆ ਲੱਗਿਆ ਸਾਰਿਆਂ ਨੂੰ ਪਹਿਲਾਂ ਕਿ ਇੱਕ ਲੋਕਾਂ ਦੇ ਵਿੱਚ ਸੰਦੇਸ਼ਾ ਸੀਗਾ ਤੇ ਅੱਜ ਵੀ ਉਹ ਸੰਦੇਸ਼ਾ ਜਿਹੜਾ ਇੱਕ ਤਰ੍ਹਾਂ ਦੀ ਪੂਰਨ ਜਾਣਕਾਰੀ ਭਰਪੂਰ ਵਿਸ਼ਾ ਹੈਗਾ ਕਿ ਮਾਂ ਦਾ ਜਿਹੜਾ ਬੋਲਾ ਦੁੱਧ ਹੈ ਉਹ ਤੋਂ ਅਸੀਂ ਪਾਸੇ ਹੁੰਦੇ ਜਾਂਦੇ ਹਾਂ। ਹਾਂਜੀ, ਸੋ ਸਾਡੇ ਵਿੱਚ ਨਾ ਜਿਹੜੀਆਂ ਆਮ ਲੇਡੀਜ਼ ਜਿਹੜੀਆਂ ਹੈਗੀਆਂ ਅੱਜ ਕੱਲ੍ਹ ਜਦੋਂ ਡਿਲੀਵਰ ਹੁੰਦੀਆਂ ਗਈਆਂ ਜਾਂ ਡਿਲੀਵਰੀ ਦਾ ਸਮਾਂ ਆਉਂਦਾ ਹੈ ਤਾਂ ਉਹਨਾਂ ਦੇ ਦਿਮਾਗ ਵਿੱਚ ਇਹੀ ਗੱਲ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਉਹ ਦੁੱਧ ਨਾ ਪੀਵੇ ਤੇ ਮੈਂ ਇਹਨੂੰ ਉਹਦੇ ਸ਼ੀਸ਼ੀ ਜਾਂ ਚੁੰਬਣੀ ਤੇ ਲਾ ਦੇਵਾਂ। ਤਾਂ ਉਹ ਉਹਨਾਂ ਦੇ ਦਿਮਾਗ ਵਿੱਚ ਇੱਕ ਇਹ ਗੱਲ ਬੜੀ ਹੋਈ ਹੈ ਕਿ ਅਗਰ ਮੈਂ ਬੱਚੇ ਨੂੰ ਦੁੱਧ ਪਿਲਾਉਂਗੀ ਤਾਂ ਹੋ ਸਕਦਾ ਮੇਰੀ ਬਿਊਟੀ ਦੇ ਵਿੱਚ ਕੋਈ ਅੰਤਰ ਆ ਜੇ। ਸੋ ਇਹਨਾਂ ਦੀਆਂ ਜਿਹੜੀਆਂ ਇਹ ਪ੍ਰੋਬਲਮ ਸੀ ਇਹਨਾਂ ਨੂੰ ਲੈ ਕੇ ਮੈਂ ਜਿਹੜਾ ਛੰਦ ਲਿਖਿਆ ਬੜਾ ਹੀ ਮੈਨੂੰ ਇਹਦੇ ਵਿੱਚ ਮਿਲਿਆ, ਕਿਉਂਕਿ ਇਹ ਜਿਹੜੀ ਸਾਰੀ ਕਿਤਾਬ ਸੀ ਸੁੱਖਾਂ ਲੱਦੇ ਸੰਦੇਹ, ਉਹਦੇ ਵਿੱਚ ਇਹ ਛੰਦ ਸੀਗਾ ਤੇ ਇਸ ਨੂੰ ਅਸੀਂ ਮੋਹਾਲੀ ਵਿਖੇ ਰਿਲੀਜ਼ ਕੀਤਾ ਗਿਆ। ਮੋਹਾਲੀ 6 ਫੇਸ ਦੇ ਵਿੱਚ ਸਾਡਾ ਟ੍ਰੇਨਿੰਗ ਸੈਂਟਰ ਹੈ ਸਿਹਤ ਵਿਭਾਗ ਦਾ, ਉੱਥੇ ਇਹਨੂੰ ਰਿਲੀਜ਼ ਕੀਤਾ। SK ਬਾਂਸਲ ਸਾਹਿਬ ਸਾਡੇ ਡਾਇਰੈਕਟਰ ਸਨ ਉਸ ਸਮੇਂ ਤੇ ਕਾਰਪੋਰੇਸ਼ਨ ਦੇ, ਉਹਨਾਂ ਨੇ ਇਹ ਕੀਤਾ ਤੇ ਜਦੋਂ ਮੈਂ ਇਹ ਉੱਥੇ ਅਸੀਂ ਕਵਿਤਾ ਬੋਲੀ ਮਾਂ ਦੇ ਦੁੱਧ ਦੀ ਤੇ ਬੜੀ ਹੀ ਮੈਨੂੰ ਵਧੀਆ ਲੱਗੀ ਤੇ ਤੁਹਾਡੇ ਨਾਲ ਸਾਂਝੀ ਵੀ ਕਰਦਾ। ਹਾਂਜੀ, ਜ਼ਰੂਰ ਜੀ। ਇਹ ਜੋ ਹੈ ਕੇਸਰੀ ਛੰਦ ਕਹਿੰਦੇ ਆ ਇਸ ਨੂੰ, ਇਸ ਦਾ ਨਾਮ ਹੈ ਕੇਸਰੀ ਛੰਦ ਜਾਂ ਮੁਕੰਦ ਛੰਦ ਵੀ ਕਹਿ ਦਿੰਦੇ ਆ ਦੇ ਵਿੱਚ। ਠੀਕ ਹੈ। ਉਹ ਸੁਣ ਲੋ ਭਰਾਵੋ ਮੈਂ ਸੁਣਾਵਾਂ ਗੱਲ ਜੀ, ਮਾਂ ਦੇ ਦੁੱਧ ਬਿਨਾ ਬਣਦਾ ਨਾ ਮੱਲ ਜੀ, ਜਿਹਨੇ ਦੁੱਧ ਚੁੰਗਿਆ ਨਾ ਢੁੱਡ ਮਾਰ ਕੇ, ਕਿੱਥੋਂ ਮੋੜ ਲਿਆਊ
ਗਾ ਡੰਗਰ ਚਾਰ ਕੇ। ਉਹ ਮਾਂ ਦਾ ਦੁੱਧ ਮਿਲੇ ਕਿਸੇ ਨਾ ਦੁਕਾਨ ਤੇ, ਇਹਦੇ ਨਾਲੋਂ ਚੰਗੀ ਚੀਜ਼ ਨਾ ਜਹਾਨ ਤੇ। ਹੋਵੇ ਨਾ ਗਰਮ ਮਾਂ ਤਾਂ ਦਿੰਦੀ ਠਾਰ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ। ਉਹ ਮਾਂ ਦੇ ਦੁੱਧ ਵਿੱਚ ਤੱਤ ਤਾਂ ਅਨੇਕ ਨੇ, ਰੋਗ ਵਾਲੇ ਤੱਤਾਂ ਤਾਈ ਦਿੰਦੇ ਸੇਕ ਨੇ। ਚੁੰਗੇ ਨਾ ਜਬਾਲ ਤਾਂ ਚੰਗਾਓ ਤਾੜ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ। ਉਹ ਬੌਲਾ ਦੁੱਧ ਮਾਂ ਦਾ ਮਿਲੇ ਇੱਕੋ ਵਾਰ ਜੀ, ਭਾਵੇਂ ਹੋਵੇ ਕਾਮਾ ਭਾਵੇਂ ਸ਼ਾਹੂਕਾਰ ਜੀ। ਮਾਂ ਬੌਲਾ ਦੁੱਧ ਦੇਵੇ ਜਿੰਦੜੀ ਨੂੰ ਵਾਰ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ। ਉਹ ਮਾਂ ਦਾ ਦੁੱਧ ਬਿਨਾ ਰੱਜ ਨਹੀਂ ਆਮਦਾ, ਥਣ ਦੇ ਭਲੇਖੇ ਮੂੰਹ 'ਚ ਗੂਠਾ ਪਾਵਦਾ। ਦੁੱਧ ਨਹੀਂ ਆਉਂਦਾ ਰੋਈ ਜਾਂਦਾ ਹਾਰ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ। ਉਹ ਮਾਂ ਦਾ ਦੁੱਧ ਪੀਂਦਾ ਜਿਹੜਾ ਰੀਝ ਨਾਲ ਜੀ, ਮਿਰਗਾਂ ਦੇ ਵਾਂਗ ਮਾਰ ਜਾਂਦਾ ਛਾਲ ਜੀ। ਉਹ ਬਣਦਾ ਸ਼ਿਕਾਰੀ ਸ਼ੀਹਾਂ ਨੂੰ ਮਾਰ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ। ਉਹ ਮਾਂ ਦਾ ਦੁੱਧ ਨੇਤਰ ਤੀਜੇ ਨੂੰ ਖੋਲਦਾ, ਪੰਮਿਆਂ ਦਾ ਮੁੰਡਾ ਨਹੀਂ ਝੂਠ ਬੋਲਦਾ। ਰਿਸ਼ੀਆਂ ਨੇ ਸਿੱਧ ਕਰਤਾ ਵਿਚਾਰ ਕੇ, ਕਿੱਥੋਂ ਮੋੜ ਲਿਆਊ ਗਾ ਡੰਗਰ ਚਾਰ ਕੇ, ਕਿੱਥੋਂ ਮੋੜ ਲਿਆਊ। ਸੋ ਇਹ ਜਿਹੜੀ ਕਵਿਤਾ ਸੀ, ਹਾਂਜੀ, ਇਹ ਜਿਹੜਾ ਛੰਦ ਸੀ ਮਾਂ ਦੇ ਦੁੱਧ ਬਾਰੇ ਲਿਖਿਆ। ਤੇ ਮੈਨੂੰ ਇਸ ਗੱਲ ਦਾ ਗੁਮਾਨ ਨਹੀਂ ਮੈਂ ਕਰਦਾ, ਹਉਮੈ ਵਿੱਚ ਨਹੀਂ ਗੱਲ ਕਰਦਾ, ਮੈਨੂੰ ਮਾਣ ਆ ਕਿ ਇਸ ਵਿਸ਼ੇ ਉੱਤੇ ਅੱਜ ਤੱਕ ਨਹੀਂ ਕਿਸੇ ਨੇ ਸੁਣਿਆ। ਮੈਨੂੰ ਐ ਲੱਗਦਾ ਵੀ ਸਰੋਤਾਂ ਤੱਕ ਵੀ ਇਹ ਗੱਲ ਗਈ ਹੋਣੀ ਆ, ਉਹਨਾਂ ਨੇ ਵੀ ਮਹਿਸੂਸ ਕੀਤਾ ਹੋਣਾ ਕਿ ਅੱਜ ਤੱਕ ਉਹ ਬੜੇ ਸੰਗੀਤ ਪ੍ਰੇਮੀ ਹੈ ਤੇ ਬੜੀ ਕਵਿਤਾ ਪ੍ਰੇਮੀ ਹੋਣਗੇ, ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਨਹੀਂ ਸੁਣਿਆ ਹੋਊਗਾ। ਹਾਂਜੀ ਹਾਂਜੀ, ਸਹੀ ਗੱਲ ਆ, ਸਹੀ ਗੱਲ ਆ। ਤੇ ਇਸੇ ਸਮੇਂ ਦੌਰਾਨ ਸਾਨੂੰ ਅੰਮ੍ਰਿਤ ਇਹ ਫਰਮਾਇਸ਼ੀ ਮਹਿਮੀ ਜਿਹੜੀ ਜੋ ਅਸੀਂ ਹੁਣੇ ਪੂਰੀ ਕੀਤੀ ਆ, ਤੇ ਇਸ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਅੰਮ੍ਰਿਤ ਰਾਏ ਜੀ ਦਾ ਮੈਸੇਜ ਸਾਡੇ ਕੋਲ ਪਹੁੰਚ ਗਿਆ। ਉਹ ਕਹਿ ਰਹੇ ਨੇ, ਕਹਿੰਦੇ ਸ਼੍ਰੀਮਾਨ ਜੀ, ਜਿੱਥੋਂ ਤੱਕ ਮੈਂ ਕਿੱਸੇ ਪੜ੍ਹੇ ਨੇ ਤਾਂ ਮੈਂ ਮਹਿਸੂਸ ਕੀਤਾ ਕਿ ਇਨਸਾਨ ਦੀ ਪਹਿਲੀ ਰੂਹ ਦੀ ਖੁਰਾਕ ਕਿੱਸੇ ਪੂਰੀ ਕਰਦੇ ਨੇ। ਸਹੀ ਕਿਹਾ ਜੀ, ਬਹੁਤ ਖੂਬ। ਤੇ ਕਹਿੰਦੇ ਮੈਂ ਸਕੂਲ ਦੇ ਦੌਰਾਨ ਕਿੱਸੇ ਪੜ੍ਹੇ ਸੀਗੇ ਤੇ ਮੈਨੂੰ ਬਹੁਤ ਸਕੂਨ ਮਿਲਦਾ ਸੀਗਾ। ਇਸ ਤਰ੍ਹਾਂ ਤੁਸੀਂ ਆਪਣੀ ਕਿਸੇ ਕਿਤਾਬ ਦਾ ਨਾਮ ਦੱਸੋ ਤਾਂ ਕਿ ਮੈਂ ਆਧੁਨਿਕ ਕਿੱਸਿਆਂ, ਜਿਹਦੇ 'ਚ ਆਧੁਨਿਕ ਕਿੱਸੇ ਜ਼ਰੂਰ ਜੀ। ਤੁਸੀਂ ਪੰਮੇ ਜੀ ਦੀਆਂ ਕਿਤਾਬਾਂ ਅੰਮ੍ਰਿਤ ਜੀ ਖਰੀਦ ਸਕਦੇ ਹੋਗੇ, ਸੁੱਖਾਂ ਲੱਦੇ ਸੁਨੇਹੇ, ਦੋ ਪ੍ਰੀਤ ਕਿੱਸੇ। ਤੇ ਇਸ ਨੂੰ ਲੈਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਦਰਸ਼ਨ ਸਿੰਘ ਪੰਮੇ ਜੀ ਦਾ, 9463023656। ਇਹਨਾਂ ਨੂੰ ਕਦੋਂ ਵੀ, ਹਾਂਜੀ। ਤੇ ਇਹਨਾਂ ਦੀਆਂ ਹੋਰ ਕਿਤਾਬਾਂ ਨੇ, ਮੈਂ ਤੁਹਾਨੂੰ ਸਾਰੀਆਂ ਕਿਤਾਬਾਂ ਦੇ ਨਾਮ ਦੱਸ ਦਿੰਦੀ ਹਾਂ ਸਾਰੇ ਸਰੋਤਿਆਂ ਨੂੰ। ਸੁੱਖਾਂ ਲੱਦੇ ਸੁਨੇਹੇ, ਦੋ ਪ੍ਰੀਤ ਕਿੱਸੇ, ਸੱਸੀ ਤੇ ਪੁੰਨੂ, ਲੈਲਾ ਮਜਨੂ, ਭਗਤ ਰਵਿਦਾਸ, ਅੱਖਰ ਬੋਲ ਪਏ, ਇਕਲਵਿਆ, ਮਾਤਾ ਗੰਗਾ, ਸ਼ਿਵਜੀ ਪਾਰਵਤੀ। ਇਸ ਤੋਂ ਇਲਾਵਾ ਵੀ ਇਹਨਾਂ ਨੇ ਫੁਟਕਲ ਛੰਦ 100 ਦੇ ਕਰੀਬ ਇਹਨਾਂ ਨੇ ਛੰਦ ਲਿਖੇ ਨੇ ਤੇ ਬਹੁਤ ਵਧੀਆ ਲੱਗ ਰਿਹਾ ਕਿ ਸਰੋਤੇ ਹੁੰਗਾਰਾ ਦੇ ਰਹੇ ਨੇ। ਤੇ ਅਮਰਤ ਜੀ ਕਹਿ ਰਹੇ ਨੇ, ਕਹਿੰਦੇ ਦਰਸ਼ਨ ਜੀਓ, ਤੁਸੀਂ ਸਹੀ ਕਿਹਾ ਕਿ ਜਿਸ ਤਰ੍ਹਾਂ ਦਾ ਤੁਸੀਂ ਇਸ ਬ੍ਰੇਕ ਤੋਂ ਪਹਿਲਾਂ ਗੀਤ ਮਾਵਾਂ ਦੇ ਦੁੱਧ ਦਾ ਸੁਣਾਇਆ ਵੀ ਕਿਤੇ ਵੀ ਪੜਿਆ ਜਾਂ ਲਿਖਿਆ ਨਹੀਂ ਗਿਆ ਜੀ। ਤੇ ਬਹੁਤ ਬਹੁਤ ਸ਼ੁਕਰੀਆ ਅੰਮ੍ਰਿਤ। ਇਸੇ ਤਰ੍ਹਾਂ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ। ਤੇ ਪੰਮੇ ਜੀ, ਹੁਣ ਮੈਂ ਤੁਹਾਨੂੰ ਕਹਾਂਗੀ ਕਿ ਜਿਹੜੀ ਤੁਹਾਡੀ ਆਉਣ ਵਾਲੀ ਪੁਸਤਕ ਆ ਅੱਖਰ ਬੋਲ ਪਏ, ਤੇ ਉਸ ਦੇ ਬਾਰੇ ਤੁਸੀਂ ਜਾਣਕਾਰੀ ਦਿਓ ਤੇ ਉਹਦੇ ਵਿੱਚੋਂ ਜ਼ਰੂਰ ਕੁਝ ਸਾਨੂੰ ਸੁਣਾਓ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੋਵੇ। ਸੋ ਉਹ ਕਿਤਾਬ ਹੈ ਜਿਹੜੀ ਉਹ ਅੱਖਰ ਬੋਲ ਪਏ। ਅੱਖਰ ਬੋਲ ਪਏ ਤੋਂ ਭਾਵ ਇਹ ਆ ਕਿ ਜਿਵੇਂ ਆਪਣੀ 35 ਹੈ ਨਾ, ਹਾਂਜੀ, ਊੜੇ ਤੋਂ ਲੈ ਕੇ, ਹਾਂਜੀ, ਸਾਰੇ ਜਿਹਨੇ 35 ਅੱਖਰ ਹੈਗੇ,
ਉਹਨਾਂ ਦਾ ਲੈ ਕੇ, ਜਿਵੇਂ ਜਸਟ ਊੜਾ ਲੈ ਕੇ, ਆੜਾ ਲੈ ਕੇ, ਈੜੀ ਲੈ ਕੇ, ਉਹਨੂੰ ਅੱਗੇ ਬੈਂਤ ਛੰਦ ਦੇ ਵਿੱਚ ਚਾਰ ਤੁਕੀ ਬੈਂਤ ਕਹਿੰਦੇ ਨੇ ਇਸ ਨੂੰ। ਇਹ ਜੋ ਵਿਧਾ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਤੁਸੀਂ ਕਿਹਾ ਹੈਗਾ, ਉਹਦੀ ਜ਼ਿਕਰ ਸਾਂਝਾ ਕਰਾਂਗੇ। ਤੇ ਊੜੇ ਤੋਂ ਲੈ ਕੇ ਇਹ ਪੂਰੀ 35 ਅੱਖਰੀ ਆ ਜਿਹੜੀ, ਉਹ ਵੱਖਰੇ ਵੱਖਰੇ ਅੱਖਰ ਹੈ, ਵੱਖਰੀ ਵੱਖਰੀ ਗੱਲ ਕਰਦੇ ਆ। ਸੋ ਉਸ ਤਰ੍ਹਾਂ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੋ ਸੁਣਾ ਦੇਣਾ। ਵੈਸੇ ਤਾਂ 35 ਹੈ, ਉਹਦੇ ਵਾਸਤੇ ਤਾਂ ਤੁਹਾਨੂੰ ਪੂਰਾ ਚਾਹੀਦਾ ਸਮਾਂ। ਤਾਂ ਚਲੋ ਊੜੇ ਦੀ ਗੱਲ ਕਰਦੇ ਹਾਂ। ਉਹ ਊੜਾ ਆਖਦਾ ਉਸ ਦਾ ਧਿਆਨ ਧਰ ਲੈ, ਜਲ ਥਲ ਮੇ ਜੀ ਦਾ ਪ੍ਰਤਾਪ ਬੇਲੀ, ਲਾੜੇਵਾਜ ਨਾ ਜਨ ਦੀ ਕਦਰ ਹੁੰਦੀ, ਹੋਵਣ ਲੱਖ ਤੇ ਭਾਵੇਂ ਹਜ਼ਾਰ ਮੇਲੀ, ਕੌਰੂ ਬਾਦਸ਼ਾਹ ਜੋੜੇ ਸੀ ਗੰਜ ਮਾਇਆ, ਛੱਡ ਤੁਰ ਗਿਆ ਨਾਲ ਨਾ ਗਈ ਤੇਲੀ, ਉਹ ਦਰਸ਼ਨ ਭੰਮਿਆ ਪ੍ਰਭੂ ਦਾ ਜਾਪ ਕਰ ਲੈ, ਛੱਡ ਜਾਵੇਂਗਾ ਰੰਗ ਸੰਸਾਰ ਵੇਲੀ, ਛੱਡ ਜਾਵੇਂਗਾ ਰੰਗ ਸੰਸਾਰ ਵੇਲੀ। ਇਸ ਤਰ੍ਹਾਂ ਹੀ ਸਾਰੇ ਨੇ ਜੀ। ਜੇ ਅੱਗੇ ਆੜੇ ਦੀ ਗੱਲ ਕਰਾਂ, ਉਹ ਆੜਾ ਆਖਦਾ ਅਕਲ ਤੇ ਜ਼ੋਰ ਪਾ ਲੈ, ਗੁੱਡੀ ਸਦਾ ਨੀ ਅਸਮਾਨ ਤੇ ਚੜੀ ਰਹਿਣੀ, ਕਾਲ ਕੱਟ ਦੂ ਡੋਰ ਪਤੰਗ ਵਾਲੀ, ਤੇ ਡੋਰ ਝਾੜੀਆਂ ਵਿੱਚ ਹੈ ਅੜੀ ਰਹਿਣੀ, ਬਹੁਤੇ ਬਲੀ ਨੇ ਤੁਰੇ ਸੰਸਾਰ ਉਤੋਂ, ਉਹਨਾਂ ਵਾਂਗ ਨਾ ਤੇਰੀ ਓਏ ਤੜੀ ਰਹਿਣੀ, ਉਹ ਦਰਸ਼ਨ ਭੰਮਿਆ ਜੀਵਾਂ ਦੀ ਸੇਵ ਕਰ ਲੈ, ਤੇ ਫੋਟੋ ਵਿੱਚ ਫਰੇਮ ਦੇ ਪੜੀ ਰਹਿਣੀ, ਫੋਟੋ ਵਿੱਚ ਫਰੇਮ ਦੇ ਜੜੀ ਰਹਿਣੀ। ਬਹੁਤ ਖੂਬ ਜੀ, ਬਹੁਤ ਖੂਬ। ਇਸ ਤਰ੍ਹਾਂ ਦੀਆਂ ਇਹ ਸਾਰੇ ਇਸ ਤਰ੍ਹਾਂ ਦਾ ਬਿਆਨ ਕਰਦੇ। ਵੈਸੇ ਜਿੱਦਾਂ ਕਿ ਮੈਨੂੰ ਹੁਣ ਇੱਕ ਬੜਾ ਸ਼ਰਾਰਤੀ ਜਿਹਾ ਸਵਾਲ ਆ, ਵੈਸੇ ਤੁਸੀਂ ਹਨਾ ਵੀ ਜਿੱਦਾਂ ਤੁਹਾਡਾ ਨਾਮ ਸ਼ੁਰੂ ਹੁੰਦਾ ਦੱਦੇ ਤੋਂ, ਤਾਂ ਦੱਦਾ ਕੀ ਕਹਿੰਦਾ, ਤੁਸੀਂ ਇਹ ਦੱਸੋ ਵੀ ਦੱਦਾ ਕੀ ਬੋਲਦਾ ਹੈ? ਕੱਢਣਾ ਪਊਗਾ। ਹਾਂਜੀ। ਤੇ ਕਿਉਂਕਿ ਦੱਦਾ ਵੀ ਕੁਝ ਖਾਸ ਬੋਲੂਗਾ ਨਾ, ਕਿਉਂਕਿ ਤੁਹਾਡਾ ਨਾਮ ਹੈਗਾ ਦਰਸ਼ਨ ਸਿੰਘ ਭੰਮੇ, ਤੇ ਫਿਰ ਦੱਦੇ ਨੇ ਕੁਝ ਅਜੀਬ ਜੀ ਇਹ ਫਰਮਾਇਸ਼। ਕਿਆ ਬਾਤ ਹੈ ਮੈਡਮ, ਸੱਚੀ ਕਹਿਣਾ ਵੀ ਛੋਟਾ ਮੇਰਾ ਪ੍ਰਸ਼ਨ ਹੈ, ਤੇ ਉਹ ਵੀ ਬੜਾ ਵਧੀਆ ਸੀ, ਤੇ ਦੱਦਾ ਵੀ ਬੜਾ ਵਧੀਆ ਕੁਝ ਕਹਿੰਦਾ ਮੈਨੂੰ ਲੱਗਦਾ ਹੈ। ਬਾਕੀ ਤਾਂ ਸਰੋਤੇ ਦੱਸਣਗੇ ਦੱਦਾ ਕਿਵੇਂ ਲੱਗਿਆ ਇਹਨਾਂ ਨੂੰ। ਉਹ ਦੱਦਾ ਆਖਦਾ ਦੁਸ਼ਮਣ ਸਭ ਮੀਤ ਕਰ ਲੈ, ਆਉਣਾ ਫੇਰ ਨਾ ਮੀਤ ਬਣਾਉਣ ਦੇ ਲਈ, ਖੜਾ ਬਿਜੜ ਜੂ ਖਾੜਾ ਬਿਜੜ ਜੂ ਫੇਰ ਨੀ ਇਕੱਠ ਹੋਣਾ, ਮਿਲਣਾ ਸਾਜਨਾ ਗੀਤ ਸੁਣਾਉਣ ਦੇ ਲਈ, ਭਗਤਾਂ ਵਿੱਚੋਂ ਤੂੰ ਭਗਤ ਨੂੰ ਕੱਢ ਜਿੰਦੇ, ਕੱਤ ਪੂਣੀਆਂ ਦਾਜ ਬਣਾਉਣ ਦੇ ਲਈ, ਦਰਸ਼ਨ ਭੰਮਿਆ ਨੇਤਰਾਂ ਬੰਦ ਹੋਣਾ, ਦੇ ਦੇ ਅੱਖੀਆਂ ਕਿਸੇ ਨੂੰ ਲਾਉਣ ਦੇ, ਦੇ ਦੇ ਅੱਖੀਆਂ ਕਿਸੇ ਨੂੰ ਲਾਉਣ ਦੇ ਲਈ। ਵਾਹ ਕੀ ਬਾਤ ਹੈ। ਦੇਖਿਆ ਦੱਦਾ, ਦੇਖੋ ਕਿੰਨੀ ਖਾਸ ਗੱਲ ਕਹਿ ਗਿਆ। ਹਾਂਜੀ, ਤੇ ਮੈਨੂੰ ਪਹਿਲਾਂ ਹੀ ਪਤਾ ਗੁਰੂਆਂ ਦੀ ਕਿਰਪਾ ਸੇ। ਤੇ ਆਪਾਂ ਹੁਣ ਇਸ ਕਿਤਾਬ ਦਾ ਮੈਨੂੰ ਤਾਂ ਦਿਲ ਕਰ ਰਿਹਾ ਵੀ ਮੈਂ ਸਾਰੇ ਸੁਣਾ ਕਿ 35 ਅੱਖਰੀ ਕਹਿ ਕੀ ਰਹੀ ਹੈ ਸਾਰੀ, ਤੇ ਬਾਕੀ ਹੁਣ ਤੁਸੀਂ ਦੇਖ ਲਓ ਵੀ ਅਖੀਰਲੇ 5 ਅੱਖਰ ਤਾਂ ਜ਼ਰੂਰ ਸੁਣਾ ਦਿਓ ਸਾਨੂੰ। ਤੇ ਆਪਾਂ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਲੰਬਾ ਚਲਾ ਜਾਊਗਾ, 5 ਅੱਖਰ ਜ਼ਰੂਰ ਸੁਣਾਂਗੇ। ਉਸ ਤੋਂ ਪਹਿਲਾਂ ਤੁਸੀਂ ਭੱਬੇ ਤੇ ਭੰਮਾ ਜਿਵੇਂ ਉਹ ਵੀ ਸੁਣਾ ਦਵੋ ਸਾਨੂੰ ਵੀ, ਉਹ ਕੀ ਕਹਿ ਰਿਹਾ ਹੈਗਾ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਅਖੀਰਲੇ ਆਪਾਂ 5 ਅੱਖਰ ਸੁਣਦੇ ਹਾਂ। ਹੋ ਭੱਬਾ ਆਖਦਾ ਭੁੱਲਿਆ ਮਰਨ ਤੈਨੂੰ, ਕੀ ਬਾਤ ਹੈ। ਐਵੇਂ ਕੂੜ ਪਸਾਰੇ ਕਿਉਂ ਕਰੀ ਜਾਂਦਾ, ਦਸਾਂ ਨੋਹਾਂ ਦੀ ਛੱਡ ਕੇ ਕਿਰਤ ਬੰਦੇ, ਮਾਰ ਠੱਗੀਆਂ ਜੇਬਾਂ ਕਿਉਂ ਭਰੀ ਜਾਂਦਾ, ਹੀਰਾ ਜਨਮ ਅਮੁੱਲੜਾ ਪਾਸ ਤੇਰੇ, ਭੋਗਾਂ ਵਿੱਚ ਕਿਉਂ ਮੂਰਖਾ ਹਰੀ ਜਾਂਦਾ, ਆਇਆ ਨੰਗਾ ਤੇ ਨੰਗਿਆਂ ਉੱਠ ਜਾਣਾ, ਨੰਗਾ ਹੋਣ ਤੋਂ ਭੰਮਿਆ ਡਰੀ ਜਾਂਦਾ। ਵਾਹ ਕੀ ਬਾਤ ਹੈ। ਨੰਗਾ ਹੋਣ ਤੋਂ ਭੰਮਿਆ ਡਰੀ ਜਾਂਦਾ। ਸਹੀ ਬਾਤ ਹੈ, ਸਹੀ ਬਾਤ ਆ। ਤੇ ਸੀਰੀਅਸਲੀ ਮੇਰਾ ਤਾਂ ਦਿਲ ਕਰੀ ਜਾ ਰਿਹਾ ਕਿ ਮੈਂ ਸੁਣੀ ਜਾਵਾਂ।
ਤੇ ਦੋਸਤੋ ਆਪਾਂ ਇੱਕ ਲੈਣੇ ਬ੍ਰੇਕ। ਤੁਸੀਂ ਸੁਣੋ ਮਨਮੋਹਨ ਵਾਰਿਸ ਜੀ ਦਾ ਗੀਤ ਜਿਹਦੀ ਫਰਮਾਇਸ਼ ਕੀਤੀ ਸੀ ਆਪਾਂ ਨੂੰ, ਸਕਾਈਪੀ ਤੇ ਕਾਲ ਆਈ ਸੀ, ਨਾਮ ਤਾਂ ਉਹਨਾਂ ਨੇ ਨਹੀਂ ਦੱਸਿਆ। ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਵਿਰਸੇ ਦਾ ਇੱਕ ਗੀਤ ਸੁਣਾਓ। ਤੁਸੀਂ ਇਹ ਗੀਤ ਇੰਜੋਏ ਕਰੋ। ਇਸ ਤੋਂ ਬਾਅਦ ਇਸ 35 ਅੱਖਰ ਦੇ ਵਿੱਚੋਂ, ਅੱਖਰ ਬੋਲ ਪਏ ਵਿੱਚੋਂ ਆਪਾਂ ਸੁਣਦੇ ਹਾਂ ਅਖੀਰਲੇ 5 ਅੱਖਰ ਕੀ ਬੋਲਦੇ ਨੇ ਤੇ ਕਿਸ ਲਹਿਜੇ 'ਚ ਬੋਲਦੇ ਨੇ। ਤੁਸੀਂ ਇੰਜੋਏ ਕਰੋ ਇਹ ਗੀਤ। ਜਿੱਦਾਂ ਸੱਜਣੋ ਤੁਸੀਂ ਜਾਣਦੇ ਆ ਸਾਰੇ, ਪਿਛਲੇ ਦਿਨੀ ਜਿਹੜੀ ਬੜੀ ਦੁੱਖ ਜਨ ਵਾਲੀ ਖਬਰ ਬਾਹਰ ਨਿਕਲੀ ਆ ਕਿ ਜਿਸ ਦੇਸ਼ ਦੀ ਖਾਤਰ ਸਾਡੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਆਪਣਾ ਤਨ ਮਨ ਧਨ ਜ਼ਿੰਦਗੀ ਸਭ ਕੁਝ ਵਾਰ ਦਿੱਤੀ, ਉਹ ਦੇਸ਼ ਉਹਨਾਂ ਨੂੰ ਆਫੀਸ਼ੀਅਲੀ ਅਜੇ ਮਾਨਤਾ ਨਹੀਂ ਦੇ ਰਿਹਾ ਕਿ ਉਹ ਸ਼ਹੀਦ ਆ, ਤੇ ਅੱਗੋਂ ਬਹਾਨਾ ਘੜਿਆ ਜਾ ਰਿਹਾ ਕਿ ਸਾਡੇ ਸੰਵਿਧਾਨ ਵਿੱਚ ਇਦਾਂ ਦਾ ਕੋਈ ਲਿਖਿਆ ਨਹੀਂ। ਸੋਚਣ ਵਾਲੀ ਗੱਲ ਇਹ ਆ ਕਿ ਜੇ ਪੰਜਾਬ ਦੇ 4 ਟੋਟੇ ਕਰਨੇ ਹੋਣ, ਹਰਿਆਣਾ, ਹਿਮਾਚਲ, ਚੰਡੀਗੜ੍ਹ ਵਿੱਚੋਂ ਕੱਢਣਾ ਹੋਵੇ, ਫਿਰ ਸੰਵਿਧਾਨ ਤੇ ਸੋਧ ਹੋ ਸਕਦੀ, ਪਰ ਜੇ ਸ਼ਹੀਦਾਂ ਨੂੰ ਮਾਨਤਾ ਦੇਣੀ ਹੈ ਨਹੀਂ ਹੋ ਸਕਦਾ। ਜਿੱਦਣ ਮੈਂ ਖਬਰ ਪੜ੍ਹੀ ਉਦਣ ਸਾਡਾ ਪ੍ਰਿੰਸੀਪਲ ਬੜਾ ਸ਼ੁਰੂ ਸੀਗਾ। ਮੈਂ ਉਹ ਸ਼ੇਰ ਜਿਹੜਾ ਬੋਲਿਆ ਸੀ, ਧੰਨ ਭਾਗ ਸਾਡੇ ਪੰਜਾਬ ਵਿੱਚ ਜੀ ਭਾਗ ਹੋ ਗਿਆ ਜੀ ਸਾਰੇ, ਪਰ ਫਿਰ ਵੀ ਉਹ ਚੀਜ਼ ਮਿਲਣਾ ਤੰਗ ਹੀ ਕਰੀ ਗਈ। ਰਾਤੀ ਹੋਰ ਲਫ਼ਜ਼ ਲਿਖਿਆ ਕਿ ਜੇ ਨਹੀਂ ਮਾਨਤਾ ਦਿੰਦੇ ਨਾ ਦੇ ਸਾਡੇ ਦਿਲਾਂ ਤੋਂ ਥੋੜ੍ਹਾ ਦਾ ਨਾਮ ਪਾ ਸਕਦੇ। ਸਰਦਾਰ ਭਗਤ ਸਿੰਘ ਸਾਡੇ ਦਿਲਾਂ 'ਚ ਵਸਦਾ ਸਾਰੇ। ਇੱਕ ਗੀਤ ਲਿਖਿਆ, ਜੇ ਤੁਹਾਨੂੰ ਚੰਗਾ ਲੱਗਾ ਫਿਰ ਪੰਜਾਬੀ ਵਿਰਸਾ 20 ਅਸੀਂ ਸੈਂਚਰ ਦੀ ਰਿਕਾਰਡ ਕਰ ਰਹੇ ਹਾਂ, ਉਹਦੇ ਵਿੱਚ ਕਿਤਾਬ ਤੇ ਰਿਕਾਰਡ ਕਰੀਏ, ਪਰ ਅੱਜ ਉਹਦੇ ਫੋਨ ਨਾਲ ਰਿਕਾਰਡ ਕਰਕੇ ਸੱਜਣਾ ਦੇ ਕਰੀਏ। ਮਤਲਬ ਤੁਸੀਂ ਪਹਿਲੀ ਵਾਰੀ ਸੁਣਨਾ ਦੋਸਤੋ ਹੁਣੇ ਤੁਸੀਂ ਸੁਣ ਰਹੇ ਸੀਗੇ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ। ਇਹਨਾਂ ਦੀ ਫਰਮਾਇਸ਼ ਆਈ ਸੀ, ਕਹਿੰਦੇ ਪੰਜਾਬੀ ਵਿਰਸੇ ਦੇ ਵਿੱਚੋਂ ਗੀਤ ਸੁਣਾਇਆ ਜਾਵੇ ਤੇ ਅਸੀਂ ਉਹ ਗੀਤ ਸੁਣਾਇਆ। ਤੇ ਇਸੇ ਦੌਰਾਨ ਸਾਡੇ ਨਾਲ ਮਰ ਜਾਣਾ ਪਾਪੀ ਜੀ ਨੇ ਬਹੁਤ ਬਹੁਤ ਸਾਡੀ ਤਾਰੀਫ ਕੀਤੀ ਤੇ ਭਾਵੇਂ ਜੀ ਤੁਹਾਡੇ ਲਈ ਲਿਖ ਰਹੇ ਨੇ, ਬਹੁਤ ਧੰਨਵਾਦ ਜੀ। ਹਾਂਜੀ, ਉਹ ਲਿਖ ਰਹੇ ਨੇ, ਕਹਿੰਦੇ ਬਹੁਤ ਹੀ ਵਧੀਆ, ਤੁਸੀਂ ਬਹੁਤ ਵਧੀਆ ਲਿਖਤਾਵਾਂ ਜੋ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋਗੇ ਤੇ ਜੋ ਪਰਿਵਾਰ ਵਿੱਚ ਬਹਿ ਕੇ ਸੁਣੀਆਂ ਜਾ ਸਕਦੀਆਂ ਨੇ। ਜਦੋਂ ਤੁਸੀਂ ਵਧੀਆ ਵਧੀਆ ਲਿਖ ਕੇ ਸੁਣਨ ਵਾਲਿਆਂ ਨੂੰ ਦਿੰਦੇ ਹੋ ਤੇ ਵਧੀਆ ਸੁਣਨ ਵਾਲਿਆਂ ਨੂੰ ਬਹੁਤ ਮਜ਼ਾ ਆਉਂਦਾ ਹੈ। ਪ੍ਰੀਤ ਜੀ ਤੇ ਭਾਵੇਂ ਜੀ ਦਾ ਬਹੁਤ ਧੰਨਵਾਦ। ਹਾਂਜੀ, ਤੇ ਉਹ ਕਹਿ ਰਹੇ ਨੇ, ਕਹਿੰਦੇ ਇੱਕ ਵਾਰ ਭਾਵੇਂ ਜੀ ਦਾ ਨੰਬਰ ਜ਼ਰੂਰ ਬੋਲ ਦਿਓ ਤੇ ਪਲੀਜ਼, ਕਹਿੰਦੇ ਭਾਵੇਂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਨੰਬਰ ਜ਼ਰੂਰ ਨੋਟ ਕਰੋ ਜੀ। ਨੰਬਰ ਹੈਗਾ ਭਾਵੇਂ ਜੀ ਦਾ ਨੰਬਰ ਹੈਗਾ 9463023656। ਦੁਬਾਰਾ ਮੈਂ ਨੰਬਰ ਬੋਲ ਰਹੀ ਹਾਂ 9463023656। ਤੇ ਭਾਵੇਂ ਜੀ ਤੁਹਾਡੀਆਂ ਕਿਤਾਬਾਂ, ਆਉਣ ਵਾਲੀਆਂ ਕਿਤਾਬਾਂ ਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਦੇ ਜਿਹੜੇ 5 ਅੱਖਰ ਰਹਿ ਗਏ ਨੇ ਅੱਖਰ ਬੋਲ ਪਏ ਦੇ ਵਿੱਚੋਂ, ਅਖੀਰਲੇ 5 ਅੱਖਰਾਂ ਦਾ ਜ਼ਰੂਰ ਆਪਾਂ ਫਿਰ ਅਖੀਰਲੇ ਦਾ ਜੀ ਜਈਆ ਰਾਰਾ ਲੱਲਾ ਬਾਵਾ ਰਾੜਾ ਹੁੰਦਾ ਜੀ। ਹਾਂਜੀ, ਹੈ ਨਾ? ਹਾਂਜੀ। ਸੋ ਮਤਲਬ ਕਿ ਤੇ ਕੁਲਵਿੰਦਰ ਗਿੱਲ ਜੀ ਦੀ ਕਾਲ ਆ ਰਹੀ ਆ। ਹੈਲੋ ਹੈਲੋ ਹੈਲੋ। ਤੇ ਚਲੋ ਕਿਸੇ ਕਾਰਨ ਕਰਕੇ ਉਹਨਾਂ ਨਾਲ ਰਾਬਤਾ ਨਹੀਂ ਬਣ ਸਕਿਆ। ਕੁਲਵਿੰਦਰ ਗਿੱਲ ਜੀ ਯੂਨਾਈਟਿਡ ਸਟੇਟਸ ਤੋਂ ਕਾਲ ਕਰ ਰਹੇ ਸੀਗੇ। ਅਸੀਂ ਉਡੀਕ ਕਰਾਂਗੇ ਜੀ ਤੁਹਾਡੇ ਦੁਆਰਾ ਕਾਲ ਦੀ। ਤੇ ਅਸੀਂ 5 ਅੱਖਰਾਂ ਦੀ ਗੱਲ ਕਰ ਰਹੇ ਸੀ, ਉਹ 5 ਅੱਖਰਾਂ ਦਾ ਜ਼ਰੂਰ ਜ਼ਿਕਰ ਕਰੋ ਜੀ। ਹਾਂਜੀ ਹਾਂਜੀ। ਸੋ ਪਿਛਲੇ ਅੱਖਰ ਜਿਹੜੇ ਹੈਗੇ 5 ਜਈਆ ਰਾਰਾ ਲੱਲਾ ਬਾਵਾ ਹੁੰਦਾਗਾ। ਹਾਂਜੀ। ਸੋ ਜਈਆ ਕੀ ਕਹਿੰਦਾ ਹੈਗਾ, ਇਸ ਤਰ੍ਹਾਂ ਦੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹ ਜਈਆ ਆਖਦਾ ਕਰਨਾ ਯਕੀਨ ਸਿੱਖ ਲੈ, ਫਿਰੇ ਚੜਿਆ ਕਿਉਂ ਵਹਿਮ ਦੇ ਚੱਕਰਾਂ ਤੇ। ਬਹੁਤ ਖੂਬੀ। ਸ਼ਰਦਾ ਵਿੱਚ ਹੀ ਖੁਦਾ ਦਾ ਵਾਸ ਹੁੰਦਾ, ਰੱਬ ਖੁਸ਼ ਨਾ ਹੋਮਦਾ ਮੱਕਰਾਂ ਤੇ। ਬਹੁਤ ਖੂਬ। ਰਾਜੇ ਰਾਠ ਵੀ ਉਸ ਦੀ ਕਰਨ ਪੂਜਾ, ਹਾਂਜੀ, ਰਹਿੰਦਾ ਖੁਸ਼ ਉਹ ਸਾਧੂ ਫਕਰਾਂ ਤੇ। ਬਹੁਤ ਖੂਬ। ਸਭ ਜੀਵਾਂ ਚ ਵਾਸ ਹੈ ਉਸ ਦਾ ਭੰਮੇ, ਚੜਿਆ ਫਿਰੇ ਕਿਉਂ ਹੋ ਰਹੀ ਖੱਚਰਾਂ ਤੇ। ਚੜਿਆ ਫਿਰੇ ਕਿਉਂ ਹੋ ਰਹੀ ਖੱਚਰਾਂ। ਕਿਆ ਬਾਤ ਹੈ। ਤੋ ਰਾਰੇ ਦੀ ਗੱਲ ਹੈ ਜੀ। ਹਾਂਜੀ। ਉਹ ਰਾਰਾ ਆਖਦਾ ਰਾਮ ਨੇ ਰੰਗ ਰਚਤੇ। ਦੇਖੋ ਪ੍ਰੀਤੀ ਜੀ, ਤੁਸੀਂ ਇਹਦੇ ਵਿੱਚ ਅਲੰਕਾਰ ਦੇਖੋ ਕਿ ਸਾਰੇ ਰਾਰੇ ਆਏ ਹੈ। ਹਾਂਜੀ। ਸਰੋਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਰਾਰੇ ਦੇ ਵਿੱਚ ਤਕਰੀਬਨ ਸਾਰੇ ਰਾਰੇ ਹੈ। ਥੋੜਾ ਜਿਹਾ
थोड़ा जिहा ध्यान नाल सुन दो। हाँ जी हाँ जी जरूर जी जरूर। और आखदा राम ने रंग रचते रंग रंगा चों रंग रंगाई जांदा। क्या बात है क्या। रंग राजे दी रखिया रोज करदा राजा रंग दा रत रुलाई जांदा। रजा राम दी राम ही रमज जाने। क्या बात है क्या बात। रमन रेवती छंद रचाई जांदा। क्या बात है। ओ दर्शन पमया राम दी राम जाने रट राम तू देर क्यों लाई जांदा। क्या रट राम तू देर क्यों लाई जांदा। क्या बात है क्या बात है। चार चंद ला दिते ਉਹਦੇ ਵਿੱਚ ਤੁਸੀਂ ਸ਼ਬਦਾਂ ਨੂੰ ਇੰਨੀ ਖੂਬਸੂਰਤੀ ਦੇ। ਉਹ ਗੁਰੂ ਜੀ ਦੀ ਕਿਰਪਾ ਸੇ ਹੈ। ਹਾਂਜੀ ਹਾਂਜੀ ਬਹੁਤ। ਉਹ ਅਗਲਾ ਹੈ ਲੱਲੇ ਦੀ ਗੱਲ ਹੈ ਜੀ। ਹਾਂਜੀ। ਉਹ ਲੱਲਾ ਆਖਦਾ ਖੂਨ ਹੈ ਲਾਲ ਸਬਦਾ ਵਿੱਚ ਹਮੀ ਦੇ ਚਿੱਟਾ ਬਣਾਈ ਜਾਵੇਂ। क्या बात है। ਬਦਲੇ ਮਾਸ ਦੇ ਮਾਸ ਹੀ ਪਊ ਦੇਣਾ ਓਏ ਮੇ ਮੂਰਖਾ ਮਾਸ ਕਿਉਂ ਖਾਈ ਜਾਵੇਂ। ਇੱਕੋ ਵਿਧੀ ਸੇ ਸਭ ਦਾ ਜਨਮ ਹੋਇਆ ਊਚ ਨੀਚ ਦਾ ਪਾੜਾ ਕਿਉਂ ਪਾਈ ਜਾਵੇਂ। ਦਰਸ਼ਨ ਪੰਮਿਆ ਖਾਕ ਨੇ ਖਾਕ ਹੋਣਾ ਵਾਧੂ ਖਾ ਕੇ क्यों खाक बधाई जावे। वाधू खा के क्यों खाक बधाई जावे। सही गल है सही गल है। ਖਾਕ ਵਧਾਈ ਜਾ ਰਹੀ ਹੈਗੀ ਤੇ ਆਪਾਂ ਜਰੂਰ ਇੰਨੀ ਖੂਬਸੂਰਤੀ ਦੇ ਨਾਲ ਤੁਸੀਂ ਖਾਕ ਤੇ ਖਾਕ ਐ ਰੰਗ ਤੇ ਰਾਮ ਬੜੇ ਇੰਨੇ ਖੂਬਸੂਰਤ ਤਰੀਕੇ ਨਾਲ ਤੁਸੀਂ ਅਲੰਕਾਰ ਵਰਤੇ ਨੇ ਤੇ ਕਿਉਂਕਿ ਸਰੋਤਿਆਂ ਨੂੰ ਏਦਾਂ ਹੁੰਦਾ ਸਰੋਤਿਆਂ ਨੂੰ ਪਤਾ ਨਹੀਂ ਲੱਗ ਅਸੀਂ ਦੁਬਾਰਾ ਫੇਰ ਦੱਸ ਦਈਏ ਕਿ ਭੰਮੇ ਜੀ ਨੇ ਪੂਰੀ 35 ਅੱਖਰਾਂ ਤੇ ਇੱਕ ਕਿਤਾਬ ਲਿਖੀ ਆ ਅੱਖਰ ਬੋਲ ਪਏ ਜੋ ਬਹੁਤ ਜਲਦੀ ਅਸੀਂ ਉਹਨੂੰ ਕਿਤਾਬ ਦਾ ਰੂਪ ਦੇ ਕੇ ਤੁਹਾਡੇ ਹੱਥਾਂ ਤੱਕ ਪਹੁੰਚਾਵਾਂਗੇ ਉਹਦਾ ਹੀ ਹਿੱਸਾ ਤੁਸੀਂ ਸੁਣ ਰਹੇ ਹੋਗੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਸਪੋਰਟ ਦੇ ਇੰਤਜ਼ਾਰ ਦੇ ਵਿੱਚ ਬੈਠੇ ਆ ਤੇ ਇਹਨੇ ਆਪਾਂ ਅਖੀਰਲੇ ਪੜਾਵਾਂ ਵੱਲ ਜਾਂਦੇ ਜਾਂਦੇ ਹੁਣ ਇਹ ਹੈਗਾ ਕਿ ਬਹੁਤ ਕੁਝ ਤੁਹਾਡੇ ਤੋਂ ਸੁਣਨਾਗਾ ਹਨਾ ਤੇ ਬਾਕੀ ਕਿਤਾਬਾਂ ਦਾ ਵੀ ਸੁਣਾਇਓ ਤੇ ਇਸ ਕਿਤਾਬ ਦੇ ਅਖੀਰਲੇ ਅੱਖਰ ਮੇਰੇ ਖਿਆਲ 'ਚ 2 ਰਹਿ ਗਏ ਨੇ। ਹਾਂਜੀ ਜੀ 2 ਰਹਿ ਗਏ ਹਾਂਜੀ ਵਾਵਾ ਤੇ ਰਾੜਾ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਵੀ ਥੋੜਾ ਜਿਹਾ ਨਜ਼ਰ ਘੁਮਾਈਏ। ਸੁਣੋ ਬਾਵਾ ਕੀ ਆਖਦਾ। ਹਾਂਜੀ। ओ बाबा आखरा बहम ते भरम नाही रस्ता एक है तरत ते आउण वाला। सही गई अंडज जेरज ते सेतज दा खेड़ सारा इको रस्ता तरत तो जान वाला होवे राठ सूरा भावे साध पूरा पूंजी साहां दी नहीं ਵਧਾਉਣ ਵਾਲਾ। ਦਰਸ਼ਨ ਪੰਮਿਆ ਕਾਲ ਦੀ ਝਪਟ ਪੈੜੀ ਨਹੀਂ ਝਪਟ ਤੋਂ ਕੋਈ ਬਚਾਉਣ ਵਾਲਾ नहीं झपट तो कोई बचाउण वाला। सही क्या। तो अगला एक लास्ट रहेगा प्रीति जी राड़ा। हाँ जी। ओ राड़ा आखदा बाड़ दे बिच फस गए अज कल दे संत फकीर लोगो पाठ पूजा ते दान भी बहुत कीते सके तोड़ना हमी जजीर लोगो गिरगट बांग ने बदल दे रंग सारे बैठे अपनी मार जमीर लोगो एक दमी है आदमी कहन स्याणे दर्शन पम्मे दी सुनो नजीर लोको। दर्शन पम्मे दी सुनो नजीर लोको। क्या बात है ਤੇ ਬਹੁਤ ਵਧੀਆ ਕੰਮ ਕੀਤਾ ਤੁਸੀਂ। ਮੇਰੇ ਖਿਆਲ 'ਚ ਨਾ ਇਹ ਕਿਤਾਬ ਹਰ ਇੱਕ ਉਮਰ ਦੇ ਬੰਦੇ ਲਈ ਬਣੀ ਆ। ਹਾਂਜੀ ਹਾਂਜੀ ਹਨਾ ਜੀ। ਬੱਚੇ ਪੜਨਗੇ ਬੱਚਿਆਂ ਨੂੰ ਮੇਰੇ ਖਿਆਲ 'ਚ ਪਹਿਲਾਂ ਜਦੋਂ ਹੁੰਦਾ ਸੀਗਾ ਵੀ ਊੜਾੜਾ ਯਾਦ ਕਰਾਉਣ ਦੇ ਲਈ ਕੋਈ ਸਤਰਾਂ ਬਣਾਈਆਂ ਜਾਂਦੀਆਂ ਸੀਗੀਆਂ ਤੇ ਉਹ ਸਤਰਾਂ ਦਾ ਕੰਮ ਹੁਣ ਇਹ ਕਰਨਗੇ ਵੀ ਬੱਚੇ ਨੂੰ ਮੂੰਹ ਜ਼ਬਾਨੀ ਯਾਦ ਹੋ ਜਾਣਗੇ। ਜਿਵੇਂ ਫੱਟੀ ਨੂੰ ਸੁਕਾਉਣ ਦੇ ਲਈ ਫੱਟੇ ਸੂਰਜਾ ਫੱਟੀ ਸਕਾ ਜਿਵੇਂ ਜਵਾਕ ਬੋਲਦੇ ਹੁੰਦੇ ਸੀ ਉਹ ਵੀ ਬੋਲਿਆ ਕਰਨਗੇ ਬੂੜਾ ਇਹ ਆਖਦਾ ਗਾੜਾ ਇਹ ਆਖਦਾ ਗਾੜਾ ਇਹ ਆਖਦਾ ਗਾ। ਤੇ ਬਹੁਤ ਵਧੀਆ। ਤੇ ਇਸੇ ਤਰ੍ਹਾਂ ਸੁਖੀ ਨੇ ਪੁੱਛਿਆ ਤੁਹਾਡੇ ਤੋਂ ਕਹਿੰਦੇ ਸਰ ਕੀ ਕਾਰਨ ਸੀ ਵੀ ਤੁਸੀਂ ਇੱਕਦਮ ਕਹਾਣੀ ਲਿਖਣੀ ਛੱਡ ਦਿੱਤੀ ਤੇ ਕਿੱਸੇ ਲਿਖਣ ਲੱਗ ਗਏ।
ਹਾਂ, ਉਹ ਦਾ ਜਿਹੜਾ ਕੋਈ ਐਡਾ ਬੜਾ ਵੱਡਾ ਕਾਰਨ ਨਹੀਂ ਸੀਗਾ, ਕਿਉਂਕਿ ਕਿੱਸਾ ਤੇ ਕਹਾਣੀ ਆਪ ਦੇ ਵਿੱਚ ਇਹਨਾਂ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ। ਹਾਂਜੀ, ਤੇ ਕਹਾਣੀ ਤੋਂ ਹੀ ਕਿੱਸਾ ਬਣਦਾ ਹੈ। ਹਾਂਜੀ, ਸੋ ਇਹਨਾਂ ਦਾ ਪੂਰਾ ਕਿੱਸਾ ਮੈਂ ਛੱਡਿਆ ਨਹੀਂਗਾ। ਹਾਂਜੀ, ਤੇ ਲਿਖਣ ਦੀ ਗੱਲ ਹੋਰ ਹੈ, ਕਿਉਂਕਿ ਜਿਹੜੀ ਕਹਾਣੀ ਹੈ ਉਹ ਜਿਹੜੀ ਹੈਗੀ ਹੋਰ ਤਰੀਕੇ ਨਾਲ ਲਿਖੀ ਜਾਂਦੀ ਹੈ। ਤੋਂ ਜਿਹੜੀ ਕਿੱਸਾ ਹੈਗਾ ਬਸ ਗੱਲ ਇਹ ਕਹਾਣੀ ਹੈ, ਪਰ ਇਹਨੂੰ ਥੋੜਾ ਜਿਹਾ ਕਾਵਿ ਰੂਪ ਦਿੱਤਾ ਜਾਂਦਾ ਹੈਗਾ। ਉਹ ਕੋਈ ਛੱਡਣ ਵਾਲੀ ਬਾਤ ਨਹੀਂ ਹੈ, ਛੱਡੀ ਜਾ ਹੀ ਨਹੀਂ ਸਕਦੀ ਕਹਾਣੀ, ਕਿਵੇਂ ਛੱਡੀ ਜਾ ਸਕਦੀ ਹੈ, ਕਿਉਂਕਿ ਜ਼ਿੰਦਗੀ ਇੱਕ ਕਹਾਣੀ ਹੈ। ਹਾਂਜੀ ਹਾਂਜੀ, ਇਹ ਗੱਲ ਤਾਂ ਹੈਗੀ ਜ਼ਿੰਦਗੀ ਇੱਕ ਕਹਾਣੀ ਹੈ ਤੇ ਕਹਾਣੀ ਕਿਵੇਂ ਛੱਡ ਸਕਦੇ ਹਾਂ, ਨਹੀਂ ਛੱਡੀ ਜਾ ਸਕਦੀ। ਹਾਂਜੀ ਹਾਂਜੀ, ਬਹੁਤ ਖੂਬਸੂਰਤ ਨਾਲ ਤੁਸੀਂ ਜਵਾਬ ਦਿੱਤਾ। ਤੇ ਇੱਕ ਪੁੱਛ ਰਹੇ ਨੇ, ਕਹਿੰਦੇ ਸਰ ਤੁਹਾਡੀ ਬੁੱਕ ਕਦੋਂ ਤੱਕ ਆਉਣੀ ਹੈ ਮਾਰਕੀਟ ਦੇ ਵਿੱਚ? ਅਸੀਂ ਬੁੱਕ ਜ਼ਰੂਰ ਖਰੀਦਣੀ ਹੈ, ਤੁਸੀਂ ਸਾਨੂੰ ਜ਼ਰੂਰ ਦੱਸੋ ਕਦੋਂ ਤੱਕ ਆ ਜਾਵੇ। ਕਿਹੜੀ ਬੁੱਕ ਦੀ ਗੱਲ ਕਰ? ਇਹ ਅੱਖਰ ਬੋਲ ਪਏ ਦੇ ਤੇ ਬਾਕੀ ਵੀ ਤੁਹਾਡੀਆਂ ਸਾਰੀਆਂ ਪੁਸਤਕਾਂ ਦੇ ਬਾਰੇ ਪੁੱਛ ਰਹੇ ਨੇ। ਹਾਂ, ਨਹੀਂ ਦੋ ਪੁਸਤਕਾਂ ਦਾ ਜਿਹੜੀਆਂ ਹੈਗੀਆਂ ਉਹ ਬਾਜ਼ਾਰ ਵਿੱਚ ਮਿਲੀ ਰਹੀਆਂ ਜੀ। ਹਾਂਜੀ, ਇੱਕ ਤਾਂ ਉਹ ਵੀ ਹੈਗੀ ਆ ਜੋ ਦੋ ਪ੍ਰੀਤ ਕਿੱਸੇ ਨੇ, ਉਹਦੇ ਵਿੱਚ ਇੱਕ ਲੈਲਾ ਮਜਨੂ ਦੀ ਪੂਰੀ ਗਾਥਾ ਹੈ, ਉਹਦੇ ਵਿੱਚ ਸੱਸੀ ਪੁੰਨੂ ਦੀ ਪੂਰੀ ਗਾਥਾ ਹੈ। ਹਾਂਜੀ, ਤੋਂ ਦੂਸਰੀ ਜਿਹੜੀ ਹੈਗੀ ਆ ਸੁਖਲ ਦੇ ਸਨੇਹ ਹੈ, ਉਹਦੇ ਵਿੱਚ ਸਾਡੀਆਂ ਜਿੰਨੀਆਂ ਵੀ ਸਿਹਤ ਦੀਆਂ ਪ੍ਰੋਬਲਮਸ ਨੇ ਸਾਰੀਆਂ ਨੂੰ ਕਾਵਿ ਰੂਪ ਦਿੱਤਾ ਗਿਆ। ਜਿਵੇਂ ਮਾਂ ਦੇ ਦੁੱਧ ਗੱਲ ਕੀਤੀ ਸੀ, ਭਰੂਣ ਹੱਤਿਆ ਦੀ ਗੱਲ ਹੈ, ਸੜਕ ਹਾਦਸਿਆਂ ਦੀ ਗੱਲ ਹੈ, ਉਹ ਵੀ ਜੇ ਮੈਨੂੰ ਸਮਾਂ ਮਿਲਿਆ ਤਾਂ ਸਾਂਝੀ ਕਰਾਂਗੇ ਆਪਾਂ। ਹਾਂਜੀ ਹਾਂਜੀ, ਜ਼ਰੂਰ। ਸੋ ਉਹ ਤਾਂ ਮਿਲੀ ਰਹੀਆਂ ਜੀਆਂ। ਦੂਸਰੀਆਂ ਜਿਹੜੀਆਂ ਬੁੱਕਸ ਹੈਗੀਆਂ ਉਹ ਵੀ ਛੇਤੀ ਜਲਦੀ ਆ ਜਾਂਦੀ ਹੈ, ਅਪਰੋਕਸੀਮੇਟਲੀ 2 ਮਹੀਨਿਆਂ ਦਾ ਸਮਾਂ ਜਿਹੜਾ ਹੈ। ਬਹੁਤ ਵਧੀਆ ਗੱਲ ਹੈ, ਬਹੁਤ। ਤੇ ਅਸੀਂ ਪਲਕਾਂ ਵਿਛਾਈ ਬੈਠੇ ਹਾਂ ਤੁਹਾਡੀ ਕਿਤਾਬ ਦੀ ਉਡੀਕ ਦੇ ਵਿੱਚ, ਸਰੋਤੇ ਵੀ ਪਲਕਾਂ ਵਿਛਾਈ ਬੈਠੇ ਨੇ ਤੇ ਆਪਾਂ ਨੂੰ ਅੰਦਾਜ਼ਾ ਹੋ ਗਿਆਗਾ। ਤੇ ਇਸ ਬ੍ਰੇਕ ਤੋਂ ਬਾਅਦ ਆਪਾਂ ਜਿਹੜੀ ਅਗਲੇਰੀ ਤੁਹਾਡੀ ਪੁਸਤਕ ਆ ਰਹੀ ਹੈਗੀ ਮਾਤਾ ਗੰਗਾ, ਇੱਕ ਤਾਂ ਉਹਦੇ ਬਾਰੇ ਜ਼ਿਕਰ ਕਰਾਂਗੇ ਵੀ ਮਾਤਾ ਗੰਗਾ ਕਿਹਨੂੰ ਕਿਹਾ ਗਿਆਗਾ ਤੇ ਕਿਤਾਬ ਦੇ ਵਿੱਚ ਕੀ ਹੈ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਤੁਸੀਂ ਇੰਜੋਏ ਕਰੋ ਇਹ ਗੀਤ। ਤੇ ਕਿ ਅਸੀਂ ਇੱਕ ਕਿਤਾਬ ਆ ਰਹੀ ਹੈ ਤੁਹਾਡੀ ਮਾਤਾ ਗੰਗਾ, ਉਸ ਦੇ ਬਾਰੇ ਚਾਨਣਾ ਪਾਓਗੇ। ਉਹ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕੀ ਤੁਹਾਡਾ ਮੇਨ ਉਦੇਸ਼ ਕੀ ਹੈ? ਹਾਂ ਬੇਟੀ ਜੀ, ਮੈਂ ਇਹ ਦੱਸਣਾ ਚਾਹਾਂਗਾ ਕਿ ਐਕਚੁਅਲੀ ਮਾਤਾ ਗੰਗਾ ਜੀ ਵੀ ਕੌਣ ਸਨ। ਵੈਸੇ ਤਾਂ ਸਾਰੇ ਹੀ ਸਰੋਤੇਗਣ ਨੂੰ ਇਸ ਬਾਰੇ ਜਾਣਕਾਰੀ ਹੋਣੀ ਹੈ, ਪਰ ਫਿਰ ਵੀ ਮੈਂ ਮਤਲਬ ਕਿ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਮੈਂ ਜਾਣਕਾਰੀ ਦੇਣੀ ਚਾਹਾਂਗਾ। ਫਿਰ ਹੀ ਉਹ ਕਿੱਸਾ ਕਾਵਾ ਜਿਹੜਾ ਜਾਂ ਕਿੱਸਾ ਵਿਧਾ ਹੈ ਉਹਦਾ ਸੁਣਨ ਦਾ ਫਿਰ ਹੀ ਮਜ਼ਾ ਆਉਂਦਾ ਹੈ, ਅਗਰ ਉਸ ਕਹਾਣੀ ਦਾ ਪਤਾ ਲੱਗ ਜਾਂਦਾ, ਉਸ ਗਾਥਾ ਦਾ ਪਤਾ ਲੱਗ ਜਾਂਦਾ। ਸੋ ਜੋ ਮਾਤਾ ਗੰਗਾ ਜੀ ਦੀ ਗੱਲ ਹੈਗੀ ਆ ਕਿ ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਇੱਕ ਪਿੰਡ ਦਾ ਨਾਂ ਹੈ, ਹੁਣ ਤਾਂ ਮਾਓ ਸਾਹਿਬ ਹੈ। ਹਾਂਜੀ, ਤੇ ਪਹਿਲਾਂ ਮਾਓ ਕਹਿੰਦੇ ਹੁੰਦੇ ਸੀ ਉਸ ਨੂੰ ਨਰਿੰਦਰਪੁਰਾ ਸਟੇਸ਼ਨ ਲੱਗਦਾ ਹੈ। ਹਾਂਜੀ, ਤੇ ਉੱਥੇ ਕਿਸ਼ਨ ਚੰਦ ਚੌਧਰੀ ਜੀ ਵਾਸ ਕਰਦੇ ਸਨ। ਉਸ ਏਰੀਏ ਦੇ ਉਹ ਚੌਧਰੀ ਸਨ। ਤਾਂ ਉਹਨਾਂ ਦੇ ਘਰ ਪੈਦਾ ਹੋਈ ਬੇਟੀ ਜਿਹਦਾ ਨਾਮ ਉਹਨਾਂ ਨੇ ਗੰਗਾ ਰੱਖਿਆ। ਗੰਗਾ ਨਾਂ ਇਸ ਕਰਕੇ ਰੱਖਿਆ ਕਿ ਉਹ ਬੇਟੀ ਸੀ ਜਿਹੜੀ ਜਦੋਂ ਕਹਿੰਦੇ ਪੈਦਾ ਹੋਈ ਆ, ਉਹ ਇਤਿਹਾਸ ਵਿੱਚ ਲਿਖਿਆ ਗਾ ਕਿ ਬੜੀ ਹੀ ਸ਼ੀਤਲ ਸੁਭਾਅ ਦੀ, ਬੜੀ ਰੂਹਾਨੀਅਤ ਰੂਹ ਵਾਲੀ ਸੀ। ਤੇ ਇਸ ਕਰਕੇ ਉਹਦਾ ਨਾਂ ਗੰਗਾ ਰੱਖਿਆ ਗਿਆ। ਹੌਲੀ ਹੌਲੀ ਜਿਸ ਤਰ੍ਹਾਂ ਉਸ ਦੇ ਉੱਤੇ ਕਿਸ਼ੋਰ ਅਵਸਥਾ ਆਈ ਤੇ ਉਦੋਂ ਬਾਅਦ ਉਸ ਦਾ ਜੋ ਰਿਸ਼ਤਾ ਸੀਗਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਸ਼ਹੀਦ ਸਾਹਿਬ ਕਮਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਉਹਨਾਂ ਦਾ ਰਿਸ਼ਤਾ ਕੀਤਾ ਗਿਆ। ਤਾਂ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬਾਂ ਦੀ ਬਰਾਤ ਮਾਓ ਪਿੰਡ ਵਿੱਚ ਆਈ ਤਾਂ ਉਹਨਾਂ ਦਾ ਜਿਵੇਂ ਪਹਿਲਾਂ ਪੁਰਾਣਾ ਰਿਵਾਜ ਹੁੰਦਾ ਸੀਗਾ ਕਿ ਉਹਨਾਂ ਦਾ ਬੈਠਣ ਦਾ ਪ੍ਰਬੰਧ ਕੀਤਾ ਗਿਆ। ਜਦੋਂ ਆ ਕੇ ਉੱਥੇ ਬੈਠੇ ਤਾਂ ਉਹ ਬਰਾਤ ਦੇ ਵਿੱਚ ਐਕਚੁਅਲੀ ਕੀ ਸੀਗਾ ਕਿ ਅੱਜ ਵਰਗੀ ਬਰਾਤ ਨਹੀਂ ਸੀ ਉਹ, ਜਿਹੜੀਆਂ ਅੱਜ ਬਰਾਤਾਂ ਚੱਲਦੀਆਂ ਇਹੀ ਜਿਹੀ ਬਰਾਤ ਨਹੀਂ ਸੀ ਪ੍ਰੀਤੀ ਜੀ, ਕਿਉਂਕਿ ਉਹਦੇ ਵਿੱਚ ਸਾਰੇ ਹੀ ਉਹ ਉੱਚ ਕੋਟੀ ਦੇ ਵਿਦਵਾਨ ਲੋਕ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ, ਸਾਈਂ ਮੀਆਂ ਮੀਰ, ਇਹੋ ਜਿਹੇ ਉੱਚ ਕੋਟੀ ਦੇ ਵਿਦਵਾਨ ਤੇ ਪਹੁੰਚੀਆਂ ਹੋਈਆਂ ਰੂਹਾਂ ਉਹ ਉਸ ਬਰਾਤ ਦੀ ਬਰਾਤੀ ਸਨ। ਤੇ ਅੱਜ ਵਾਲੀ ਗੱਲ ਨਹੀਂ ਸੀ ਉੱਥੇ, ਕੋਈ ਢੋਲ ਢਮੱਕਾ ਵਾਲੀ ਗੱਲ ਕਹਿ ਲਓ, ਆਰਕੈਸਟਰਾ ਵਾਲਾ ਸਿਸਟਮ ਕਹਿ ਲਓ, ਤੇ ਹੋਰ ਜੋ ਵੀ ABC ਮੈਂ ਬੜਾ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ। ਸੋ ਉਸ ਸਮੇਂ ਦੇ ਉੱਤੇ ਕਿ ਉਹ ਸਾਰੇ ਹੀ ਉੱਚ ਕੋਟੀ ਦੇ ਵਿਦਵਾਨ ਉਸ ਬਰਾਤ ਦੇ ਬਰਾਤੀ ਸਨ। ਤੇ ਜਦੋਂ ਉਹ ਦਿੱਤੇ ਗਏ ਸਥਾਨ ਉੱਤੇ ਆ ਕੇ ਬੈਠ ਕੇ ਤਾਂ ਲੋਕਾਂ ਨੇ ਆ ਕੇ ਦੇਖਿਆ, ਜਿਹੜੇ ਆਮ ਉਸ ਪਿੰਡ ਦੇ ਲੋਕ ਸੀ ਉਹਨਾਂ ਨੇ ਜਦੋਂ ਦੇਖਿਆ ਤਾਂ ਉਹ ਜਾ ਕੇ ਕਿਸ਼ਨ ਚੰਦ ਚੌਧਰੀ ਨੂੰ ਕਹਿਣ ਲੱਗੇ ਕਿ ਚੌਧਰੀ ਸਾਹਿਬ ਤੁਸੀਂ ਤਾਂ ਕਿੱਡਾ ਮਾੜਾ ਕੰਮ ਕਰਤਾ। ਕਹਿੰਦੇ ਵੀ ਗੱਲ ਕੀ ਹੋਈ ਆ? ਗੱਲ ਕੀ ਹੋਣੀ ਸੀ ਕਿ ਤੁਸੀਂ ਸਾਦਾ ਨਾਲ ਕੁੜੀ ਵਿਆਹਤੀ ਤੇ ਕਿੱਥੋਂ ਰੋਟੀ ਖਾਊਗੀ? ਕਿਉਂਕਿ ਜਿਹੜੇ ਸਾਧ ਬੰਦੇ ਨੇ ਅਸੀਂ ਵੇਖਿਆ ਬਰਾਤ ਜਾ ਕੇ ਵੇਖੀ ਹੈ, ਉਹਦੇ ਵਿੱਚ ਤਾਂ ਸਾਨੂੰ ਇੱਕ ਬੰਦਾ ਵੀ ਨਹੀਂ ਕੋਈ ਟੌਰ ਫੌੜ ਵਾਲਾ ਲੱਗਿਆ, ਤੇ ਨਾ ਕੋਈ ਉੱਥੇ ਬਾਜਾ ਹੈ, ਨਾ ਕੋਈ ਸਤਾਰ ਹੈ, ਤੇ ਨਾ ਕੋਈ ਇਹੋ ਜਿਹਾ ਢੋਲ ਢਮੱਕਾ ਹੈ ਕਿ ਇਹੋ ਜਿਹੇ ਘਰੇ ਤੁਸੀਂ ਬੇਟੀ ਦਾ ਸ਼ਾਦੀ ਕਰ ਰਹੇ ਹੋ। ਤੇ ਇਸ ਤਰੀਕੇ ਨਾਲ ਜਦੋਂ ਗੱਲਾਂ ਹੋਈਆਂ ਤਾਂ ਉਹ ਕਹਿੰਦੇ ਫਿਰ ਹੁਣ ਕਰੀਏ ਕੀ? ਉਹਨਾਂ ਦਾ ਮਨ ਵੀ ਬਦਲ ਗਿਆ। ਤਾਂ ਸਾਰਿਆਂ ਨੇ ਗੱਲ ਬਣਾ ਲਈ, ਕਹਿੰਦੇ ਆਪਾਂ ਐਂ ਕਰਦੇ ਹਾਂ
ਕਿ ਆਪਾਂ ਜਾ ਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਸਾਡੇ ਪਿੰਡ ਵਿੱਚ ਇੱਕ ਰਿਵਾਜ ਹੈ, ਸਾਡੇ ਪਿੰਡ ਦੀ ਇੱਕ ਰੀਤ ਹੈ ਕਿ ਜਿਹੜਾ ਨਵਾਂ ਵਿਆਹੰਦੜ ਆਉਂਦਾ, ਜਿਹੜਾ ਨਵਾਂ ਕੁੜੀ ਨੂੰ ਵਿਆਹ ਕੇ ਲੈ ਕੇ ਜਾਂਦਾ ਸਾਡੇ ਪਿੰਡੋਂ, ਉਹ ਇੱਕ ਘੋੜੇ ਉੱਤੇ ਚੜ੍ਹ ਕੇ ਹਾਂਜੀ ਤੇ ਉਹ ਕਿੱਲਾ ਰੂਪ ਜਿਹੜਾ ਹੁੰਦਾ ਕਿੱਲੇ ਨੂੰ ਨੇਜੇ ਨਾਲ ਪੱਟਦਾ। ਅੱਛਾ ਜੀ, ਆਪਾਂ ਇਹ ਜਾ ਕੇ ਕਹਿ ਦਿੰਦੇ ਆ। ਹਾਂਜੀ, ਤੇ ਉਹ ਕਿੱਲਾ ਕੀ ਬਣਾਈਏ, ਫਿਰ ਕਹਿੰਦੇ ਉਹ ਪਿੰਡ ਦੇ ਵਿਚਾਲੇ ਹਜੇ ਵੀ ਪ੍ਰੀਤੀ ਜੀ ਉੱਥੇ ਹੈਗਾ। ਅੱਛਾ ਜੀ, ਜਿਹੜੇ ਨੇ ਜਾ ਕੇ ਦਰਸ਼ਨ ਕੀਤੇ ਨੇ ਉਹ ਬੜੇ ਭਾਗਾਂ ਵਾਲੇ ਨੇ ਉਸ ਜਗ੍ਹਾ ਦੇ, ਅਜੇ ਵੀ ਉੱਥੇ ਹੈ ਸਾਰਾ ਕੁਝ ਹੈਗਾ ਕਿ ਉਹਨਾਂ ਦੇ ਪਿੰਡ ਦੇ ਵਿਚਾਲੇ ਇੱਕ ਬਹੁਤ ਵੱਡਾ ਜੰਡ ਸੀ। ਹਾਂਜੀ, ਜੰਡ ਨੂੰ ਧਰਤੀ ਤੋਂ 3 ਫੁੱਟ ਛੱਡ ਕੇ ਵੱਢ ਦਿੱਤਾ ਗਿਆ ਤੇ ਉਹਨੂੰ ਕਿੱਲਾ ਰੂਪ ਬਣਾ ਦਿੱਤਾ ਗਿਆ। ਜੰਡ ਦੀਆਂ ਜਿਹੜੀਆਂ ਜੜ੍ਹਾਂ ਕਹਿੰਦੇ ਬੜੀਆਂ ਪਤਾਲ ਤੱਕ ਹੁੰਦੀਆਂ। ਹਾਂਜੀ 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 ਹਾਂਜੀ। ਤੇ ਉਹਨਾਂ ਨੇ ਇਹ ਸਕੀਮ ਬਣਾ ਲਈ ਕਿ ਜਿਹੜਾ ਜੰਡ ਦਾ ਦਰਖਤ ਹੈ ਆਪਾਂ ਇਹਨੂੰ ਤਹਾਂ ਤੋਂ ਵੱਢ ਕੇ ਕਿੱਲਾ ਬਣਾ ਦੇਣਾ ਤੇ ਜਾ ਕੇ ਕਹਿ ਦਿੰਦੇ ਆ ਕਿ ਭਾਈ ਇਸ ਤਰ੍ਹਾਂ ਦੀ ਜੇ ਸਾਡੀ ਸ਼ਰਤ ਹੈ ਪੂਰੀ ਕਰ ਦਿਓਗੇ ਤਾਂ ਅਸੀਂ ਜਿਹੜਾ ਹੈਗਾ ਕੁੜੀ ਦੇ ਆਨੰਦ ਕਾਰਜ ਦੇ ਦਿਆਂਗੇ ਤੇ ਨਹੀਂ ਤਾਂ ਫਿਰ ਵਾਪਸ ਜਾਓ। ਤੇ ਉਹ ਸਾਰਿਆਂ ਨੇ ਗੱਲ ਬਣਾ ਕੇ ਹੁਣ ਜਦੋਂ ਉਹ ਉੱਥੇ ਪਹੁੰਚ ਗਏ ਜਿੱਥੇ ਬਰਾਤ ਬੈਠੀ ਸੀ ਵਿਸ਼ਰਾਮ ਕਰ ਰਹੇ ਸਨ ਤੇ ਉੱਥੇ ਕੌਣ ਸੀਗੇ? ਸਾਈਂ ਮੀਆਂ ਮੀਰ ਸਾਹਿਬ, ਬਾਬਾ ਬੁੱਢਾ ਸਾਹਿਬ ਜੀ, ਹੋਰ ਉੱਚ ਕੋਟੀ ਦੇ ਵਿਦਵਾਨ ਉੱਥੇ ਬੈਠੇ ਸਨ। ਤੇ ਉਹ ਜਿਹੜੀਆਂ ਗੱਲਾਂ ਉੱਥੇ ਜਾ ਕੇ ਬਾਬਾ ਬੁੱਢਾ ਜੀ ਨਾਲ ਕਰਦੇ ਨੇ ਉਸ ਨੂੰ ਥੋੜਾ ਜਿਹਾ ਕਾਵਿ ਰੂਪ ਦੇ ਵਿੱਚ ਅਸੀਂ ਬਣਾਈ ਹੈ ਗੱਲ। ਅੱਛਾ ਵੀ ਇਹ ਪੂਰੀ ਕਿਤਾਬ ਦੇ ਵਿੱਚ ਉਹੀ ਸਾਰਾ ਵਿਆਹ ਜਾਓ ਸਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਤੁਸੀਂ। ਹਾਂ ਤੇ ਉਹ ਫਿਰ ਉਹਨਾਂ ਨੂੰ ਜਦੋਂ ਜਾ ਕੇ ਉਹਨਾਂ ਨੇ ਇਹ ਗੱਲ ਉਹਨਾਂ ਨਾਲ ਕਰੀ, ਮਾਤਾ ਗੰਗਾ ਜੀ ਦੇ ਜਿਹੜੀ ਸਾਰੇ ਉਹਨਾਂ ਦੇ ਰਿਸ਼ਤੇਦਾਰ ਸੀ, ਬਾਬਾ ਬੁੱਢਾ ਸਾਹਿਬ ਜੀ ਸੀ, ਹੋਰਾਂ ਨਾਲ ਕੀਤੀ ਗੱਲ। ਤੇ ਉਹ ਜਾ ਕੇ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰਨਾ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਿੱਲਾ ਪੱਟੂਗਾ ਤਾਂ ਅਸੀਂ ਆਨੰਦ ਕਾਰਜ ਦੇਵਾਂਗੇ, ਵਰਨਾ ਨਹੀਂ ਦੇ ਸਕਦੇ। ਤੇ ਉਹ ਬਾਬਾ ਬੁੱਢਾ ਜੀ ਨੂੰ ਜਦੋਂ ਜਾ ਕੇ ਗੱਲ ਦੱਸੀ ਉਹਨਾਂ ਨੇ ਤੇ ਉਹ ਸਾਰੇ ਅੱਗੇ ਕੀ ਕਹਿੰਦੇ, ਬਾਬਾ ਬੁੱਢਾ ਜੀ ਕੀ ਕਹਿੰਦੇ, ਉਹ ਕਾਵਿ ਰੂਪ ਦਿੱਤਾ ਹੋਇਆ ਜੀ। ਉਹ ਸੁਣ ਕੇ ਸਾਰੀ ਵਾਰਤਾ ਗਿਆਨੀ ਨੇ ਹੱਸਦੇ, ਬਾਬਾ ਬੁੱਢਾ ਸਾਹਿਬ ਜੀ ਆਇਆ ਨੂੰ ਦੱਸਦੇ, ਉਹ ਧਰਮ ਹਮਾਰਾ ਸੱਜਣੋ ਖੁਸ਼ ਰਾਜੀ ਰੱਖਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਤੁਹਾਡੇ ਅੰਦਰ ਬਾਤ ਜੋ ਦਿਸਦੀ ਹੈ ਸਾਰੀ, ਆਏ ਬਰਾਤੀ ਰਾਠ ਨੇ ਨਾ ਕੋਈ ਭਖਾਰੀ, ਇੱਕ ਤੋਂ ਵੱਧ ਕੇ ਇੱਕ ਹੈ ਕੋਈ ਵੀ ਘਟਨਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਉਹ ਸ਼ੱਕ ਘਰਾਂ ਨੂੰ ਪੱਟਦਾ ਕਰਨਾ ਬਹੁਤਾ ਮਾੜਾ, ਰਿਸ਼ਤੇ ਨਾਤੇ ਟੁੱਟਦੇ ਵੱਧ ਜਾਂਦਾ ਪਾੜਾ, ਤੁਸੀਂ ਕੀਤਾ ਹੈ ਇਸ ਨੂੰ ਦੱਸੋ ਕੀ ਖੱਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਓਲੀਏ ਵੇਖਣਾ ਆਖਣਾ ਮਾੜਾ ਜਾਂ ਚੰਗਾ, ਜੀਵ ਧਰਤ ਤੇ ਆਮਦਾ ਹੁੰਦਾ ਪੂਰਾ ਨੰਗਾ, ਅੰਦਰੋਂ ਮੈਲ ਨਾ ਜਾਮਦੀ ਚਾਹੇ ਲਾਓ ਬਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਸਾਨੂੰ ਸੰਗਤ ਆਖਦੀ ਗੱਡੋ ਪਿੰਡ ਦੀ ਮੋੜੀ, ਤੁਸੀਂ ਪਟਾਉਣੀ ਲੋਚਦੇ ਤੁਹਾਡੀ ਮੱਤ ਹੈ ਥੋੜੀ, ਔਖਾ ਹੈ ਰੁੱਖ ਲਾਵਣਾ ਤੇ ਸੌਖਾ ਕੱਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਉਹ ਇੱਕ ਵਾਰ ਜੋ ਪੱਟਤਾ ਨਾ ਲੱਗਣਾ ਮੁੜਕੇ, ਮਾਓ ਪਿੰਡ ਦੇ ਵਾਸੀਆਂ ਨਾ ਬਹਿਣਾ ਜੁੜ ਕੇ, ਛੱਡ ਕੇ ਘਰ ਹਵੇਲੀਆਂ ਤੁਹਾਨੂੰ ਜਾਣਾ ਨੱਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਸ਼ਰਤ ਤੁਸਾਂ ਦੀ ਮੰਨ ਲਈ ਸੁਣ ਕੇ ਤੇ ਸਾਰੀ, ਅਰਜਨ ਦੇਵ ਜੀ ਆਉਣਗੇ ਜਾ ਕਰੋ ਤਿਆਰੀ, ਉਹਨਾਂ ਕਿੱਲਾ ਪੱਟਣਾ ਲਾਉਣਾ ਇੱਕ ਝਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਉਹ ਚੌਂਕ ਵਿਚਾਲੇ ਵੇਖਿਆ ਇੱਕ ਅਜਬ ਨਜ਼ਾਰਾ, ਨੇਜੇ ਉੱਪਰ ਟੰਗਿਆ ਜੰਡ ਕਿੱਲਾ ਪਾਰਾ, ਸਾਧੂ ਸਾਗਰ ਭੰਮਿਆ ਸਾਧੂ ਸਾਗਰ ਭੰਮਿਆ ਰੱਖਦੇ ਕੋਈ ਤੱਟ ਨਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ, ਅਸੀਂ ਤਾਂ ਕਿੱਲੇ ਗੱਡਦੇ ਕਿਉਂ ਕਿੱਲਾ ਪੱਟਣਾ। ਇਹ ਸਾਰੀਆਂ ਗੱਲਾਂ ਬਾਬਾ ਜੀ ਨੇ ਉਹਨਾਂ ਨੂੰ ਕਹੀਆਂ ਕਿ ਭਾਈ ਲੋਕ ਤਾਂ ਸਾਡੇ ਕੋਲੇ ਆਉਂਦੇ ਆ ਕਿ ਸਾਡੇ ਪਿੰਡ ਦੀ ਤੁਸੀਂ ਮੋੜੀ ਰੱਖ ਦਿਓ, ਸਾਡੇ ਪਿੰਡ ਦੀ ਇੱਟ ਰੱਖ ਦਿਓ, ਤੇ ਤੁਸੀਂ ਭਾਗ ਲਓ
ਭੋਲੇ ਹੋ, ਤੁਸੀਂ ਪਟਾਉਣ ਨੂੰ ਫਿਰਦੇ ਹੋ। ਤੇ ਨਾਲ ਪ੍ਰੀਤੀ ਜੀ ਉਹਨਾਂ ਨੂੰ ਇਹ ਸ਼ਰਾਪ ਵੀ ਦਿੱਤਾ ਉਹਨਾਂ ਨੇ ਕਿ ਕਿਲਾ ਦਾ ਪੱਟ ਦਿੱਤਾ ਜਾਊਗਾ, ਪਰ ਮਾਓ ਸਾਹਿਬ ਵਿੱਚ ਮਾਓ ਪਿੰਡ ਦੇ ਜਿਹੜੇ ਪੁਰਾਣੇ ਵਸਨੀਕ ਨੇ, ਉੱਥੋਂ ਦੇ ਪੂਰਨ ਪੁਰਾਣੇ ਨੇ ਜਿਹੜੇ, ਉਹ ਇੱਥੇ ਵਾਸ ਨਹੀਂ ਕਰ ਸਕਣਗੇ। ਤੇ ਅੱਜ ਵੀ ਉਹੀ ਗੱਲ ਹੈ ਕਿ ਉੱਥੋਂ ਦਾ ਜਿਹੜਾ ਨਿੱਜੀ ਵਸਨੀਕ ਹੈ ਉਹ ਉੱਥੇ ਬਹੁਤ ਘੱਟ ਨੇ, ਘੱਟ ਤਾਂ ਬਾਹਰ ਰਹਿੰਦੇ ਨੇ, ਬਾਹਰ ਵਾਲੇ ਲੋਕ ਹੀ ਉੱਥੇ ਵਾਸ ਕਰਦੇ ਨੇ। ਇਹ ਮਾਤਾ ਗੰਗਾ ਜੀ ਦੇ ਕਿੱਸੇ ਵਿੱਚ ਨਹੀਂ ਬਹੁਤ ਬਹੁਤ ਖੂਬ। ਤੇ ਮੇਰੇ ਖਿਆਲ 'ਚ ਸਾਰੇ ਦਰਸ਼ਕ ਸਰੋਤੇ ਬਹੁਤ ਆਨੰਦ ਮਾਣ ਰਹੇ ਨੇ ਤੁਹਾਡੇ ਕਿੱਸਿਆਂ ਦਾ। ਧੰਨਵਾਦ। ਹਾਂਜੀ, ਤੇ ਇਸੇ ਦੌਰਾਨ ਅੰਮ੍ਰਿਤ ਜੀ ਸਾਡੇ ਨਾਲ, ਉਹਨਾਂ ਨੇ ਤੁਹਾਨੂੰ ਇੱਕ ਸਵਾਲ ਫੇਰ ਕੀਤਾ। ਉਹ ਪੁੱਛ ਰਹੇ ਨੇ, ਕਹਿੰਦੇ ਜਿੱਦਾਂ ਤੁਸੀਂ ਕਹਾਣੀ ਲਿਖਦੇ ਸੀ ਸ਼੍ਰੀਮਾਨ ਜੀ, ਤੁਸੀਂ ਕਹਾਣੀ ਲਿਖਦੇ ਸੀਗੇ ਤਾਂ ਕਿ ਤੁਹਾਡੀਆਂ ਕਹਾਣੀਆਂ ਜਾਂ ਇਹ ਕਿੱਸੇ ਅਖਬਾਰਾਂ ਰਸਾਲਿਆਂ 'ਚ ਵੀ ਛਪੇ ਨੇ? ਹਾਂਜੀ, ਜੋ ਕਹਾਣੀਆਂ ਦੀ ਗੱਲ ਹੈਗੀ ਆ ਉਹ ਉਸ ਸਮੇਂ ਦੇ ਉੱਤੇ 83 ਦੇ 84 ਦੀ ਗੱਲ ਹੈ ਕਿ ਉਸ ਸਮੇਂ ਲੋਕ ਲਹਿਰ ਅਖਬਾਰ ਛਪਦਾ ਹੁੰਦਾ ਸੀਗਾ। ਹਾਂਜੀ, ਉਹ ਲੋਕ ਲਹਿਰ ਅਖਬਾਰ ਵਿੱਚ ਜ਼ਿਆਦਾ ਉਹ ਕਹਾਣੀਆਂ ਛਪੀਆਂ। ਤੋਂ ਇੱਕ ਪ੍ਰਤੀਕਰਮ ਮੈਗਜ਼ੀਨ ਛਪਦਾ ਸੀ, ਜਿਨ੍ਹਾਂ ਦੇ ਐਡੀਟਰ ਬਹੁਤ ਹੀ ਸਤਿਕਾਰਯੋਗ ਪਰਮਜੋਤ ਕੌਰ ਜੀ ਸਨ। ਤੇ ਉਹ ਜਿਹੜਾ ਸੀ ਲੁਧਿਆਣੇ ਤੋਂ ਛਪਦਾ ਹੁੰਦਾ ਸੀਗਾ, ਉਹਦੇ ਵਿੱਚ ਵੀ ਉਹ ਲੱਗਦੀ ਸੀ। ਹਾਂਜੀ ਹਾਂਜੀ, ਬਹੁਤ ਖੂਬ। ਤੇ ਮਤਲਬ ਤੁਹਾਡੇ ਜਿਹੜੇ ਕਿੱਸੇ ਨੇ ਇਹਨਾਂ ਦੇ ਕੁਝ ਅੰਸ਼ ਕਿਸੇ ਅਖਬਾਰਾਂ ਦੇ ਵਿੱਚ ਛਪੇ? ਹਾਂ, ਨਹੀਂ, ਉਹ ਵੈਸੇ ਟੁੱਟਮੀਆਂ ਜਿਹੜੀਆਂ ਸ਼ਾਦੀਆਂ ਹੈਗੀਆਂ, ਜਿਵੇਂ ਜਸਟ ਮਾਂ ਦੇ ਦੁੱਧ ਦੀ ਗੱਲ ਕਰਦੇ ਆ, ਤੇ ਹੋਰ ਇਸ ਤਰ੍ਹਾਂ ਦੀਆਂ ਵਾਤਾਵਰਨ ਦੀ ਗੱਲ ਹੈ, ਇਹ ਸਾਰੀਆਂ ਪੰਜਾਬੀ ਟ੍ਰਿਬਿਊਨ ਵਿੱਚ ਕਦੇ ਕਦੇ ਛਪਦੀਆਂ ਰਹਿੰਦੀਆਂ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਆ। ਤੇ ਅੰਮ੍ਰਿਤ ਜੀ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਕਹਿੰਦਾ ਮਾਈ ਤੇਰਾ ਪੁੱਤ ਲਾਡਲਾ। ਅਸੀਂ ਗੀਤ ਵੀ ਪਲੇ ਕਰਾਂਗੇ। ਤੇ ਇਹ ਮੇਰੇ ਖਿਆਲ 'ਚ ਇਮੋਸ਼ਨਲ ਹੋ ਗਏ ਨੇ ਤੁਹਾਡੇ ਜਿਹੜੇ ਕਿਸੇ ਸੁਣ ਕੇ। ਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਨੇ ਮਾਂ ਦੇ ਦੁੱਧ ਵਾਲਾ ਸੁਣਾਇਆ ਸੀ, ਤੇ ਉਸ ਤੋਂ ਬਾਅਦ ਹੀ ਇਹਨਾਂ ਦੀ ਇਹ ਫਰਮਾਇਸ਼ ਆਈ ਆ, ਕਹਿੰਦੇ ਗੀਤ ਜਲਾਓ ਜੀ ਮਾਈ ਤੇਰਾ ਪੁੱਤ ਲਾਡਲਾ। ਤੇ ਜ਼ਰੂਰ ਅਸੀਂ ਪਲੇ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਤੁਸੀਂ ਇੰਜੋਏ। ਦੋਸਤੋ, ਤੁਸੀਂ ਸੁਣ ਰਹੇ ਸੀ ਪ੍ਰਦੇਸ਼ ਗੀਤ। ਤੇ ਇਸ ਤੋਂ ਬਾਅਦ ਆਪਣੇ ਨਾਲ ਫੇਰ ਹਾਜ਼ਰ ਨੇ ਦਰਸ਼ਨ ਸਿੰਘ ਭੰਮੇ ਜੀ। ਤੇ ਦਰਸ਼ਨ ਸਿੰਘ ਭੰਮੇ ਜੀ ਜੌਬ ਕਰਦੇ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ। ਤੇ ਸਰ, ਅਸੀਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਸੀ ਮੈਂ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਲਿਖਣ ਨੂੰ ਬਹੁਤ ਕੁਝ ਮਿਲਿਆ ਹੋਣਾ, ਮਤਲਬ ਜਿਹੜੀਆਂ ਘਟਨਾਵਾਂ ਡੇਲੀ ਵਾਪਰਦੀਆਂ ਨੇ ਤਾਂ ਉਹਨਾਂ ਨੇ ਤੁਹਾਡੇ ਦਿਲ ਨੂੰ ਬੜਾ ਮਤਲਬ ਟੱਚ ਕੀਤਾ ਹੋਣਾ, ਤੇ ਤੁਸੀਂ ਬਹੁਤ ਕੁਝ ਲਿਖਿਆ ਹੋਣਾ। ਉਹ ਇਨਸੀਡੈਂਟਾਂ ਨਾਲ ਰਿਲੇਟਡ ਰਚਨਾਵਾਂ ਜ਼ਰੂਰ ਸੁਣਾਓ। ਹਾਂ, ਉਹ ਇਸ ਤਰ੍ਹਾਂ ਪ੍ਰੀਤੀ ਜੀ ਕਿ ਹੁਣ ਕਈ ਜ਼ਿਲ੍ਹੇ ਸਾਡੇ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਤਮਾਕੂ ਰਹਿਤ ਘੋਸ਼ਿਤ ਕੀਤੇ ਹੋਏ ਹੈ। ਹਾਂਜੀ, ਕਿਉਂਕਿ ਤਮਾਕੂ ਆ ਜਿਹੜਾ ਤਮਾਕੂ ਤੋਂ ਨਿਕਲਣ ਵਾਲਾ ਧੂੰਆਂ, ਉਹਦੇ ਉੱਤੇ ਵਿਗਿਆਨੀਆਂ ਨੇ ਖੋਜ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜਾ ਇਹ ਤਮਾਕੂ ਦਾ ਧੂੰਆਂ, ਇਹਦੇ ਵਿੱਚ तमाम ਪ੍ਰਕਾਰ ਦੇ ਰਸਾਇਣਕ ਤੱਤ ਹੈ ਜਿਹੜੇ ਕਿ ਸਾਡੇ ਸਰੀਰ ਵਿੱਚ ਜਾਂਦੇ ਨੇ ਤੇ ਜਾ ਕੇ ਉਹ ਬਹੁਤ ਹੀ ਭੈੜੇ ਰੋਗ ਲਾਉਂਦੇ ਨੇ। ਜਸਟ ਲਾਈਕ ਟਿਊਬਰਕਲੋਸਿਸ ਹੈ, ਜਿਵੇਂ ਜਿਹਨੂੰ ਟੀਬੀ ਕਹਿੰਦੇ ਆ, ਕਿ ਟੀਬੀ ਵਰਗੇ ਰੋਗ ਹੈ, ਅਲਸਰ ਹੁੰਦੇ ਨੇ, ਇਹਦੇ ਨਾਲ ਅੰਦਰ ਜ਼ਖਮ ਹੋ ਜਾਂਦੇ ਆ, ਜਿਹਦੇ ਨਾਲ ਕਿ ਕੈਂਸਰ ਵਰਗੇ ਰੋਗਾਂ ਨੂੰ ਵੀ ਇਹ ਪੈਦਾ ਕਰਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਘੋਸ਼ਿਤ ਕੀਤਾ ਹੋਇਆ, ਖਾਸ ਕਰਕੇ ਸਾਡਾ ਮਾਨਸਾ ਜ਼ਿਲ੍ਹਾ ਤਾਂ ਕਿ ਉਹ 31/12/2012 ਨੂੰ ਘੋਸ਼ਿਤ ਕੀਤਾ ਹੋਇਆ ਕਿ ਤਮਾਕੂ ਰਹਿਤ ਹੈ ਇਹ। ਤਮਾਕੂ ਰਹਿਤ ਤੋਂ ਭਾਵ ਕੀ ਹੈ ਕਿ ਕੋਈ ਵੀ ਜਨਤਕ ਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਬੀੜੀ ਸਿਗਰਟ ਨਹੀਂ ਪੀ ਸਕਦਾ। ਅਗਰ ਉਹ ਪੀਂਦਾ ਤਾਂ ਉਹ ਦੋਸ਼ੀ ਹੈ, ਉਹਦਾ ਚਲਾਨ ਕੱਟਿਆ ਜਾ ਸਕਦਾ। ਸੋ ਉਸ ਤਰੀਕੇ ਦੀਆਂ ਅਸੀਂ ਜਿਹੜੀਆਂ ਇਹ ਗੱਲਾਂ ਨੇ, ਜਦੋਂ ਅਸੀਂ ਲੋਕਾਂ ਵਿੱਚ ਲੈ ਕੇ ਜਾਂਦੇ ਹਾਂ ਤਾਂ ਲੋਕਾਂ ਨੂੰ ਇਕੱਤਰਿਤ ਕਰਨ ਵਾਸਤੇ ਕਿਸੇ ਖਾਸ ਚੀਜ਼ ਦੀ ਲੋੜ ਹੁੰਦੀ ਹੈ। ਸੋ ਅਸੀਂ ਉੱਥੇ ਲੈਂਦੇ ਹਾਂ, ਇਸ ਦਾ ਆਸਰਾ ਲੈਂਦੇ ਹਾਂ ਸਾਡੀ ਕਵਿਸ਼ਰੀ ਦਾ, ਜਿਹਦੇ ਕਰਕੇ ਸਾਡੀ ਅੱਜ ਗੱਲਬਾਤ ਕਰ ਰਹੇ ਹਾਂ ਆਪਾਂ। ਉਹ ਕਵਿਸ਼ਰੀ ਦੀ ਅਸੀਂ ਲੈਂਦੇ ਹਾਂ, ਸਹਾਰਾ ਲੈਂਦੇ ਹਾਂ, ਤਾਂ ਲੋਕ ਉੱਥੇ ਇਕੱਤਰ ਹੁੰਦੇ ਆ। ਜਦੋਂ ਲੋਕ ਇਕੱਤਰ ਹੁੰਦੇ ਆ ਤਾਂ ਅਸੀਂ ਉੱਥੇ ਇੰਨੀਆਂ ਜਾਣਕਾਰੀਆਂ ਦਿੰਦੇ ਹਾਂ। ਉਹ ਕਾਵਿ ਰੂਪ ਦੇ ਵਿੱਚ ਹੀ ਅਸੀਂ ਤਮਾਕੂ ਦੀ ਗੱਲ ਕੀਤੀ ਹੋਈ ਹੈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੇ ਇਹ ਵੀ ਮਨੋਹਰ ਭਵਾਨੀ ਛੰਦ ਹੈਗਾ, ਉਹਦੇ ਵਿੱਚ ਅਸੀਂ ਤਮਾਕੂ ਬਾਰੇ ਲਿਖਿਆ ਹੈਗਾ ਕਿ ਇੱਕ ਮੁੰਡਾ ਹੈਗਾ, ਉਹ ਆਪਦੇ ਬਾਪੂ ਨੂੰ ਕਹਿੰਦਾ ਜਾ ਕੇ, ਕਿਉਂਕਿ ਉਹਨੇ ਲੋਕਾਂ ਦੀਆਂ ਗੱਲਾਂ ਸੁਣੀਆਂ ਕਿ ਤਮਾਕੂ ਬੜੀ ਮਾੜੀ ਚੀਜ਼ ਹੈ। ਸੋ ਸਰੋਤਿਆਂ ਨਾਲ ਵੀ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਹ ਗੱਲ ਆਪਦੇ ਜ਼ਿਹਨ ਵਿੱਚ ਬਿਠਾਓ ਕਿ ਤਮਾਕੂ ਬਹੁਤ ਹੀ ਮਾੜੀ ਚੀਜ਼ ਹੈ, ਜਿਹਦੇ ਵਿੱਚੋਂ ਨਿਕਲਣ ਵਾਲਾ ਧੂੰਆਂ तमाम ਰੋਗਾਂ ਨੂੰ ਪੈਦਾ ਕਰਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬੱਚੇ ਨੇ ਸੁਣੀਆਂ ਤੇ ਉਹਦਾ ਬਾਪੂ ਜਿਹੜਾ ਰੋਜ਼ ਬੀੜੀ ਸਿਗਰਟ ਪੀਂਦਾ ਸੀਗਾ ਤੇ ਉਹ ਉਹਨੂੰ ਜਾ ਕੇ ਗੱਲ ਕਰਦਾ ਤੇ ਉਹ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਕਾਵਿ ਰੂਪ ਦੇ ਵਿੱਚ। ਉਹ ਜਿਹੜੇ ਰੋਜ਼ ਤਮਾਕੂ ਪੀਂਦੇ, ਬਹੁਤਾ ਚਿਰ ਨਾ ਹਵਾ ਪੂਜੀਂਦੇ, ਜਾਂਦੇ ਬਲ ਸਿਵਿਆਂ ਦੇ ਦੀਂਦੇ, ਨਿਆਣੇ ਰੋਂਦੇ ਨੇ ਬਾਪੂ, ਬਿਨਾ ਮਾਪਿਆਂ ਰੋਟੀ ਕੁੱਤੇ ਖਾਉਂਦੇ ਨੇ ਬਾਪੂ, ਬਿਨਾ ਮਾਪਿਆਂ ਰੋਟੀ ਕੁੱਤੇ ਖਾਉਂਦੇ ਨੇ ਬਾਪੂ।
ਉਹ ਸੁਣ ਲੋ ਗੱਲ ਬਾਪੂ ਜੀ ਮੇਰੀ 16 ਆਨੇ 40 ਸੇਰੀ ਦਿੰਦੇ ਸਿੱਖਿਆ ਬੈਦ ਬਥੇਰੀ ਤੂੰ ਆ ਕਰੇ ਖਰਾਬੀ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਬਾਪੂ ਜੀ ਛੱਡ ਤਮਾਕੂ ਖਿੱਚਣਾ ਹੁੰਦੇ ਤਤ ਤਜਾਬੀ ਜੀ ਉਹ ਇਹ ਦੇਹੀ ਜੈਸੇ ਮੰਦਰ ਬਸਦਾ ਰਾਮ ਇਸ ਦੇ ਅੰਦਰ ਕਰਦਾ 10 ਕਾਸ ਤੋਂ ਗੰਦਰ ਉੜਜੂ ਸ਼ਾਨ ਮਨਾਰੇ ਦੀ ਰੰਗ ਬਟਾ ਕੇ ਬਣ ਜੂ ਦੇਹੀ ਜੈਸੇ ਹਾਰੇ ਦੀ ਉਹ ਤੂੰ ਆ ਫੇਫੜਿਆਂ ਵਿੱਚ ਜਾਵੇ ਕੈਂਸਰ ਸਾਹ ਦੇ ਰੋਗ ਲਗਾਵੇ ਮੁਖ ਚੋਂ ਬੋਗੰਦੀ ਵੀ ਆਵੇ ਕਾਲੇ ਬੁੱਲ ਗੁਲਾਬੀ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਬਾਪੂ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਉਹ ਤੂੰ ਆ ਹਵਾ ਨੂੰ ਦੂਸ਼ਿਤ ਕਰਦਾ ਜੀਆ ਜੰਤ ਦੁੱਖੜੇ ਜਰਦਾ ਲੰਮੇ ਲੰਮੇ ਹੋ ਕੇ ਭਰਦਾ ਸੌਖਾ ਸਾਣਾ ਆਵੇ ਜੀ ਰੋਗਾਂ ਨੇ ਦਬ ਲਿਆ ਵਿਚਾਰਾ ਕਿੱਥੇ ਜਾਵੇ ਜੀ ਦੱਸਦੇ ਬੀੜੀ ਖੰਗ ਦੀ ਮਾਈ ਗੁਰੂਆਂ ਪੀਰਾਂ ਗੱਲ ਬਤਾਈ ਕਈਆਂ ਅੱਗ ਘਰਾਂ ਨੂੰ ਲਾਈ ਹੋ ਗਈ ਭਸਮ ਨਵਾਬੀ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਬਾਪੂ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਉਹ ਕਲੀ ਜਰਦੇ ਵਿੱਚ ਰਲਾ ਕੇ ਹੱਥਾਂ ਨਾਲ ਪਟਾਕੇ ਪਾ ਕੇ ਰੱਖਦੇ ਬੁੱਲਾਂ ਵਿੱਚ ਟਕਾ ਕੇ ਥੁੱਕਦੇ ਵਾਰੀ ਵਾਰੀ ਜੀ ਹੁੰਦੇ ਦੰਦ ਖਰਾਬ ਕਦੇ ਨਾ ਗੱਲ ਵਿਚਾਰੀ ਜੀ ਇੱਕੋ ਭਮਿਆ ਟੇਕ ਟਕਾ ਲੈ ਬੀੜੀ ਸਿਗਰਟ ਦੂਰ ਪਜਾ ਲੈ ਉੱਚੀਆਂ ਹੇਕਾਂ ਲਾ ਕੇ ਗਾ ਲੈ ਅਸੀਂ ਹਾਂ ਪੁੱਤ ਪੰਜਾਬੀ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਬਾਪੂ ਜੀ ਛੱਡ ਤਮਾਕੂ ਪੀਣਾ ਹੁੰਦੇ ਤਤ ਤਜਾਬੀ ਜੀ ਕਿਆ ਬਾਤ ਇਸ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਜੀ ਲੋਕਾਂ ਨਾਲ ਸਾਂਝੀਆਂ ਕਰਦੇ ਆ ਤੇ ਬੜਾ ਹੁੰਗਾਰਾ ਮਿਲਦਾ ਹੈ ਬੜੇ ਲੋਕ ਇਹ ਸੁਣ ਕੇ ਕੁਛ ਨਾ ਕੁਛ ਤਾਂ ਫਰਕ ਪੈਂਦਾ ਹੈ ਹਾਂਜੀ ਹਾਂਜੀ ਜਦੋਂ ਅਸੀਂ ਵਾਰੀ ਕੋਈ ਗੱਲ ਕਰਦੇ ਆ ਤੇ ਜਿਹਨ ਵਿੱਚ ਉਤਰਦੀ ਹੈ ਕਿ ਕੋਈ ਇਹ ਗੱਲ ਖਾਸ ਕਰ ਰਹੇ ਨੇ ਸੋ ਹੁਣ ਜਿਹੜਾ ਹੈਗਾ ਤਮਾਕੂ ਪਰ ਨਵੀਂ ਜਿਹੜੀ ਜਨਰੇਸ਼ਨ ਹੈ ਮੈਨੂੰ ਲੱਗਦਾ ਵੀ ਪਹਿਲਾਂ ਨਾਲੋਂ ਘੱਟ ਪੀ ਰਹੀ ਹੈ ਹੁੱਕੇ ਹੱਕੇ ਤਾਂ ਹੈ ਹੀ ਨਹੀਂ ਪਿੰਡਾਂ ਵਿੱਚ ਜ਼ਿਆਦਾ ਕਰਕੇ ਇਹ ਬੀੜੀਆਂ ਸਿਗਰਟਾਂ ਹੈਗੀਆਂ ਤੇ ਉਹਦੇ ਬਾਰੇ ਵੀ ਹਜੇ ਲੋਕਾਂ ਨੂੰ ਸਭ ਨੂੰ ਗਿਆਨ ਹੁੰਦਾ ਜਾਂਦਾ ਤੇ ਲੱਗਦਾ ਵੀ ਠੀਕ ਹੋ ਜਾਊਗਾ ਹਾਂਜੀ ਤੇ ਤੁਹਾਡੇ ਜੌਬ ਦੇ ਐਕਸਪੀਰੀਅੰਸ ਕਿੱਦਾਂ ਦੇ ਰਹੇ ਮਤਲਬ ਕਿੱਦਾਂ ਤੁਸੀਂ ਐਕਸਪੀਰੀਅੰਸ ਰਹੇ ਤੇ ਕੋਈ ਯਾਦਗਾਰੀ ਘਟਨਾ ਦੱਸੋ ਜਿਹੜੀ ਜੌਬ ਦੇ ਵਿੱਚ ਹੋਈ ਜਿਹਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਹੋਵੇ ਦੇਖੋ ਜੀ ਸਿਹਤ ਮਹਿਕਮਾ ਦੇ ਵਿੱਚ ਜਿਹੜੀ ਜੌਬ ਹੈਗੀ ਹੈ ਉਹ ਸਾਰੀ ਬੜੀ ਹੀ ਮੈਂ ਤਾਂ ਕਹੂੰਗਾ ਸੇਵਾ ਭਾਵਨਾ ਵਾਲੀ ਹੁੰਦੀ ਹੈ ਹਾਂਜੀ ਤੇ ਭਾਈ ਕਨਈਏ ਜੀ ਵਾਲਾ ਮਿਸ਼ਨ ਹੈ ਇਹ ਹਾਂਜੀ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰਿਆਂ ਦੀ ਸੇਵਾ ਕੀਤੀ ਹੈ ਤੇ ਉਸ ਤਰ੍ਹਾਂ ਹੀ ਸਾਰੇ ਸੇਵਾਦਾਰ ਬਣੇ ਆ ਸਿਹਤ ਮਹਿਕਮੇ ਦੇ ਤੇ ਸੋ ਜੋ ਘਟਨਾ ਦੀ ਗੱਲ ਹੈਗੀ ਆ ਘਟਨਾ ਦਾ ਪ੍ਰੀਤੀ ਜੀ ਸਾਰੀਆਂ ਨਵੀਆਂ ਹੁੰਦੀਆਂ ਕੋਈ ਪੁਰਾਣੀ ਨਹੀਂ ਹੁੰਦੀ ਕਿਉਂਕਿ ਹਸਪਤਾਲ ਵਿੱਚ ਜਾਂ ਮੈਡੀਕਲ ਜਾਂ ਪੈਰਾਮੈਡੀਕਲ ਦੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਦੇ ਨਾਲ ਜਦੋਂ ਵੀ ਕੋਈ ਬਾਹਰੋਂ ਆ ਕੇ ਜੁੜਦਾ ਹੈ ਉਹ ਤਕਰੀਬਨ ਸਾਰੀ ਨਵੀਂ ਘਟਨਾ ਹੁੰਦੀ ਹੈ ਕਿਸੇ ਨੂੰ ਕੋਈ ਬੁਖਾਰ ਹੈ ਕਿਸੇ ਨੂੰ ਹੋ ਰਿਹਾ ਸਾਰੀਆਂ ਨਵੀਆਂ ਹੁੰਦੀਆਂ ਤੇ ਕੋਈ ਹਾਸੇ ਵਾਲੀ ਘਟਨਾ ਵਾਪਰੀ ਹੋਵੇ ਹਾਸੇ ਵਾਲੀ ਤਾਂ ਵੇਖੋ ਜੀ ਪ੍ਰੀਤੀ ਜੀ ਥੋੜੀ ਜਿਹੀ ਗੱਲ ਹੋਰ ਪਾਸੇ ਜਾਂਦੀ ਹੈ ਹਸਪਤਾਲ ਤੇ ਉਹਦੇ ਵਿੱਚ ਹਾਸਾ ਇਹ ਤਾਂ ਮੁਸ਼ਕਿਲ ਹੈ ਹਸਪਤਾਲ ਦੇ ਵਿੱਚ ਕੋਈ ਐਸੀ ਹਾਸੇ ਵਾਲੀ ਨਹੀਂ ਆਉਂਦੀ ਸੋ ਇਹ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਕਈ ਵਾਰੀ ਗੱਲਾਂ ਹਾਂਜੀ ਤੇ ਪਰ ਨਹੀਂ ਕਦੇ ਹੋਈ ਨਹੀਂ ਇਸ ਤਰ੍ਹਾਂ ਨਹੀਂ ਮਤਲਬ ਹੁੰਦਾ ਨਾ ਕਈ ਯਾਦਗਾਰਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਯਾਦਗਾਰ ਰਹਿੰਦੀਆਂ ਨੇ ਹਮੇਸ਼ਾ ਹੀ ਹਾਸੇ ਵਾਲੀਆਂ ਹੁੰਦੀਆਂ ਜਾਂ ਜਿੱਦਾਂ ਦੀ ਵੀ ਉਹ ਬੜਾ ਸਕੂਨ ਮਿਲਦਾ ਅਗਰ ਕਿਸੇ ਦੁਖੀ ਜੀਵ ਆਇਆ ਕੋਈ ਤੇ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਮੈਂ ਕਹਿੰਦਾ ਦਵਾਈ ਵੀ ਨਾ ਦਈਏ ਉਹਨੂੰ ਪਿਆਰ ਨਾਲ ਹੀ ਮਿੱਠਾ ਬੋਲ ਪਈਏ ਤਾਂ ਹੀ ਮਜ਼ਾ ਆ ਜਾਂਦਾ ਸਹੀ ਗੱਲ ਹੈ ਦਵਾਈ ਨਾਲੋਂ ਜਿਹੜੀ ਹੈ ਮਿਠਾਸ ਹੈ ਜਿਹੜੀ ਤੇ ਉਹ ਹੀ ਬੜਾ ਜ਼ਿਆਦਾ ਕੰਮ ਕਰਦੀ ਹੈ ਤਾਂ ਸਾਡਾ ਤਾਂ ਜਿਹੜਾ ਮੇਨ ਸਾਡੀ ਗੱਲ ਹੈਗੀ ਹੈ ਮੇਨ ਨਿਸ਼ਾਨਾ ਹੈਗਾ ਸਾਡੇ ਪ੍ਰਿੰਸੀਪਲ ਹੈਗੇ ਆ ਉਹ ਪ੍ਰੀਤੀ ਜੀ ਇਹੀ ਹੈ ਕਿ ਮਿੱਠਾ ਬੋਲਣਾ ਸਹੀ ਗੱਲ ਹੈ ਸਹੀ ਗੱਲ ਹੋਰ ਕੋਈ ਗੱਲ ਨਹੀਂ ਬੋਲ ਕੇ ਬਹੁਤ ਹਾਂਜੀ ਸੇਵਾ ਕਰਨੀ ਹੈ ਲੋਕਾਂ ਦੀ ਕਰ ਰਹੇ ਆ ਹਾਂਜੀ ਸਿਹਤ ਪੱਖੋਂ ਵੀ ਕਰ ਰਹੇ ਆ ਤੇ ਸਾਹਿਤ ਪੱਖੋਂ ਵੀ ਕਰ ਰਹੇ ਆ ਤੇ ਹਾਂਜੀ ਇਹ ਤਾਂ ਗੱਲ ਹੈਗੀ ਸਾਹਿਤ ਬਹੁਤ ਨੇੜੇ ਦਾ ਹਾਂ ਤੇ ਮੈਂ ਜੇ ਐਂ ਵੀ ਕਹਿੰਦੇ ਮੈਂ ਪ੍ਰੀਤੀ ਜੀ ਕਿ ਜਿਹੜਾ ਸਾਹਿਤ ਹੈ ਉਹ ਵੀ ਬਿਲਕੁਲ ਉਹਦੀ ਸਿਹਤ ਵੀ ਖਰਾਬ ਹੋਈ ਪਈ ਹੈ ਸਹੀ ਗਈ ਸਹੀ ਸਾਹਿਤ ਦੀ ਸਿਹਤ ਵੀ ਖਰਾਬ ਹੋਈ ਪਈ ਹੈ ਤੇ ਜਿਹਨੂੰ ਠੀਕ ਕਰਨਾ ਬੜਾ ਹੀ ਜ਼ਰੂਰੀ ਹੈ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਕਿਉਂਕਿ ਦੇਖੋ ਇਹ ਆਏ ਪਏ ਵੈਸੇ ਤਾਂ ਅਸੀਂ ਤਾਂ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਵੀ ਕਲਮ ਚੱਕੀ ਹੈ ਪਰ ਪਾਠਕ ਬਣਦੇ ਨਹੀਂਗੇ ਤੇ ਕਲਮਾਂ
ਪਹਿਲਾਂ ਚੱਕ ਲੈਂਦੇ ਆ, ਸੋ ਉਹ ਸਿਹਤ ਲਈ ਬੜਾ ਹੀ ਘਾਤਕ ਹੈ। ਹਾਂਜੀ ਹਾਂਜੀ ਇਹ ਧਿਆਨ ਰੱਖਣ ਵਾਲੀ ਹੈਗੀ। ਤੇ ਇਸੇ ਤਰ੍ਹਾਂ ਦੇ ਹੋਰ ਯਾਦਗਾਰੀ ਕਿਸੇ ਜਿਹੜੇ ਤੁਹਾਡੀ ਜੌਬ ਦੇ ਵਿੱਚ ਵਾਪਰੇ ਹੋਣਗੇ ਉਹ ਵੀ ਆਪਾਂ ਸੁਣਦੇ ਆਂਗੇ ਤੇ ਸੁਣਦੇ ਹਾਂ ਇਸ ਬ੍ਰੇਕ ਤੋਂ ਬਾਅਦ। ਦੋਸਤੋ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਤੁਹਾਨੂੰ ਕਿਸੇ ਸੁਣਾਉਂਦੇ ਰਵਾਂਗੇ, ਸੁਣਾਉਂਦੇ ਰਹਿਣਗੇ। ਦਰਸ਼ਨ ਭੰਮੀ ਜੀ ਅੱਜ ਸਾਡੇ ਨਾਲ ਹਾਜ਼ਰ ਨੇ। ਸਮਾਂ ਬਹੁਤ ਘੱਟ ਹੈ, ਸਿਰਫ ਅੱਧਾ ਘੰਟਾ ਰਹਿ ਗਿਆ ਗਾ। ਤੁਸੀਂ ਜਲਦੀ ਆਪਣੇ ਸਵਾਲ ਜਵਾਬ ਭੇਜੋ, ਜਵਾਬ ਭੰਮੀ ਜੀ ਦੇਣਗੇ ਕਿਸੇ ਨਾਲ ਸੰਬੰਧਿਤ, ਤੇ ਤੁਸੀਂ ਇੰਜੋਏ ਕਰੋ ਇਹ ਗੀਤ। ਦੋਸਤੋ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਗੀਤ, ਤੇ ਇਧਰ ਭੰਮੀ ਜੀ ਤਿਆਰ ਬੈਠੇ ਨੇ ਕਿੱਸੇ ਸੁਣਾਉਣ ਦੇ ਲਈ। ਛੰਦ ਇਹਨਾਂ ਦੇ ਕਹਿੰਦੇ ਰੂਹ ਦੇ ਵਿੱਚ ਵਸੇ ਹੋਏ ਨੇ ਛੰਦ ਇਹਨਾਂ ਦੇ, ਤੇ ਸ਼ਬਦਾਂ ਦੇ ਜਾਦੂਗਰ ਕਿਹਾ ਜਾ ਸਕਦਾ। ਇੰਨੇ ਖੂਬਸੂਰਤ ਤਰੀਕੇ ਦੇ ਨਾਲ ਸ਼ਬਦਾਂ ਨੂੰ, ਇੱਕ ਸ਼ਬਦ ਨੂੰ ਮੋਤੀਆਂ ਵਾਂਗੂ ਜੜਦੇ ਨੇ ਹਰੇਕ ਰਚਨਾ ਦੇ ਵਿੱਚ। ਤੇ ਭੰਮੀ ਜੀ ਅੱਜ ਕੱਲ ਜੋ ਸਮਾਜ ਵਿੱਚ ਵਾਪਰ ਨੇ, ਜਿਵੇਂ ਤੁਸੀਂ ਦੇਖਿਆ, ਤੁਸੀਂ ਸਿਹਤ ਮਹਿਕਮੇ ਨਾਲ ਸੰਬੰਧਿਤ ਹੋ, ਐਕਸੀਡੈਂਟ ਜਾਂ ਜੋ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ, ਜਾਂ ਮਤਲਬ ਨਸ਼ੇ ਬਹੁਤ ਹੋ ਗਏ ਨੇ, ਭਰੂਣ ਹੱਤਿਆ, ਇਹਨਾਂ ਵਿਸ਼ਿਆਂ ਦੇ ਨਾਲ ਸੰਬੰਧਿਤ ਤੁਸੀਂ ਜ਼ਰੂਰ ਸਾਨੂੰ ਸੁਣਾਓ ਰਚਨਾਵਾਂ। ਹਾਂ, ਸੋ ਪ੍ਰੀਤੀ ਜੀ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ, ਅਰਜ਼ ਕੀਤੀ ਸੀ ਕਿ ਸਾਡੇ ਜਿਹੜੇ ਵਿਸ਼ੇ ਨੇ ਤਕਰੀਬਨ ਸਾਰੇ ਕਰੰਟ ਦੇ ਵਿਸ਼ੇ ਹੈ। ਹਾਂਜੀ, ਤੇ ਇਹਨਾਂ ਵਿਸ਼ਿਆਂ ਦੇ ਉੱਤੇ ਸ਼ਾਇਦ ਹੀ ਕਿਸੇ ਨੇ ਲਿਖਿਆ ਹੋਵੇ। ਹਾਂਜੀ, ਤੇ ਉਹੀ ਮੈਂ ਪਹਿਲਾਂ ਬੇਨਤੀ ਕੀਤੀ ਹੈ। ਸੋ ਮੈਂ ਉਹੀ ਤੁਹਾਡੇ ਨਾਲ ਹੀ ਕਰਾਂ ਕਿ ਅੱਜ ਦਾ ਜਿਹੜਾ ਮੇਜਰ ਪ੍ਰੋਬਲਮ ਹੋਈ ਹੈ, ਚਾਹੇ ਉਹ ਨਸ਼ਿਆਂ ਦੀ ਗੱਲ ਹੈ, ਚਾਹੇ ਉਹ ਭਰੂਣ ਹੱਤਿਆ ਦੀ ਗੱਲ ਹੈ, ਤੇ ਚਾਹੇ ਉਹ ਸੜਕ ਹਾਦਸਿਆਂ ਦੀ ਗੱਲ ਹੈ। ਤਾਂ ਵੇਖੋ ਅੱਜ ਕੀ ਹੈਗਾ ਕਿ ਜਗ੍ਹਾ ਦੇ ਉੱਤੇ ਐਕਸੀਡੈਂਟ ਹੋ ਰਹੇ ਹੈ ਤੇ ਸੜਕ ਹਾਦਸੇ ਬੜੇ ਹੋ ਰਹੇ ਨੇ। ਉਸ ਪ੍ਰਕਾਰ ਦਾ ਛੰਦ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਇਹ ਵੀ ਲੋਕਾਂ ਵਿੱਚ ਅਸੀਂ ਲੈ ਕੇ ਜਾਂਦੇ ਹਾਂ ਕਿ ਭਾਈ ਤੁਸੀਂ ਜਿਹੜਾ ਹੈਗਾ ਡਰਾਈਵਿੰਗ ਕਰਨ ਦੇ ਅਸੂਲ ਪਹਿਲਾਂ ਸਿੱਖੋ। ਹਾਂਜੀ, ਫਿਰ ਉਹਦੀ ਏਜ ਵਾਲੀ ਗੱਲ ਹੋਵੇ ਤੇ ਫਿਰ ਧਿਆਨਪੂਰਵਕ ਜਿਹੜੇ ਉਹ ਸਿੱਖੋ। ਇਹਦੇ ਵਿੱਚ ਕਿਹੜੀਆਂ ਅਲਾਮਤਾਂ ਹੁੰਦੀਆਂ ਛੰਦ ਆਪੇ ਬਿਆਨ ਕਰੂਗਾ ਜੀ, ਤੇ ਤੁਹਾਡੇ ਮੈਂ ਸਾਂਝੀ ਕਰਦਾ। ਹਾਂਜੀ ਜ਼ਰੂਰ ਜੀ। ਹੋ ਵੱਧ ਗਈ ਬਹੁਤ ਆਬਾਦੀ, ਧਰਤੀ ਦੁਖੜੇ ਜਰਦੀ ਐ, ਸਭ ਟਾਪ ਗੇਰ ਵਿੱਚ ਫਿਰਦੇ ਤੱਕ ਕੇ ਹੌਂਕੇ ਭਰਦੀ ਐ। ਨਹੀਂ ਸੰਜਮ ਨਾਲ ਚਲਾਉਂਦੇ ਜਾਰੋ ਮੋਟਰ ਕਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਹੋ ਬਣ ਨਸ਼ਿਆਂ ਦੇ ਦੋਸਤ ਗੇਰ ਕਲੋਟੇ ਪਾਉਂਦੇ ਨੇ, ਲਾ ਕੇ ਟੇਪ ਗੱਡੀ ਦੇ ਅੰਦਰ ਉੱਚੀ ਗਾਣੇ ਗਾਉਂਦੇ ਨੇ। ਨਾ ਦਿਸਣ ਟੋਏ ਟਿੱਬੇ ਵੱਡਿਆਂ ਸਰਦਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਗੱਡੀ ਲੱਦ ਲੋੜ ਤੋਂ ਜ਼ਿਆਦਾ ਦਿਨ ਤੇ ਰਾਤ ਚਲਾਉਂਦੇ ਨੇ, ਆਉਂਦੀ ਨੀਂਦ ਸਟੇਰਿੰਗ ਉੱਤੇ ਭੈੜੀ ਟੱਕਰ ਲਾਉਂਦੇ ਨੇ। ਰੱਖੀਏ ਵਿੱਚ ਜੇਬ ਦੇ ਪਾ ਕੇ ਕਹਿੰਦੇ ਥਾਣੇਦਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਉਹ ਆਉਣ ਜਾਣ ਦੀ ਖਾਤਰ ਦਾਦਨ ਵਾਧੂ ਫਿਰਦੇ ਨੇ, ਸੜਕਾਂ ਹੋ ਗਈਆਂ ਤੰਗ ਖਤਾਨਾਂ ਵਿੱਚ ਜਾ ਗਿਰਦੇ ਨੇ। ਤੁਰਨਾ ਲੱਗਦਾ ਨਹੀਂ ਚੰਗੇਰਾ ਘਰ ਦੇ ਨੰਬਰਦਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਹੋ ਮੁੱਠੀ ਦੇ ਵਿੱਚ ਦੁਨੀਆ ਹੇਕਾਂ ਲਾ ਕਹਿੰਦੇ ਨੇ, ਕੰਨ ਤੇ ਫੋਨ ਲਗਾ ਕੇ ਗੱਡੀ ਤੋਰਨ ਬਹਿੰਦੇ ਨੇ। ਨਾ ਗੱਲ ਜ਼ਰੂਰਤ ਵਾਲੀ ਟੌਰ ਦਿਖਾਉਂਦੇ ਨਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਹੋ ਆਉਣ ਜਾਣ ਦੀ ਭੁੱਲ ਕੇ ਬੱਤੀ ਲੰਘੋ ਬੋਲਣ ਜੀ, ਰੋਡੇ ਫਾਟਕ ਸੜਕਾਂ ਉੱਤੇ ਜਿੰਦੜੀ ਰੋਲਣ ਜੀ। ਆਪ ਮਹਾਰੇ ਭਜਦੇ ਸੱਬੇ ਤੋੜ ਮਹਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਨਾ ਸਿੱਖਣ ਗੇਰ ਲਗਾਉਣੇ ਝੱਟ ਸਟੇਰਿੰਗ ਫੜਦੇ ਨੇ, ਭੰਮੇ ਜੈਸੇ ਚਾਲਕ ਵਿੱਚ ਰਾਹਾਂ ਦੇ ਖੜਦੇ ਨੇ। ਹੋ ਕੇ ਔਖੇ ਸੌਖੇ ਅਸੀਂ ਤਾਂ ਮਿਲਣਾ ਜਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਉਹ ਆਖਰ ਦੇ ਵਿੱਚ ਅਸੀਂ ਭਰਾਵੋ ਅਰਜੀ ਕਰਨੀ ਐ, ਹੌਲੀ ਬੋਲਣ ਚੱਲਣ ਵਾਲੀ ਟੇਕ ਹੀ ਧਰਨੀ ਐ। ਇੱਕ ਦੂਜੇ ਦੀ ਰਾਖੀ ਕਰ ਛੱਡ ਹੋਰ ਵਿਚਾਰਾਂ ਨੂੰ, ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ। ਸਹੀ ਕਿਹਾ ਬਹੁਤ ਖੂਬ। ਸੜਕ ਹੈ ਜੀ, ਸੜਕ ਹਾਦਸੇ ਜਿਹੜੇ ਨੇ ਨਾ ਬਹੁਤ ਜ਼ਿਆਦਾ ਹੋ ਰਹੇ ਆ। ਹਾਂਜੀ,
ਸੋ ਕਵਿਤਾ ਨੇ ਇਹੀ ਗੱਲ ਸਿੱਧ ਕੀਤੀ ਆ ਕਿ ਭਾਈ ਐਵੇਂ ਫੋਨ ਨਾ ਲਾਓ ਕੰਨਾਂ ਦੇ ਉੱਤੇ, ਐਵੇਂ ਸ਼ਰਾਬਾ ਨਾ ਪੀਓ, ਹੈਨਾ, ਐਵੇਂ ਟੇਪ ਰਿਕਾਰਡਰ ਨਾ ਲਾਓ। ਸੋ ਇਹ ਇੱਕ ਸਿੱਖਿਆ ਦਾ ਇੱਕ ਗੱਲਾਂ ਸਾਡੀ। ਹਾਂਜੀ ਇਹ ਗੱਲ ਤਾਂ ਹੈਗੀ ਆ। ਸਮਾਜ ਦੇ ਵਿੱਚ ਦਿਨ ਬ ਦਿਨ ਜੋ ਐਕਸੀਡੈਂਟ ਨੇ ਉਹ ਬਹੁਤ ਜ਼ਿਆਦਾ ਹੋ ਰਹੇ ਨੇ। ਨਿੱਤ ਅਖਬਾਰ ਦੀ ਜੋ ਫਰੰਟ ਪੰਨਾ ਹੁੰਦਾ ਉਹਦੇ ਉੱਤੇ ਖਬਰ ਲੱਗੀ ਹੁੰਦੀ ਹੈ ਕਿ ਅੱਜ ਕਿਸੇ ਮਾਂ ਦਾ ਪੁੱਤ ਵੀ ਛੱਡ ਗਿਆ ਤੇ ਕਿਸੇ ਨਾਰ ਦਾ ਪਤੀ ਵੀ ਛੱਡ ਗਿਆ ਉਹਨਾਂ ਤੋਂ ਨਾਲੋਂ, ਠੀਕ ਹੈ ਨਾ। ਤੇ ਤੁਸੀਂ ਬਹੁਤ ਖੂਬਸੂਰਤੀ ਦੇ ਨਾਲ ਇਸ ਚੀਜ਼ ਨੂੰ ਬਿਆਨ ਕੀਤਾ ਗਾ ਤੇ ਮੇਰੇ ਖਿਆਲ 'ਚ ਸਰੋਤੇ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਵਾਹਨ ਚਲਾਉਂਦੇ ਵਕਤ ਫੋਨ ਤੋਂ ਦੂਰ ਰਹਿਣ ਤੇ ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਹੀ ਵਾਹਨਾਂ ਨੂੰ ਹੱਥ ਪਾਉਣ। ਅੱਜ ਕੱਲ੍ਹ ਇਹ ਜ਼ਿਆਦਾ ਤਾਂ ਹੋ ਰਿਹਾ ਕਿਉਂਕਿ ਛੋਟੀ ਉਮਰ ਦੇ ਬੱਚਿਆਂ ਨੂੰ ਮੇਰੇ ਖਿਆਲ 'ਚ ਪਹਿਲਾਂ ਸਿਖਾ ਦਿੱਤੀ ਜਾਂਦੀ ਹੈ। ਹਾਂਜੀ ਬਿਲਕੁਲ ਇਹ ਗੱਲ ਤੇ ਬਹੁਤ ਘਟਨਾਵਾਂ ਇਹੋ ਜਿਹੀਆਂ ਵਾਪਰ ਰਹੀਆਂ ਨੇ। ਤੇ ਇਸੇ ਦੇ ਦੌਰਾਨ ਇੱਕ ਘਟਨਾ ਹੋਰ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਪੈਰ ਪਸਾਰ ਰਹੀ ਆ ਕਿ ਜਿਹੜੇ ਬੁੱਢੇ ਮਾਪੇ ਨੇ ਉਹਨਾਂ ਨੂੰ ਘਰੋਂ ਕੱਢਿਆ ਜਾ ਰਿਹਾ। ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ? ਉਹਨਾਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਭੇਜਿਆ ਜਾ ਰਿਹਾ। ਹਾਂ, ਥੋੜਾ ਜਿਹਾ ਇਹਨਾਂ ਪ੍ਰੀਤੀ ਜੀ ਦੋਨੇ ਸਾਈਡਾਂ ਜਿਹੜੀਆਂ ਨੇ ਨਾ, ਤੇ ਉਹਨਾਂ ਪੱਖੋਂ ਥੋੜੀ ਗੱਲ ਹੈ। ਕੀ ਗੱਲ ਹੈਗੀ ਆ ਕਿ ਬੱਚੇ ਨੇ ਜਿਹੜੇ ਉਹ ਮਾਤਾ ਪਿਤਾ ਤੋਂ ਦੂਰ ਹੁੰਦੇ ਜਾਂਦੇ ਆ। ਕਿਉਂ ਦੂਰ ਹੁੰਦੇ ਜਾਂਦੇ ਆ? ਕਿਉਂ ਮਾਤਾ ਪਿਤਾ ਜਿਹੜਾ ਹੁੰਦਾ ਹੈ ਉਸ ਦਾ ਤਜਰਬਾ ਹੁੰਦਾ ਜ਼ਿੰਦਗੀ ਦਾ, ਉਹ ਆਪਦੇ ਤਜਰਬੇ ਵਿੱਚੋਂ ਆਪਣੇ ਮੁਤਾਬਕ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਤੇ ਬੱਚੇ ਉਹ ਗੱਲਾਂ ਮੰਨਣ ਨੂੰ ਤਿਆਰ ਨਹੀਂ ਗਏ। ਤੋ ਇਸੇ ਕਰਕੇ ਹੀ ਉਹ ਦੂਰ ਹੁੰਦੇ ਜਾਂਦੇ ਆ। ਕਈ ਵਾਰੀ ਗੱਲ ਹੈਗੀ ਆ ਸਾਡੇ ਆਸ-ਪਾਸ ਦੇ ਬੰਦੇ ਇੱਕ ਦੋ ਉਹ ਬਾਹਰਲੇ ਮੁਲਕ ਰਹਿੰਦੇ ਨੇ ਤੇ ਮੈਂ ਉਹਨਾਂ ਨਾਲ ਜ਼ਿਕਰ ਕਰਨ ਲੱਗ ਜਾਂਦਾ ਵੀ ਕਾਕਾ ਉੱਥੋਂ ਦੀ ਜ਼ਿੰਦਗੀ ਦਾ ਕੀ ਹਾਲ ਹੈ, ਹੋਰ ਕਿਵੇਂ, ਤੇ ਉਹ ਪਤਾ ਨਹੀਂ ਉਹਨਾਂ ਵਿੱਚ ਕੀ ਬੜੀ ਹੋਈ ਗੱਲ ਹੈ। ਤੇ ਮੈਨੂੰ ਇੱਕ ਦਿਨ ਮੁੰਡਾ ਆ ਕੇ ਆਖਣ ਲੱਗਾ, ਅੰਕਲ ਸਾਰਿਆਂ ਨਾਲੋਂ ਵਧੀਆ ਗੱਲ ਤਾਂ ਇਹ ਹੈ। ਮੈਂ ਕਿਹਾ ਕੀ ਹੈ? ਕਹਿੰਦੇ ਬਸ ਜੀ ਜਦੋਂ ਬੁੜਾ ਬੜਾ ਜਿਹਾ ਹੋਇਆ ਰਿਟਾਇਰਮੈਂਟ ਦੇ ਨੇੜੇ ਜਾਂ ਰਿਟਾਇਰ ਹੋ ਗਿਆ ਬਸ ਨਾਲ ਦੀ ਨਾਲ ਉਹਨੂੰ ਜਮ੍ਹਾਂ ਕਰਾਇਆ ਆਉਂਦੇ ਆ। ਮੈਂ ਕਿੱਥੇ ਕਰਾਇਆ ਆਉਂਦੇ ਆ? ਕਹਿੰਦਾ ਜੀ ਉੱਥੇ ਬਿਰਧ ਆਸ਼ਰਮ ਬਣੇ ਹੋਏ ਆ। ਤੇ ਨਾਲ ਉਹਨੇ ਵੇਖੋ ਉਦਾਹਰਨ ਕੀ ਦਿੱਤੀ, ਕਹਿੰਦਾ ਜਿਵੇਂ ਆਪਣੇ ਗਊਸ਼ਾਲਾ ਹੈ। ਤੇ ਮੇਰੇ ਮਨ ਨੂੰ ਥੋੜੀ ਜਿਹੀ ਇਸ ਤਰ੍ਹਾਂ ਦੀ ਲੱਗੀ ਗੱਲ। ਸੋ ਅਸੀਂ ਆਪਦੇ ਜਿਹੜੇ ਨੇ ਨਾ ਬਜ਼ੁਰਗ ਨੇ ਉਹਨਾਂ ਦਾ ਬਿਲਕੁਲ ਸਾਡਾ ਅਸੀਂ ਉਹਨਾਂ ਤੋਂ ਪਾਸਾ ਵੱਟ ਰਹੇ ਹਾਂ ਤੇ ਹੁਣ ਦਾ ਕੀ ਕਰ ਕੀ ਰਹੇ ਹਾਂ ਕਿ ਜਿਉਂਦੇ ਬੰਦੇ ਨੂੰ ਤਾਂ ਕੋਈ ਪਾਣੀ ਨਹੀਂ ਪਿਆ ਕੇ ਰਾਜੀ, ਪਰ ਜਦੋਂ ਵਿਚਾਰਾ ਇਸ ਧਰਤੀ ਤੋਂ ਚਲਾ ਜਾਂਦਾ ਹੈ ਤੇ ਉਦੋਂ ਫਿਰ ਅਸੀਂ ਉਹਨਾਂ ਨੂੰ ਲੱਡੂਆਂ ਨਾਲ ਜਲੇਬੀਆਂ ਨਾਲ ਇਕੱਤਰਤਾ ਕਰਦੇ ਹਾਂ, ਪ੍ਰਦਰਸ਼ਨ ਕਰਦੇ ਹਾਂ ਕਿ ਅਸੀਂ ਆਪਦੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਸੀ। ਤੇ ਮੇਰੇ ਹਿਸਾਬ ਨਾਲ ਤਾਂ ਇਹ ਗੱਲ ਹੈ ਕਿ ਮਰਨ ਉਪਰੰਤ ਜਾਂ ਅਡੰਬਰ ਕਰਨ ਦੀ ਕਿਹੜੀ ਲੋੜ ਆ? ਅਗਰ ਅਸੀਂ ਉਹਨਾਂ ਨੂੰ ਜਿਉਂਦਿਆਂ ਨੂੰ ਉਹਨਾਂ ਦੀ ਜਿਉਂਦੇ ਦੀ ਸੇਵਾ ਕਰੀਏ ਤਾਂ ਮਰਨ ਉਪਰੰਤ ਤਾਂ ਕੋਈ ਐਡੀ ਮੇਰੇ ਹਿਸਾਬ ਨਾਲ ਗੱਲ ਨਹੀਂ ਹੈਗੀ ਹੈ। ਉਸ ਤਰ੍ਹਾਂ ਦੀ ਵੀ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ। ਉਹ ਗੱਲ ਸੁਣੋ ਨਰੋਈ ਐ ਜਿਹੜੀ ਹਰ ਜੁਗ ਅੰਦਰ ਹੋਈ, ਗਰਜਾਂ ਦੇ ਮਿੱਤਰ ਨੇ ਬੇਲੀ ਨਹੀਂ ਕਿਸੇ ਦਾ ਕੋਈ, ਨਾ ਸਰਬਣ ਦਿਸਦੇ ਨੇ ਫਿਰਦੇ ਕੱਦ ਉਸ ਦੇ ਹਾਣੀ, ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਿਉਂਦੇ ਨੂੰ ਪਾਣੀ। ਹੋਰ ਉਂਝ ਗਿਆਨੀ ਬਣਦੇ ਨੇ, ਉਂਝ ਗਿਆਨੀ ਬਣਦੇ ਨੇ ਪੜ੍ਹ ਕੇ ਚਾਰ ਕਿਤਾਬਾਂ ਸਾਰੇ, ਅਮਲਾਂ ਦੀ ਘਾਟ ਬੜੀ ਗੱਲਾਂ ਨਾਲ ਤੋੜਦੇ ਤਾਰੇ, ਅਕਲਾਂ ਦੀ ਖਾਨ ਅਸੀਂ ਸੂਝੀ ਨਹੀਂ ਬਾਪ ਤੋਂ ਤਾਣੀ, ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਿਉਂਦੇ ਨੂੰ ਪਾਣੀ। ਉਹ ਨਾ ਚੰਗੀ ਲੱਗਦੀ ਐ, ਨਾ ਚੰਗੀ ਲੱਗਦੀ ਐ ਕਿਸੇ ਨੂੰ ਬਾਤ ਬਾਪ ਦੀ ਪਾਈ, ਇਹ ਬਹੁਤ ਪੁਰਾਣੀ ਐ ਕਾਸ ਤੋਂ ਜਾਵੇਂ ਬਾਬਾ ਗਾਈ, ਉੱਚੀ ਬੋਲ ਨਾ ਬਾਬਾ ਤੋਂ ਆਪਣੀ ਕਰਦੇ ਬੰਦ ਕਹਾਣੀ, ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਿਉਂਦੇ ਨੂੰ ਪਾਣੀ। ਉਹ ਬੈਠਾ ਵੇਖੇ ਦੂਰੋਂ ਹੀ, ਬੈਠਾ ਵੇਖੇ ਦੂਰੋਂ ਹੀ ਛੋਟੇ ਵੱਡੇ ਨਾ ਆਵਣ ਨੇੜੇ, ਬਿਨ ਕੰਮੋਂ ਕਾਮੇ ਨੇ ਕਰਦੇ ਫਿਰਦੇ ਝਗੜੇ ਜਿਹੜੇ, ਕੀ ਦਸੀਏ ਬਾਬੇ ਨੂੰ ਇਸ ਦੇ ਬਾਤ ਸਮਝ ਨਾ ਆਣੀ, ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਿਉਂਦੇ ਨੂੰ ਪਾਣੀ। ਉਹ ਜਗ ਮੰਜਾ ਬਾਪੂ ਤੂੰ, ਚੱਕ ਮੰਜਾ ਬਾਪੂ ਤੂੰ, ਅਸੀਂ ਤਾਂ ਨਹਾਵਣ ਜਾਣਾ ਗੰਗਾ, ਦੁੱਖ ਨੇੜੇ ਆਵਣ ਨਾ ਕਰਨਾ ਤੀਰਥ ਦੱਸਦੇ ਚੰਗਾ, ਕਰ ਰਾਖੀ ਪਸ਼ੂਆਂ ਦੀ ਮੰਦਰ ਜਾ ਕੇ ਰੋਟੀ ਖਾਣੀ, ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਿਉਂਦੇ ਨੂੰ ਪਾਣੀ। ਉਹ ਧਿਆਨ ਕਰ ਲੈ ਬੇਬੇ ਜੀ,
ध्यान कर ले बेबे जी, उठिया कर तू जल्द सवेरे, छड़ कटरू मज्जां दे, चोलिया कर तू रोज लवेरे, जे तकड़ी रहिंदी है करदा रहे जे किरत पुरानी, पूजा करदे मरियां तो पुछदे ना जिउंदे नूं पानी। ओ पाओ कमरा पासे ते, पाओ कमरा पासे ते, जाके बैठन बड़ वडेरे, संग बच्चे मनदे ने उन्हां दे आउंदे जार बथेरे, ए उच्ची खंघदे ने, ए उच्ची खंघदे ने, उन्हां तो खंघ जरी ना जानी, पूजा करदे मरियां तो पुछदे ना जिउंदे नूं पानी। अगला स्टंजा प्रीति जी ध्यान नाल। हां जी। ओ लड्डू खीर बनावांगे, लड्डू खीर बनावांगे, करना कठ भोग ते भारी, नक उच्चा रखना है होवन दंग भेख नर नारी, ना फायदा भम्मे जी जिउंदे जी ना रमज पछाणी, पूजा करदे मरियां तो पुछदे ना जिउंदे नूं पानी। क्या बात है, क्या बात। ਇਹ ਹਾਲਾਤ ਹੋਏ ਪਏ ਜੀ। ਸਹੀ ਗੱਲ ਹੈ, ਸਹੀ ਗੱਲ ਆ। ਅੱਖਾਂ ਦੇ ਵਿੱਚ ਪਾਣੀ ਲਿਆ ਦਿੱਤਾ ਤੁਹਾਡੇ। ਸਹੀ ਗੱਲ ਹੈਗੀ ਕਿ ਬਜ਼ੁਰਗਾਂ ਨੂੰ ਬੋਝ ਮੰਨਣ ਲੱਗ ਗਈ ਜਿਹੜੀ ਅੱਜ ਦੀ ਪਨੀਰੀ ਹੈਗੀ। ਤੇ ਪਤਾ ਨਹੀਂ ਕਿਉਂ ਇਹ ਹੋ ਗਿਆ ਹੈਗਾ ਕਿ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਬੋਝ ਮੰਨ ਕੇ ਉਹਨਾਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਸਿੱਟਿਆ ਜਾ ਰਿਹਾ ਹੈਗਾ ਜੀ। ਤੇ ਅੱਗੇ ਤਾਂ ਗੱਲ ਤੁਸੀਂ ਕੋਈ ਤੋਰੋ, ਮੈਨੂੰ ਲੱਗਦਾ ਮੈਂ ਤਾਂ ਖੁਦ ਹੀ ਉਲਝ ਗਈ ਆ ਵੀ ਹੁਣ ਤੁਹਾਨੂੰ ਕੀ ਕਿਹਾ ਜਾਵੇ। ਤੇ ਏਦਾਂ ਸੀਗਾ ਕਿ ਹੁਣ ਆਪਣੇ ਬਾਕੀ ਤੁਸੀਂ ਸਾਰੀਆਂ ਚੀਜ਼ਾਂ ਸੁਣਾ ਦਿੱਤੀਆਂ, ਜਿਹੜਾ ਆਪਾਂ ਕਿੱਸਾ ਤੁਹਾਡਾ ਛਪ ਕੇ ਆ ਚੁੱਕਿਆ ਕਿਤਾਬ ਦੇ ਰੂਪ ਵਿੱਚ, ਉਹਦੇ ਵਿੱਚੋਂ ਜ਼ਰੂਰ ਕੁਝ ਸੁਣਾਇਓ। ਇਸ ਬ੍ਰੇਕ ਤੋਂ ਬਾਅਦ ਆਪਣੇ ਕਾਫੀ ਵਕਤ ਹੋ ਚੱਲਿਆਗਾ, ਤੇ ਇਸ ਬ੍ਰੇਕ ਤੋਂ ਬਾਅਦ ਦੋਸਤੋ ਤੁਹਾਨੂੰ ਸੁਣਾਵਾਂਗੇ ਕਿੱਸੇ ਦੇ ਵਿੱਚੋਂ ਜਿਹੜਾ ਕਿੱਸਾ ਹੈਗਾ ਦੋ ਪ੍ਰੀਤ ਕਿੱਸੇ ਲੈਲਾ ਮਜਨੂ ਦਾ। ਤੁਹਾਨੂੰ ਪਹਿਲਾਂ ਹੀ ਇੱਕ ਉਹਨਾਂ ਨੇ ਹਿੱਸਾ ਸਰ ਤੁਸੀਂ ਸੁਣਾ ਚੁੱਕੇ ਹੋਗੇ, ਤੇ ਦੂਸਰੇ ਕਿਸੇ ਦਾ ਜ਼ਰੂਰ ਹਿੱਸਾ ਸੁਣਾਓ। ਤੇ ਦੋਸਤੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ, ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੁਹਾਡੇ ਇੰਤਜ਼ਾਰ ਕਰ ਰਹੇ ਹਾਂ ਅਸੀਂ ਹੁੰਗਾਰੇ ਦਾ, ਤੇ ਸਾਨੂੰ ਹੁੰਗਾਰਾ ਭੇਜਦੇ ਰਹੋ। ਫੇਸਬੁੱਕ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ, ਤੇ ਜੀਮੇਲ ਤੇ ਵੀ ਮੈਸੇਜ ਕਰ ਸਕਦੇ ਹੋ, ਤੇ ਨਾਲ ਨਾਲ ਤੁਸੀਂ ਸਾਨੂੰ ਸਕਾਈਪੀ ਤੇ ਕਾਲ ਵੀ ਕਰ ਸਕਦੇ ਹੋਗੇ ਰਾਬਤਾ ਰੇਡੀਓ ਜਾਂ ਰਾਬਤਾ ਨੈਟਵਰਕ ਰਾਹੀਂ। ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਟੈਕਸੀ ਚਲਾਉਣ ਦੀ ਜੌਬ ਸੀ ਕਰਦਾ, ਦਿਨ ਰਾਤੀ ਸੜਕਾਂ ਤੇ ਮਰਦਾ, ਡਾਲਰ ਘੱਟ ਤੇ ਕੰਮ ਸੀ ਵੱਧ, ਆਉਂਦਾ ਨਹੀਂ ਸੀ ਕੁਝ ਵੀ ਹੱਥ, ਟਰੱਕ ਚਲਾਉਣ ਦਾ ਆਇਆ ਵਿਚਾਰ, ਪਰ ਲਾਇਸੈਂਸ ਕਰਕੇ ਖਾਂਦਾ ਸੀ ਮਾਰ, ਰਿੰਪੀ ਵੀਰ ਨੇ ਟਰੱਕ ਡਰਾਈਵਿੰਗ ਲਾਇਸੈਂਸ ਬਣਾਤਾ, ਹੁਣ ਡਾਲਰਾਂ ਨਾਲ ਭਰਦਾ ਖਾਤਾ, ਕੰਮ ਘੱਟ ਤੇ ਡਾਲਰ ਜ਼ਿਆਦਾ, ਟਰੱਕ ਲਾਇਸੈਂਸ ਨੇ ਤਾਂ ਸਵਾਦ ਹੀ ਲਿਆਤਾ। जी हाँ, क्यूब ड्राइविंग सॉल्यूशंस, कार एंड ट्रक ट्रेनिंग एंड टेस्टिंग। फोन 0881629229। दुनिया के किसी भी कोने विच आउण जाण लई हवाई सफर दा तुहाडा अपना हमसफर ट्रैवल केयर, जिथे तुसीं पा सकदे हो सस्तियां हवाई टिकटां दे नाल-नाल बेहतरीन कस्टमर सर्विस, जिन्हां दा दावा है सब तो सस्तियां टिकटां वेचण दा। तां फिर जगह फोन घुमा के वक्त ना गवाओ, बस इक्को ही नंबर मिलाओ 1300 724 903 1300724903 www.travelcare.net.au। ट्रैवल केयर तुहाडे सफर दा हमसफर। जी बस की दसा, अज न्यूजीलैंड वाले वीरे ते परस वाली छोटी भैन नाल गल हुई सी, उन्हां दा स्टूडेंट वीजा भी हुण खत्म होने वाला, उत्तों पीआर दा भी कुछ नहीं बनदा। मैं दस ये भी कोई चिंता दी गल है। मैं राबता रेडियो ते हर रोज सुनदा कि कैंगरू इमीग्रेशन अते एसएस सेटलमेंट वालियां नूं कनेडा वास्ते परमानेंट बेसिस ते एचआर ट्रक ड्राइवर, एज्ड केयर वर्कर, रेस्टोरेंट विच काम करने वाले कुक, फास्ट फूड ते होर किन्ने ही कित्तिਆਂ विच 1 साल दा तजर्बा रखण वाले कामिਆਂ ਦੀ बहुत ही सख्त जरूरत है। मैं सच्ची ते होर की वीजे दा फैसला भी 4 ਤੋਂ 6 हफ्तिਆਂ ਵਿੱਚ ਹੋ ਜਾਂਦਾ। अच्छा जी, तो जो काम दा नंबर ले लिख, राजवीर विरक दा नंबर आ 0424 300 776 0424300 हाँ जी यही नंबर। जी हाँ दोस्तों, एक होर बड़ा खत्म हो गया जी आर्थिक लेने देने दा। ते जे तुसी चिंतित हो अपने टैक्स मामले ਨੂੰ ਲੈ ਕੇ ਤਾਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ, ਕਿਉਂਕਿ ਤੁਸੀਂ ਛੱਡ ਸਕਦੇ ਹੋ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ KMH ਦੇ ਪ੍ਰੋਫੈਸ਼ਨਲ ਕੁਆਲੀਫਾਈਡ ਟੈਕਸ ਏਜੰਟ ਦੇ ਉੱਪਰ, ਜੋ ਹੈਲਪ ਕਰਨਗੇ ਤੁਹਾਡੇ ਟੈਕਸ ਅਤੇ ਹੋਰ ਸਾਰੇ ਬਿਜ਼ਨਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਕੰਟੈਕਟ ਸ਼ੰਮੀ ਬਤਰਾ 04320611180 KMH Tax and Business Solution with Desi Radio।
ਦੋਸਤੋ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ ਹੈ। ਤੇ ਇਸੇ ਸਮੇਂ ਦੇ ਦੌਰਾਨ ਸਾਡੇ ਨਾਲ ਅੰਮ੍ਰਿਤ ਰਾਏ ਜੀ ਦਾ ਬ੍ਰੇਕ ਦੇ ਦੌਰਾਨ ਉਹਨਾਂ ਦਾ ਮੈਸੇਜ ਆਇਆ। ਮੈਸੇਜ ਬਹੁਤ ਵਧੀਆ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਆਪਣੀ ਕੁਝ ਸਤਰਾਂ ਦੇ ਵਿੱਚ ਬਿਆਨ ਕੀਤਾਗਾ। ਕਹਿੰਦੇ ਲੋਕੀ ਤਾਂ ਭਗਵਾਨ ਵੇਚ ਗਏ, ਹੱਟੀ ਪਏ ਸਮਾਨ ਵੇਚ ਗਏ, ਜੱਟ ਤੇਰੀ ਫਸਲ ਨਾ ਵਿਕੇ, ਨੇਤਾ ਹਿੰਦੁਸਤਾਨ ਵੇਚ ਗਏ। ਵਾਹ ਕਿਆ ਬਾਤ ਹੈ, ਬਹੁਤ ਵਧੀਆ, ਬਹੁਤ ਖੂਬ ਲਿਖਿਆ। ਤੇ ਕਹਿੰਦੇ ਬਹੁਤ ਖੂਬ ਦਰਸ਼ਨ ਜੀ ਹੋ। ਤੇ ਮੇਰੇ ਵੱਲੋਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਮੈਂ ਤੁਹਾਡੀ ਕਿੰਨਾ ਲਫ਼ਜ਼ਾਂ ਦੇ ਵਿੱਚ ਕਹਿੰਦਾ ਵੀ ਬਿਆਨ ਕਰਾਂ। ਧੰਨਵਾਦ ਹੈ, ਬਹੁਤ ਬਹੁਤ ਸ਼ੁਕਰੀਆ ਅੰਮ੍ਰਿਤ ਜੀ। ਤੇ ਇਸੇ ਤਰ੍ਹਾਂ ਸਾਡੇ ਨਾਲ ਸੰਪਰਕ ਬਣਾਏ ਰੱਖੋ। ਇਸੇ ਵਿੱਚ ਸੁਖਿੰਦਰ ਸੁਖੀ ਭਿੱਖੀ ਜੀ ਦਾ ਵੀ ਮੈਸੇਜ ਆਇਆ। ਉਹ ਕਹਿੰਦੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਪ੍ਰੀਤੀ ਜੀ, ਤੇ ਹੁਣ ਇਹ ਸਮਾਂ ਕਹਿੰਦੇ ਵੀ ਅਸੀਂ ਜੋ ਕਿੱਸਾ ਗਾ ਉਹਦੇ ਵਿੱਚੋਂ ਕੁਝ ਸੁਣਨਾਗਾ ਤਾਂ ਜ਼ਰੂਰ ਆਪਾਂ ਪਹਿਲਾਂ ਵੀ ਇਸੇ ਵਿਸ਼ੇ ਤੇ ਗੱਲ ਕਰ ਚੁੱਕੇਗੇ ਕਿ ਕਿਸੇ ਦੇ ਵਿੱਚੋਂ ਆਪਾਂ ਉਹਨਾਂ ਨੂੰ ਕੁਝ ਸੁਣਾ ਰਹੇ ਹਾਂ। ਤੁਸੀਂ ਉਹਨਾਂ ਦੇ ਵਿੱਚੋਂ ਉਹ ਜੋ ਦੋ ਪ੍ਰੀਤ ਕਿਸੇ ਕਿਤਾਬ ਹੈਗੀ ਉਹਦੇ ਵਿੱਚ ਲੈਲਾ ਮਜਨੂ ਜ਼ਿਕਰ ਆਪਾਂ ਪਹਿਲਾਂ ਕੀਤਾ। ਸੋ ਅਗਲਾ ਕਿੱਸਾ ਜਿਹੜਾ ਸੱਸੀ ਪੁੰਨੂ ਦਾ ਗੱਲ ਹੈ। ਦੇਖੋ ਅੱਜ ਕੀ ਹੈਗੀ ਹੈ, ਜੇ ਆਪਾਂ ਗੱਲ ਕਰੀਏ ਕਿ ਜਿਹੜੀ ਭਰੂਣ ਹੱਤਿਆ ਹੈ ਉਹ ਅੱਜ ਹੀ ਨਹੀਂ ਹੋ ਰਹੀ, ਇਹ ਪੁਰਾਣੇ ਸਮਿਆਂ ਤੋਂ ਚੱਲਦੀ ਆਈ ਹੈ, ਸਾਰੇ ਯੁੱਗਾਂ ਵਿੱਚ ਇਹ ਗੱਲ ਹੋਈ। ਤੇ ਉਸ ਸੱਸੀ ਦੇ ਨਾਲ ਵੀ ਇਹੀ ਘਟਨਾ ਵਾਪਰੀ ਸੀ। ਅੱਛਾ ਜੀ। ਉਹਦੀ ਕੀ ਗਾਥਾ ਸੀ ਕਿ ਭੰਬੋਰ ਸ਼ਹਿਰ ਦੇ ਰਾਜੇ ਦੇ ਘਰੇ ਬੇਟੀ ਪੈਦਾ ਹੋਈ ਤਾਂ ਉਸਨੇ ਪੰਡਤ ਬੁਲਾਏ। ਪੰਡਤ ਬੁਲਾ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਕੁੰਡਲੀ ਮਿਲਾਓ। ਉਹ ਕੁੰਡਲੀ ਮਿਲਾਈ ਤੇ ਕੁੰਡਲੀ ਦੇ ਵਿੱਚ ਇਹ ਗੱਲਾਂ ਆ ਗਈਆਂ ਕਿ ਕੁੜੀ ਹੈ ਜਿਹੜੀ ਇਹ ਇੰਨੀ ਭਾਗਾਂ ਵਾਲੀ ਨਹੀਂ ਹੈ। ਅਤੇ ਸ਼ਹਿਰ ਭੰਬੋਰ ਦੇ ਰਾਜੇ ਨੇ ਜਾ ਕੇ ਆਪਦੀ ਘਰਾਣੀ ਨੂੰ ਕਿਹਾ ਤਾਂ ਉਹਨਾਂ ਨੇ ਫਿਰ ਕੀ ਕੀਤਾ, ਇੱਕ ਬਕਸਾ ਮੰਗਾਇਆ ਲੱਕੜ ਦਾ, ਉਹਦੇ ਵਿੱਚ ਉਹ ਕੁੜੀ ਪਾ ਕੇ ਤੇ ਨਹਿਰ ਵਿੱਚ ਤੇਰ ਦਿੱਤੀ। ਤੇ ਹੁਣ ਤਾਂ ਜਦੋਂ ਪੇਟ ਦੇ ਵਿੱਚ ਹੀ ਕਤਲ ਕਰ ਦਿੰਦੇ ਆ ਤੇ ਉਦੋਂ ਫਿਰ ਉਹ ਇਸ ਤਰ੍ਹਾਂ ਵੀ ਕਤਲ ਹੁੰਦਾ ਸੀ ਕਿ ਔਰਤ ਜਾਤੀ ਹੈ ਜਿਹੜੀ ਹਮੇਸ਼ਾ ਤੋਂ ਦੁੱਖ ਸਹਿੰਦੀ ਆਈ ਹੈ। ਤੇ ਸੱਸੀ ਨਾਲ ਵੀ ਇਸ ਤਰ੍ਹਾਂ ਹੀ ਹੋਈ, ਜਦੋਂ ਉਹਨਾਂ ਨੂੰ ਪਾ ਕੇ ਉਹਦੇ ਵਿੱਚ ਤਾਂ ਅੱਗੇ ਤੇਰ ਦਿੱਤਾ ਗਾ। ਤਾਂ ਜਦੋਂ ਉਹ ਅੱਗੇ ਬਕਸਾ ਇੱਕ ਅੱਗੇ ਜਾ ਰਿਹਾ ਸੀ ਤੇ ਅੱਗੇ ਜਾ ਕੇ ਇੱਕ ਨਹਿਰ ਦੇ ਕਿਨਾਰੇ ਧੋਬੀ ਦੇ ਧੋਬਣਾ ਜਿਹੜੇ ਉਹ ਕੱਪੜੇ ਧੋ ਰਹੇ ਸੀ ਤੇ ਕੁਦਰਤ ਬਸ ਉਹਨਾਂ ਦੇ ਕੋਈ ਕਹਿੰਦੇ ਬੱਚਾ ਨਹੀਂ ਸੀਗਾ। ਤੇ ਉਹ ਬੱਚੇ ਉਸ ਮਤਲਬ ਬਕਸਾ ਪਹੁੰਚਣ ਤੋਂ ਪਹਿਲਾਂ ਉਹ ਆਪ ਦੇ ਵਿੱਚ ਵਾਰਤਾਲਾਪ ਕਰਦੇ ਆ। ਧੋਬੀ ਕਹਿਣ ਲੱਗਿਆ, ਧੋਬਣ ਨੂੰ ਕਹਿੰਦਾ ਵੇਖ ਮੇਰੇ ਨਾਲ ਦੇ ਜਿਹੜੇ ਨੇ 4-4 ਮੁੰਡਿਆਂ ਵਾਲੇ ਹੋ ਗਏ ਤੇ ਆਪਾਂ ਹਜੇ ਖਾਲੀ ਬੈਠੇ ਆ। ਉਸ ਨੂੰ ਥੋੜਾ ਕਾਵਿ ਰੂਪ ਦਿੱਤਾ ਹੈਗਾ ਤੇ ਤੁਸੀਂ ਸੁਣਿਓ। ਹਾਂਜੀ ਜ਼ਰੂਰ ਜੀ। ਉਹ ਦੇਖੋ ਨਹਿਰ ਕਿਨਾਰੇ ਧੋਂਦੇ ਕੱਪੜੇ ਵਿਚਾਰੇ, ਧੋਬੀ ਧੋਬਣ ਪਿਆਰੇ ਮਨ ਛਾਲਾ ਮਾਰਦਾ, ਬੱਚਿਆਂ ਬਗੈਰਾ ਨਹੀਂ ਜੀਣਾ ਨਾਰਦਾ। ਧੋਬੀ ਆਖਦਾ ਪੁਕਾਰ ਗੱਲ ਸੁਣ ਮੇਰੀ ਨਾਰ, ਚੰਗੀ ਲੱਗਦੀ ਨਾ ਕਾਰ ਬਿਨਾ ਸੋਹਣੇ ਬਾਲ ਦੇ, 4-4 ਪੁੱਤਾਂ ਵਾਲੇ ਹੋ ਗਏ ਨਾਲ ਦੇ ਨੀ, 4-4 ਪੁੱਤਾਂ ਵਾਲੇ ਨਹੀਂ ਕਿਸੇ ਬਸ ਗੱਲ, ਖੁਦਾ ਕਰੂ ਆਪੇ ਹੱਲ, ਬਸ ਰਾਮ ਰੱਟੀ ਚੱਲ ਹੈ ਫਿਕਰ ਉਸ ਨੂੰ, ਕਰਮਾਂ ਦੇ ਗੇੜ ਕਿਉਂ ਵਧਾਵੇਂ ਰੋਸ ਨੂੰ। ਉਹ ਬੱਚੇ ਹੁੰਦੇ ਮਿੱਠਾ ਮੇਵਾ ਜੈਸੇ ਹੇਮ ਲੱਗੇ ਫੇਵਾ, ਕਰੇ ਮਾਪਿਆਂ ਦੀ ਸੇਵਾ ਵਿੱਚ ਬੁੱਢੇ ਹਾਲ ਦੇ, 4-4 ਪੁੱਤਾਂ ਵਾਲੇ ਹੋ ਗਏ ਨਾਲ ਦੇ ਨੀ, 4-4 ਪੁੱਤਾਂ ਵਾਲੇ। ਖੁਦਾ ਹੋਵੇ ਜਦੋਂ ਦਿਆਲ ਉੱਗੇ ਬੀਜੀ ਹੋਈ ਦਾਲ, ਮੀਨ ਫਸਦੀ ਨਾ ਜਾਲ, ਰੰਗ ਨਿਆਰੇ ਰੱਬ ਦੇ ਉਸ ਨੂੰ ਫਿਕਰ ਕੰਮ ਸਾਰੇ ਸਭ ਦੇ। ਬਾਪੂ ਕਹੇ ਬਾਲ ਆਣ ਸੌਖੀ ਹੁੰਦੀ ਉਦੋਂ ਜਾਨ, ਸਾਰਾ ਆਖਦਾ ਜਹਾਨ ਪੁੱਤ ਵਾਂਗ ਢਾਲ ਦੇ, 4-4 ਪੁੱਤਾਂ ਵਾਲੇ ਹੋ ਗਏ ਨਾਲ ਦੇ। ਖੁਦਾ ਦੇ ਕੇ ਖੋਲੇ ਆਪ ਬਣੇ ਰੱਸੀਓਂ ਵੀ ਸਾਪ, ਬਾਹਾਂ ਲੰਮੀਆਂ ਦਾ ਨਾਪ ਕੌਣ ਜਾਣ ਸਕਦਾ, ਅੰਬੀਆਂ ਦਾ ਬੂਟਾ ਬਣੇ ਬੂਟਾ ਅੱਕਦਾ, ਉਹ ਰੱਖ ਰਾਮ ਉੱਤੇ ਡੋਰ ਉਹਦੇ ਅੱਗੇ ਕਾਹਦਾ ਜ਼ੋਰ, ਆਪੇ ਭੇਜੂ ਘੁੱਗੀ ਮੋਰ ਘਰ ਧੋਬੀ ਲਾਲ ਦੇ, 4-4 ਪੁੱਤਾਂ ਵਾਲੇ ਹੋ ਗਏ ਨਾਲ ਦੇ ਨੀ, ਮੇਰੇ 4-4 ਪੁੱਤਾਂ ਵਾਲੇ। ਇਹ ਪ੍ਰੀਤੀ ਜੀ ਉਹ ਗੱਲਾਂ ਕਰ ਰਹੇ ਸੀ ਕਹਿੰਦੇ, ਤੇ ਇਹ ਗੱਲਾਂ ਕਰਦੇ ਕਰਦੇ ਉਹਨਾਂ ਨੇ ਬਕਸਾ ਵੇਖਿਆ ਦੂਰੋਂ ਆਉਂਦਾ।
ਤਾਂ ਜਦੋਂ ਉਹਨਾਂ ਨੇ ਬਕਸਾ ਖਿੱਚਿਆ ਕਹਿੰਦੇ, ਤੇ ਬਕਸਾ ਖਿੱਚ ਕੇ ਜਦੋਂ ਪੱਟ ਕੇ ਦੇਖਿਆ ਤੇ ਇੱਕ ਛੋਟੀ ਜਿਹੀ ਬਾਲੜੀ, ਤੇ ਉਹਨਾਂ ਦੀ ਉਮੀਦ ਪੂਰੀ ਹੋ ਗਈ। ਹਾਂਜੀ ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਜੋ ਕਿੱਸੇ ਨੂੰ ਬਿਆਨ ਕੀਤਾ, ਤੇ ਘਟਨਾਵਾਂ ਐਵੇਂ ਲੱਗਦਾਗਾ ਜਿਵੇਂ ਬਸ ਸਾਡੇ ਸਾਹਮਣੇ ਹੀ ਵਾਪਰੀਆਂ ਵੀ ਨੇ ਜਦੋਂ ਸੁਣਦੇ। ਹਾਂਜੀ, ਤੇ ਸਮਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਗੁਜ਼ਰ ਗਿਆ, ਪਤਾ ਹੀ ਨਹੀਂ ਲੱਗਿਆ। ਤੁਹਾਡੇ ਜੀਵਨ ਬਾਰੇ ਬਹੁਤ ਕੁਝ ਪੁੱਛਣਾ ਸੀਗਾ, ਪਰ ਤੁਹਾਡੀਆਂ ਲਿਖਤਾਂ 'ਚ ਅਸੀਂ ਇੰਨਾ ਜ਼ਿਆਦਾ ਮਗਨ ਹੋ ਗਏ ਕਿ ਜ਼ਿੰਦਗੀ ਬਾਰੇ ਨਹੀਂ ਇੰਨਾ ਪੁੱਛਿਆ ਗਿਆ ਜਿੰਨਾ ਤੁਹਾਡੀਆਂ ਲਿਖਤਾਂ ਸੁਣੀ ਗਏ। 2 ਘੰਟੇ ਪਤਾ ਨਹੀਂ ਕਦੋਂ ਗੁਜ਼ਰ ਗਏ, ਤੇ ਅਸੀਂ ਤੁਹਾਡੀਆਂ ਜੋ ਬੈਂਤ ਨੇ ਜਾਂ ਛੰਦ ਨੇ ਜਿਹੜੇ, ਉਹਨਾਂ ਦੇ ਵਿੱਚ ਹੀ ਛੰਦ ਹੋ ਗਏ, ਬਸ ਵਿੱਚ ਗਵਾਚ ਗਏ। ਹਾਂਜੀ, ਤੇ ਹੋਰ ਅੱਜ ਮਤਲਬ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਸਿਰਫ 5 ਮਿੰਟ ਦਾ ਵਕਤ ਰਹਿ ਗਿਆ ਹੈਗਾ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਰਾਬਤਾ ਰੇਡੀਓ ਦੇ ਰਾਹੀਂ ਤੁਸੀਂ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਇੱਥੇ ਆ ਕੇ? ਹਾਂ, ਮੈਂ ਬਹੁਤ ਵਧੀਆ ਮਹਿਸੂਸ ਕਰਦਾਗਾ। ਰਾਬਤਾ ਰੇਡੀਓ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਸਰੋਤਿਆਂ ਨਾਲ ਮਿਲਣ ਦਾ ਸਮਾਂ ਦਿੱਤਾ। ਬਹੁਤ ਵਧੀਆ ਉਦਮ ਹੈ ਇਹ, ਤੇ ਮੇਰੀ ਗੱਲ ਹੈ ਜਿਹੜੀ ਉਹ ਕਾਫੀ ਲੋਕਾਂ ਤੱਕ ਗਈ ਹੋਣੀ ਹੈ। ਤੇ ਮੈਂ ਰਾਬਤਾ ਰੇਡੀਓ ਦੀ ਸਾਰੀ ਹੀ ਟੀਮ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਤੁਹਾਡਾ ਮੈਂ ਧੰਨਵਾਦ ਕਰ ਸਕਾਂ। ਬਹੁਤ ਬਹੁਤ ਸ਼ੁਕਰੀਆ। ਤੋ ਸੰਦੇਸ਼ ਦੀ ਜਿਹੜੀ ਗੱਲ ਹੈਗੀ ਹੈ, ਸੰਦੇਸ਼ ਤਾਂ ਮੈਂ ਸਾਰੇ ਸਰੋਤਿਆਂ ਨੂੰ ਇਹ ਦੇਵਾਂਗਾ ਕਿ ਜੋ ਲੱਚਰਤਾ ਸਾਹਿਤ ਹੈ, ਜੋ ਬਿਮਾਰ ਸਾਹਿਤ ਹੈ, ਕਿਰਪਾ ਕਰਕੇ ਉਸ ਦੇ ਇਨਫੈਕਸ਼ਨ ਤੋਂ ਦੂਰ ਰਹੋ। ਲਾਗ ਹੈ ਨਾ ਸਾਹਿਤ ਦੇ ਵਿੱਚ, ਜਿਵੇਂ ਟੀਬੀ ਦਾ ਰੋਗ ਹੈ ਜਿਹੜਾ ਉਹ ਇਨਫੈਕਸ਼ਨ ਨਾਲ ਹੁੰਦਾ ਹੈ ਨਾ, ਇੱਕ ਤੋਂ ਦੂਜੇ ਨੂੰ ਲੱਗ ਜਾਂਦਾ ਹੈ। ਸੋ ਕਿਰਪਾ ਕਰਕੇ ਜਿਹੜਾ ਕਮਜ਼ੋਰ ਸਾਹਿਤ ਹੈ, ਜਿਹੜਾ ਲਾਗ ਇਨਫੈਕਟਡ ਸਾਹਿਤ ਹੈ, ਉਹਦੇ ਤੋਂ ਸਾਨੂੰ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ, ਕਿਉਂਕਿ ਉਹਦੇ ਵਿੱਚੋਂ ਕੁਝ ਵੀ ਨਹੀਂ ਮਿਲਦਾ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਤੇ ਸਾਨੂੰ ਸਾਡੇ ਜਿਹੜਾ ਸਾਰਾ ਸੱਭਿਆਚਾਰ ਹੈ ਉਹਦੇ ਨਾਲ ਜੁੜਨਾ ਚਾਹੀਦਾ ਹੈ। ਖਾਸ ਕਰਕੇ ਮੈਂ ਕਹੂੰਗਾ ਕਿੱਸਾ ਕਾਵ ਹੈ ਜਿਹੜਾ, ਇਹਨੂੰ ਪ੍ਰਮੋਟ ਕਰੋ, ਇਹਨੂੰ ਪੜ੍ਹੋ, ਕਿਉਂਕਿ ਸਾਡੇ ਬਾਬਿਆਂ ਦਾਦਿਆਂ ਦਾ ਸੰਭਾਲਿਆ ਹੋਇਆ ਸਾਰਾ ਕੁਝ ਹੈ ਇਹ। ਇਹਦੇ ਵਿੱਚ ਜੋ ਗੱਲਾਂ ਨੇ ਉਹ ਦੂਸਰਿਆਂ ਨਾਲੋਂ ਬਹੁਤ ਜ਼ਿਆਦਾ ਹਟ ਕੇ ਹੈ, ਕਿ ਕਿਸੇ ਯੋਧੇ ਦੀ ਗੱਲ ਹੈ, ਕਿਸੇ ਸੂਰਮੇ ਦੀ ਗੱਲ ਹੈ, ਤੇ ਕਿਸੇ ਦਾਤੇ ਭਗਤ ਸੂਰਮੇ ਦੀ ਗੱਲ ਹੈ। ਸੋ ਅਸੀਂ ਜਦੋਂ ਇਹਨਾਂ ਨੇ ਕਥਾਵਾਂ ਨੂੰ ਅਸੀਂ ਸੁਣਦੇ ਹਾਂ, ਤੇ ਸੁਣਨ ਨਾਲ ਸਾਡੇ ਜਹਨ ਦੇ ਵਿੱਚ ਇੱਕ ਨਵੀਂ ਉਤਪਤੀ ਹੁੰਦੀ ਹੈ, ਤੇ ਸਾਡੇ ਮਨ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਜਿਵੇਂ ਉਹ ਸੀ ਉਵੇਂ ਮੈਂ ਬਣ ਜਾ। ਤੇ ਜੇ ਇਹੋ ਜਿਹਾ ਅਸੀਂ ਸੁਣਦੇ ਹਾਂ, ਜਿਹੋ ਜਿਹੀ ਸੰਗਤ ਵਿੱਚ ਰਹਿੰਦੇ ਹਾਂ, ਉਹ ਸਾਡੇ ਤੇ ਅਸਰ ਕਰਦੀ ਹੈ। ਅਗਰ ਅਸੀਂ ਲੱਚਰਤਾ ਵੱਲ ਜਾਵਾਂਗੇ ਤਾਂ ਉਹੋ ਜਿਹਾ ਅਸੀਂ ਬਣ ਜਾਵਾਂਗੇ, ਉਹੋ ਜਿਹੇ ਸਾਡੇ ਜਵਾਕ ਬਣ ਜਾਣਗੇ। ਤਾਂ ਉਹ ਘਟਨਾਵਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅੱਜ ਸਮਾਜ ਵਿੱਚ ਹੋ ਰਹੀਆਂ, ਉਹਨਾਂ ਦਾ ਮੇਨ ਕਾਰਨ ਆਹੀ ਹੈ ਕਿ ਔਰਤ ਜਾਤੀ ਹੈ, ਉਸ ਦਾ ਕੀ ਸ਼ੋਸ਼ਣ ਹੋ ਰਿਹਾ ਵਿਚਾਰੀ ਦਾ, ਉਹ ਕਿਤੇ ਵੀ ਸੇਫ ਨਹੀਂ ਹੈ। ਇਹ ਨਾਲ ਮੈਂ ਤਾਂ ਜੇ ਮੈਨੂੰ ਕਹਿੰਦੇ ਸੰਗ ਲੱਗਦੀ ਹੈ ਕਿ ਔਰਤ ਅੱਜ ਆਪਦੇ ਬਾਪ ਦੇ ਕੋਲੇ ਵੀ ਸੇਫ ਨਹੀਂ ਹੈ। ਔਰਤ ਤੋਂ ਵੱਡਾ ਰਿਸ਼ਤਾ ਹੋਰ ਕਿਹੜਾ ਹੋ ਸਕਦਾ? ਸਹੀ ਗੱਲ ਹੈ, ਉੱਥੋਂ ਵੀ ਉਹਨੂੰ ਡਰ ਹੈ। ਸੋ ਔਰਤ ਜਾਤੀ ਹੈ ਮਹਾਨ ਹੈ, ਔਰਤ ਇੱਕ ਸ਼ਕਤੀ ਹੈ, ਸੀਤਲ ਸਗਲ ਜਗਤ ਕੀ ਮਾਤਾ, ਕਿ ਔਰਤ ਬਿਨਾ ਕੁਝ ਵੀ ਨਹੀਂ। ਨਿੰਦਕ ਨਾਰ, ਸਾਡੇ ਬਾਬਾ ਗੁਰੂ ਜੀ ਪੰਡਿਤ ਬਰਮਾਨੰਦ ਟਿੱਖਾ ਵਾਲਿਆਂ ਨੇ ਲਿਖਿਆ ਜੀ ਕਿ ਨਿੰਦਕ ਨਾਰਦੇ ਨੂੰ ਭਲਾ ਪੁੱਛੀਏ ਜੇ, ਸੱਚ ਦੱਸ ਤੇਰੀ ਪੈਦਾਵਾਰ ਕਿੱਥੋਂ, ਬੋਲਣ ਸਿੱਖਿਆ ਪਾਲਿਆ ਦੱਸ ਕਿਸਨੇ, ਮਿਲਿਆ ਇਸ ਤੋਂ ਵੱਧ ਪਿਆਰ ਕਿੱਥੋਂ। ਸਹੀ ਗਈ ਦਾਤੇ ਸੂਰਮੇ ਭਗਤ ਅਵਤਾਰ, ਉਹ ਕਿੱਥੋਂ? ਉਹ ਲਿਖਦੇ ਨੇ। ਤੇ ਭਾਈ ਉਹ ਜਿਹੜਾ ਹੈ ਔਰਤ ਜਾਤੀ ਹੈ ਜਿਹੜੀ, ਉਹ ਸਤਿਕਾਰ ਦੀ ਪਾਤਰ ਹੈ। ਸਾਰੇ ਉੱਥੋਂ ਹੀ ਪੈਦਾ ਹੁੰਦੇ ਆ। ਉਹਦਾ ਸਤਿਕਾਰ ਕਰਨਾ, ਉਹਨੂੰ ਪਿਆਰ ਕਰਨਾ, ਇਹ ਸਾਡਾ ਫਰਜ਼ ਹੈ, ਸਾਡਾ ਮੇਨ ਗੱਲ ਹੈ ਜਿਹੜੀ। ਇਹ ਕਰਾਂਗੇ ਤਾਂ ਜੁਗ ਜੁਗ ਜੀਵਾਂਗੇ। ਸੋ ਲੱਚਰਤਾ ਤੋਂ ਦੂਰ ਰਹਿ ਕੇ ਸਾਰਾ ਕੁਝ ਇਹ ਕਰਨਾ ਚਾਹੀਦਾ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਅੱਜ ਗੀਤਕਾਰਾਂ ਨੇ ਵੀ ਉਹ ਸਕੂਲਾਂ ਕਾਲਜਾਂ 'ਚ ਹੀ ਵੜ ਕੇ ਪਿਓ ਦੇ ਪੁੱਤ, ਹਾਂ ਤੁਸੀਂ ਪ੍ਰੀਤੀ ਜੀ ਰੋਜ਼ ਸੁਣਦੇ ਹੋ, ਤੇ ਉਹ ਸਕੂਲਾਂ ਕਾਲਜਾਂ 'ਚ ਵੀ ਵੜ ਗਏ। ਤੇ ਇਹੋ ਜਿਹੇ ਅੰਨੀਆਂ ਜਿਹੀਆਂ ਗੱਲਾਂ ਲਿਆਉਂਦੇ ਨੇ ਕੱਢ ਕੇ, ਜਿਹੜੀਆਂ ਪਤਾ ਨਹੀਂ ਨਾ ਸੁਣਨ ਯੋਗ ਨੇ, ਪਤਾ ਨਹੀਂ ਕਿਉਂ ਵੀ ਫਿਰ ਵੱਜੀ ਜਾਂਦੇ ਆ ਰੇਡੀਓ, ਫਿਰ ਕਿਉਂ ਵੀ ਵੱਜੀ ਜਾਂਦੇ ਟੈਲੀਵਿਜ਼ਨਾਂ ਤੇ, ਕਿਉਂ ਨਹੀਂ ਸੈਂਸਰ ਬੋਰਡ ਬਣਾਇਆ ਜਾਂਦਾ। ਮੈਂ ਇਹ ਵੀ ਮਾੜੀ ਜੀ ਕਹਿਣੀ ਚਾਹੂੰਗਾ ਕਿ ਕਿਉਂ ਨਹੀਂ ਕੋਈ ਇਹੋ ਜਿਹੀ ਸੰਸਥਾ ਬਣਾਈ ਜਾਂਦੀ, ਕਿਉਂ ਨਹੀਂ ਇਹੋ ਜਿਹੀ ਕੋਈ ਕਮੇਟੀ ਬਣਾਈ ਜਾਂਦੀ ਜਿਹੜੀ ਬੋਲਣ ਤੋਂ ਪਹਿਲਾਂ ਇਹ ਗੱਲਾਂ ਨੂੰ ਟੱਚ ਕਰਦੇ ਕਿ ਤੇਰੇ ਬੋਲਣ ਨਾਲ ਕਿੰਨਾ ਇਨਫੈਕਸ਼ਨ ਫੈਲ ਜੂਗਾ। ਜਿਵੇਂ ਅਸੀਂ ਟੀਵੀ ਦੇ ਮਰੀਜ਼ ਨੂੰ ਪ੍ਰੀਤੀ ਜੀ ਕਹਿੰਦੇ ਆ ਕਿ ਤੂੰ ਭਾਈ ਨਾ ਘਰੇ ਰਿਹਾ ਕਰ, ਜਿਆਦਾ ਬਾਹਰ ਨਾ ਤੁਰਿਆ ਫਿਰਿਆ ਕਰ, ਬਾਰੀ ਬਾਰ ਥੁੱਕ ਨਾ, ਹੈ ਨਾ। ਤੇ ਇਸ ਤਰ੍ਹਾਂ ਹੀ ਕਿਉਂ ਨਾ ਇਹੋ ਜਿਹੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਲੋਕਾਂ ਨੂੰ ਐ ਕਹੇ ਕਿ ਨਾ ਭਾਈ ਅੜਿਓ ਹਟ ਜਾਓ, ਤੁਹਾਡਾ ਸਾਹਿਤ ਦਾ ਦਿੱਤਾ ਹੋਇਆ ਇਨਫੈਕਸ਼ਨ ਟੀਵੀ ਦੇ ਇਨਫੈਕਸ਼ਨ ਤੋਂ ਹਜ਼ਾਰਾਂ ਗੁਣਾ ਵੱਧ ਹੈ। ਸਹੀ ਗਈ ਜਿਹੜਾ ਕਿ ਸਾਰੀ ਉਮਰ ਲੱਗਾ ਰਹਿੰਦਾ। ਸੋ ਮੇਰੇ ਤਾਂ ਇਹੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਵੀ, ਸਾਰੇ ਮੇਰੇ ਵੀਰਾਂ ਨੂੰ, ਕਿ ਵਧੀਆ ਵਧੀਆ ਲਿਖੋ, ਵਧੀਆ ਵਧੀਆ ਗਾਓ, ਵਧੀਆ ਵਧੀਆ ਸੁਣੋ, ਤਾਂ ਅਸੀਂ ਤੇ ਸਾਡੇ ਬੱਚੇ ਜਿਹੜੇ ਉਹ ਤਰੱਕੀ ਵੀ ਕਰ ਸਕੀਏ ਤੇ ਆਨੰਦਮਈ ਜੀਵਨ ਹੈ ਜਿਹੜਾ ਉਹ
ਜੀ ਸਕੀਏ ਤੇ ਸੰਗੀਤ ਦਾ ਆਨੰਦ ਲੈ ਸਕੀਏ। ਹਾਂਜੀ ਹਾਂਜੀ, ਇਹ ਗੱਲ ਤਾਂ ਹੈਗੀ ਆ ਤੇ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਮਿਲ ਕੇ ਤੇ ਅੱਗੇ ਵੀ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਧੰਨਵਾਦ। ਹਾਂਜੀ ਹਾਂਜੀ, ਤੇ ਤੁਹਾਡੇ ਜੋ ਅਗਲੀਆਂ ਕਿਤਾਬਾਂ ਆਉਣਗੀਆਂ ਉਦੋਂ ਵੀ ਤੁਹਾਡੇ ਨਾਲ ਮੁਲਾਕਾਤਾਂ ਕਰਦੇ ਰਵਾਂਗੇ ਤੇ ਇਸੇ ਤਰ੍ਹਾਂ ਤੁਹਾਡੀ ਰਚਨਾਵਾਂ ਦਾ ਅਸੀਂ ਆਨੰਦ ਮਾਣਦੇ ਰਵਾਂਗੇ। ਤੇ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ। ਰਾਬਤਾ ਰੇਡੀਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੱਲ ਮਿਲਦੇ ਹਾਂ ਇਸੇ ਵਕਤ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਖੁਦਾ ਹਾਫਿਜ਼, ਜਿਉਂਦੇ ਵਸਦੇ ਰਹੋ, ਖੁਸ਼ ਰਹੋ। ਰਿਕਾਰਡ ਲਗਾਉਣਾ ਪਊਗਾ।